So well it goes like Sat Shri Akal, Namaste, Adab, Salam, वेलकम, बोंजो, नी हाओ। आप सभी का तहे दिल से स्वागत कराना चाहती हूँ। मैं आपकी होस्ट, आपकी दोस्त एंकर रश्मीत कौर आइके। और आज का लम्हा हमारे लिए बहुत ही खास है क्योंकि आज हमारे ACL के डोंट स्टॉप बिलीविंग के नेक्स्ट एपिसोड पे हम लोग पहुंच चुके हैं, जहां हमारे साथ जुड़ने जा रहे हैं एक ऐसी खास शख्सियत जिनकी जितनी भी मैं तारीफ करूं वो कम लगती है। सो विदाउट टेकिंग एनी मच टाइम, लेट्स जस्ट गेट स्टार्टेड एंड हैव on the live. Hey. Okay, so since it's kind of really raining in India. Hi, Navraj. Hello. Hello G. How are you? Very good. Okay? I think ਮੈਨੂੰ ਇੰਜ ਲੱਗਦਾ ਪਿਆ ਮੁੰਬਈ ਰੇਂਜ ਨੇ ਸਾਰੇ ਨੈਟਵਰਕ ਜਾਮ ਕੀਤੇ ਹੋਏ ਨੇ. Is that so? It might be possible. Is it still blurred? No. It's absolutely fine now. It is very perfect, and I can see that designer jacket very clearly. I didn't mean that. Oh, no. I mean it. Because we are going to talk about it in a while. Ladies and gentlemen, whenever I am about to introduce this phenomenal, amazing personality on the stage, I get really amused. You know why? Because I have so many things to mention and I can't mention all of it together. So I'd rather say he's that one powerhouse of energy that whenever he gets onto the stage, he makes everybody go mad. So let's hear that madness live now. Navraj ji, ਇਸ ਤੋਂ ਪਹਿਲਾਂ ਕਿ ਆਪਾਂ ਕੋਈ ਵੀ ਹੋਰ ਗੱਲ ਕਰੀਏ, ਤੁਸੀਂ ਸਾਰਿਆਂ ਦਾ ਵੈਲਕਮ ਕਰਾਤਾ ਹੈ, ਥੈਂਕ ਯੂ ਸੋ ਮਚ। ਮੈਂ ਇਹ ਪੁੱਛਣਾ ਚਾਹੁੰਦੀ ਹਾਂ, ਜਿਹੜਾ ਮੁੰਡਾ ਜਲੰਧਰ ਤੋਂ ਇੱਕ ਇਹੋ ਜਿਹੇ ਸਫ਼ਰ ਤੇ ਨਿਕਲ ਚੱਲਿਆ ਮੁੰਬਈ, ਜਿਹਦਾ ਆਈ ਡੋਂਟ ਥਿੰਕ ਸੋ that anybody could imagine this level of success that you've gathered in your life. ਤੇ ਸਭ ਤੋਂ ਪਹਿਲਾਂ ਤੇ ਇਹ ਕਿ ਜਲੰਧਰ ਛੱਡ ਕੇ ਮੁੰਬਈ ਜਾਣਾ ਆਸਾਨ ਸੀਗਾ? ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਬੰਬੇ ਜਾਣਾ ਹੈ। ਮੈਨੂੰ ਸੱਚੀ ਕੋਈ ਕਲੂ ਨਹੀਂ ਸੀਗਾ। ਮੈਨੂੰ ਬਸ ਗਾਉਣ ਦਾ ਚਾਅ ਸੀਗਾ ਤੇ ਮੈਂ ਅੱਗੇ ਵੀ ਇੱਕ ਇੰਟਰਵਿਊ 'ਚ ਦੱਸਿਆ ਸੀਗਾ, ਮੈਂ ਦੁਬਾਰਾ ਦੱਸਦਾ ਕਿ ਮੈਨੂੰ ਬੰਬੇ ਲੈ ਕੇ ਆਉਣ ਵਾਲੇ ਸ਼ਖਸ ਦਾ ਨਾਮ ਮਿਸਟਰ ਪੁਨੀਤ ਸਿੰਘ ਹੈ। ਭਾਜੀ, ਮੇਰੇ ਵੱਡੇ ਭਾਜੀ, ਬਹੁਤ ਮੇਰੇ ਦਿਲ ਦੇ ਕਰੀਬ, ਜਿਨ੍ਹਾਂ ਨੂੰ ਮੈਂ ਜਲੰਧਰ ਦੂਸਰੀ ਵਾਰੀ ਮਿਲਿਆ ਸੀ ਉਦੋਂ ਸ਼ਾਇਦ, ਤੇ ਉਹਨਾਂ ਨੇ ਕਿਹਾ ਤੂੰ ਕੀ ਕਰਦਾ ਯਾਰ, ਤੇ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਗਾਉਂਦਾ ਆ, ਤੇ ਹੀ ਸੈਡ ਸੁਣਾ ਯਾਰ ਕੁਛ ਤੂੰ, ਤੇ ਮੈਂ ਸੁਣਾਇਆ ਉਹਨਾਂ ਨੂੰ। ਉਹਨਾਂ ਨੇ ਕਿਹਾ ਯਾਰ ਤੂੰ ਇੱਥੇ ਕੀ ਕਰਦਾ ਹੈ, ਚੱਲ ਬੰਬੇ ਚੱਲ। ਤੇ ਐਟ ਦੈਟ ਪੁਆਇੰਟ ਆਫ ਟਾਈਮ ਆਈ ਡਿਡਨਟ ਨੋ ਐਨੀਬਡੀ ਹੇਅਰ। ਮੇਰੇ ਕੋਲ ਤਾਂ ਮੈਨੂੰ ਪਤਾ ਨਹੀਂ ਸੀਗਾ ਕਿੱਦਾਂ ਦਾ ਇੱਥੇ ਹੈਗਾ ਸਿਸਟਮ, ਕ੍ਰਿਕਟ ਖੇਡਣ ਖੁੱਡਣ ਆਈਦਾ ਸੀ, ਉੱਦਾਂ ਮੈਨੂੰ ਪਤਾ ਨਹੀਂ ਸੀਗਾ। ਤੇ ਫਿਰ ਬਸ ਉਹਨਾਂ ਨੇ ਕਿਹਾ ਤੂੰ ਕੋਈ ਨਾ, ਤੂੰ ਚੱਲ ਮੇਰੇ ਨਾਲ, I'll organize everything for you. And I think on the third day I was in Bombay and rest is history. Oh my God. I think ਵੈਸੇ ਏਦਾਂ ਕਹਿੰਦੇ ਨੇ ਕਿ ਜੇ ਕੋਈ ਜਦੋਂ ਕੋਈ ਇਮਾਰਤ ਬਹੁਤ ਹੀ ਸਟਰੋਂਗ, ਬਹੁਤ ਹੀ ਮਜ਼ਬੂਤ ਬਣਾਉਣੀ ਹੁੰਦੀ ਹੈ ਤਾਂ ਉਹਦੀ ਨੀਂਹ ਬਹੁਤ ਸਮਝਦਾਰੀ, ਬਹੁਤ ਹੀ ਮਜ਼ਬੂਤੀ ਨਾਲ ਰੱਖਣੀ ਚਾਹੀਦੀ ਹੈ। ਆਈ ਥਿੰਕ ਤੁਹਾਡੀ ਸਿੰਗਿੰਗ ਦੀ ਸ਼ੁਰੂਆਤ ਬਹੁਤ ਹੀ ਛੋਟੀ ਉਮਰ ਤੋਂ ਸ਼ੁਰੂ ਹੋ ਗਈ ਸੀ, so that you are well nourished and well flourished about it, right? So what was the age to actually realize ਕਿ ਮੈਂ ਸਿੰਗਰ ਬਣਨਾ ਚਾਹੁੰਦਾ? See, ਮੈਂ ਸੱਚੀ ਦੱਸਾਂ, I never wanted to be a singer though. ਮੈਨੂੰ ਇਦਾਂ ਲੱਗਦਾ ਸੀ ਯਾਰ, ਕਿਉਂਕਿ ਜਦੋਂ ਮੈਂ ਆਪਣੇ ਡੈਡ ਵੱਲ ਦੇਖਦਾ ਸੀਗਾ, ਸਾਜੀ ਵੱਲ, ਤੇ ਮੈਨੂੰ ਇਦਾਂ ਲੱਗਦਾ ਸੀ ਯਾਰ ਇੰਨਾ ਵੱਡਾ ਬੰਦਾ ਹੈ ਯਾਰ, ਇੰਨਾ ਰਿਚ ਬੰਦਾ ਹੈ ਯਾਰ, ਵਾਈ ਡਜ਼ ਹੀ ਹੈਵ ਟੂ ਡੂ ਹਾਂਜੀ ਹਜ਼ੂਰ ਕੀ ਸੁਣੋਗੇ, ਹਾਂਜੀ ਹਜ਼ੂਰ ਕੀ ਪੇਸ਼ ਕਰਾਂ, ਹਾਂਜੀ ਹਜ਼ੂਰ। ਤੇ ਮੈਨੂੰ ਇਦਾਂ ਲੱਗਦਾ ਸੀ ਯਾਰ, ਮੈਨੂੰ ਇਦਾਂ ਚੰਗਾ ਨਹੀਂ ਸੀ ਲੱਗਦਾ ਜਦੋਂ ਡੈਡ ਇਦਾਂ ਕਰਦੇ ਸੀ। ਬਟ ਮੈਨੂੰ ਬਾਅਦ ਚ ਪਤਾ ਲੱਗਿਆ ਕਿ ਜਿਹੜਾ ਗਾਣਾ ਆ, ਜਿਹੜਾ ਆਰਟਿਸਟ ਹੁੰਦਾ ਹੈ, ਉਹ ਨੀਵਾਂ ਹੀ ਅੱਛਾ ਲੱਗਦਾ ਹੈ। ਉਹ ਜਿੰਨਾ ਨੀਵਾਂ ਹੁੰਦਾ, ਜਿੰਨਾ ਝੁੱਕ ਕੇ ਰਹਿੰਦਾ, ਓਨਾ ਹੀ ਜ਼ਿਆਦਾ ਕਾਮਯਾਬ ਹੁੰਦਾ। ਤੇ ਇਹ ਗੱਲ ਉਦੋਂ ਪਤਾ ਲੱਗੀ ਜਦੋਂ ਮੈਂ ਸ਼ਾਇਦ ਗਾਉਣ ਲੱਗ ਗਿਆ, ਜਾਂ ਜਦੋਂ ਮੈਨੂੰ ਪਰਮਿਸ਼ਨ ਮਿਲ ਗਈ। ਤੇ ਮੈਂ ਜਿਹੜਾ ਗਾਣਾ ਸੀਗਾ ਉਹ ਤਾਂ ਮੇਰੇ DNA 'ਚ ਸੀਗਾ ਸ਼ੁਰੂ ਤੋਂ ਹੀ, ਬਚਪਨ ਤੋਂ ਹੀ। ਬਟ ਮੈਂ ਕਿਤੇ ਗਾਉਂਦਾ ਗੁੰਦਾ ਸੀਗਾ ਇੱਦਾਂ, ਜਿੱਦਾਂ ਮੈਨੂੰ ਯਾਦ ਆ ਪਹਿਲੀ ਵਾਰੀ ਮੈਂ ਸ਼ਾਇਦ ਜਦੋਂ ਗਾਇਆ ਸੀਗਾ, ਤੇ ਉਦੋਂ ਡੈਡੀ ਜੀ ਦੀ ਫਿਲਮ ਦਾ ਪ੍ਰੀਮੀਅਰ ਸੀਗਾ, ਵਿਸਾਖੀ ਫਿਲਮ ਦਾ ਪ੍ਰੀਮੀਅਰ ਸੀਗਾ, ਤੇ ਹੀ ਟੁੱਕ ਮੀ ਟੂ ਦ ਪ੍ਰੀਮੀਅਰ, ਤੇ ਉੱਥੇ ਸਟੇਜ ਤੇ ਖੜਾ ਕਰਤਾ ਮੈਨੂੰ ਜਾ ਕੇ। ਮੈਂ ਉੱਦਾਂ ਹੀ ਖੜਾ ਸੀ, ਮੈਨੂੰ ਥੋੜੀ ਪਤਾ ਕੀ ਹੋਣਾ। ਆਈ ਵਾਜ਼ ਲਾਈਕ ਵੈਰੀ ਨਿੱਕਾ ਜਿਹਾ। ਹਾਂ, ਤੇ ਮੈਨੂੰ ਤਾਂ ਇਹ ਲੱਗੀ ਜਾਂਦਾ ਸੀ ਯਾਰ, ਪਤਾ ਨਹੀਂ ਕੀ ਹੋਣ ਡਿਆ, ਇੰਨੀ ਅਟੈਂਸ਼ਨ ਨਿੱਕੇ ਜਿਹੇ ਬੱਚੇ ਲਈ ਬਹੁਤ ਵੱਡੀ ਗੱਲ ਹੁੰਦੀ ਜਦੋਂ ਸਾਰੀ ਦੁਨੀਆ ਅੱਗੇ ਪਿੱਛੇ ਘੁੰਮ ਰਹੀ ਆ। ਤੇ ਡੈਡੀ ਨੇ ਮੈਨੂੰ ਕੁਛ ਪੁੱਛਿਆ ਨਹੀਂ ਕਿ ਤੂੰ ਗਾਏਂਗਾ ਕਿ ਨਹੀਂ, ਸਿੱਧਾ ਉਸਤਾਦ ਜੀ ਸੀਗੇ ਉੱਥੇ, ਜਿਹੜੇ ਮੇਰੇ ਫਾਦਰ ਸਾਹਿਬ ਦੇ ਉਸਤਾਦ ਨੇ, ਉਸਤਾਦ ਪੂਰਨ ਸ਼ਾਹ ਕੋਟੀ ਸਾਹਿਬ, ਹੀ ਵਾਸ देयर ਐਜ਼ ਵੈਲ। ਤੇ ਉਹਨਾਂ ਨੇ ਕਿਹਾ ਹੁਣ ਤੁਹਾਡੇ ਅੱਗੇ ਇੱਕ ਨਮੂਨਾ ਪੇਸ਼ ਕਰਨ ਜਾ ਰਹੇ ਆਪਾਂ। ਦਿਸ ਇਜ਼ ਹਾਊ ਹੀ ਇੰਟਰੋਡਿਊਸਡ ਮੀ।
I think that was the first time I sang on the stage. ਐਂਡ ਉਦੋਂ ਬਾਅਦ ਵੀ ਮੈਨੂੰ ਕੁਝ ਪਤਾ ਨਹੀਂ ਸੀਗਾ, ਬਾਅਦ ਚ ਮੈਂ ਗਾਉਣ ਲੱਗ ਪਿਆ, ਪਤਾ ਨਹੀਂ ਏਦਾਂ ਹੀ ਬਸ ਤੁਹਾਨੂੰ ਦੱਸਿਆ ਨਾ, ਮੈਂ ਕੋਈ ਸੋਚਿਆ ਨਹੀਂ ਸੀਗਾ ਕਿ ਮੈਂ ਗਾਉਣਾ ਹੈ। ਇੱਕ ਅੱਛਾ, ਸਪੋਰਟਸਮੈਨ ਦਾ ਜਿਹੜਾ ਦਿਮਾਗ ਹੁੰਦਾ ਨਾ, ਉਹ ਥੋੜਾ ਜਿਹਾ ਰਿਜਿਡ ਜਿਹਾ ਹੁੰਦਾ, ਥੋੜਾ ਜਿਹਾ ਅੜਬ ਜਿਹਾ ਸੁਭਾਅ ਹੁੰਦਾ ਸਪੋਰਟਸਮੈਨ ਦਾ, ਅਟਲ ਗਰਾਊਂਡ ਦੇ 'ਚ ਸਵਾਲ that's absolutely ਆਰੀਆਂ correct you. ਆਰੀਆਂ ਪਾਰ ਵਾਲਾ ਕੰਮ ਹੁੰਦਾ ਨਾ ਸਟੇਡੀਅਮ 'ਚ, ਤੇ ਉਦਾਂ ਦਾ ਦਿਮਾਗ ਸੀਗਾ ਮੇਰਾ। ਤੇ ਫਿਰ ਜਦੋਂ ਪਰ ਗਾਣਾ ਜਦੋਂ ਦਿਲ 'ਚ ਵੜ ਗਿਆ, ਜਦੋਂ ਗਾਣੇ ਦੀ ਸਮਝ ਆਉਣ ਲੱਗ ਪਈ ਮਾੜੀ ਮਾੜੀ, ਤੇ ਆਪਣੇ ਆਪ ਮੇਰਾ ਦਿਮਾਗ, ਮੇਰਾ ਦਿਲ, ਮੇਰੀ ਰੂਹ ਸ਼ਾਂਤ ਹੁੰਦੀ ਗਈ ਤੇ ਮੈਂ ਗਾਉਣ ਲੱਗ ਪਿਆ। Oh my God, that is really what is expected from a father like son. So whenever Navraj we introduce you, whenever an anchor is given a responsibility to introduce you on stage, I जी know जी, बहुत सारे anchor एक कहती है थैंक यू कि ये आशीष सारे वीरे। can you hear me? Yes, I Okay. can hear you. Yes. Okay. So a lot of anchors must be introducing to you like a singer ne, a ne, a o ne. But you know, whenever it comes to me to introduce you, I have 5 typical words, and that I Thank you, love to Ruturaj. explain that you're not only an Indian singer, you're not only an actor, you're not only a performer, you're not only you're not only an entrepreneur, you're indeed a sportsman. You have that sportsman spirit in you. You have that the love for sports. You have it in you. I think that is why ACL, you and us can connect really well, right? And you know what, ਮੈਂ ਸੱਚੀ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਕ੍ਰਿਕਟ ਖੇਡਿਆ। ਮੈਂ ਕੋਈ ਵੀ ਗੇਮ ਜਿਹੜਾ ਬੰਦਾ ਕਰਦਾ, ਉਹ ਚਾਹੇ ਕਰਾਟੇ ਹੋਵੇ, ਜੂਡੋ ਹੋਵੇ, ਕ੍ਰਿਕਟ ਹੋਵੇ, ਟੈਨਿਸ ਹੋਵੇ, ਕੋਈ ਵੀ ਜਿਹੜਾ ਬੰਦਾ ਸਪੋਰਟ ਖੇਡਦਾ, ਕੋਈ ਵੀ, ਉਹਦੇ ਚ ਉਹ ਸਪਿਰਿਟ ਆਈ ਜਾਂਦੀ ਹੈ ਜੇ ਉਹਦਾ ਕੋਚ ਵਧੀਆ ਉਹਨੂੰ ਚੰਗੇ ਤਰੀਕੇ ਨਾਲ ਸਿਖਾਉਂਦਾ ਹੈ। ਤੇ ਉਹੀ ਮੈਨੂੰ ਬਹੁਤ ਹੈਲਪ ਕੀਤਾ ਉਸ ਚੀਜ਼ ਨੇ ਮੇਰੇ ਮਿਊਜ਼ਿਕ ਕਰੀਅਰ ਚ ਵੀ। ਜਿੱਦਾਂ ਹਾਰ ਜਿੱਤ ਹੋਣਾ ਸਿਖਾਇਆ ਜਾਂਦਾ ਕਿ ਹਾਰ ਕੋਈ ਵੀ ਸਕਦਾ, ਜਿੱਤ ਕੋਈ ਵੀ ਸਕਦਾ, ਬਟ ਖੇਲਣਾ ਬਹੁਤ ਸ਼ਿੱਦਤ ਨਾਲ ਚਾਹੀਦਾ ਔਰ ਬਹੁਤ ਪੈਸ਼ਨ ਨਾਲ ਚਾਹੀਦਾ। ਤੇ ਏਦਾਂ ਹੀ ਜਦੋਂ ਆਸ਼ੀਸ਼ ਉਹਨਾਂ ਨੇ AECL ਸ਼ੁਰੂ ਕੀਤੀ ਤੇ ਮੈਨੂੰ ਦੱਸਿਆ, ਉਹਨੇ ਕਹਿੰਦਾ ਭਾਜੀ ਏਦਾਂ ਏਦਾਂ ਕਰਕੇ ਆਪਾਂ ਕਰਨ ਲੱਗੇ ਆ। ਤੇ ਮੈਂ ਕਿਹਾ ਯਾਰ ਬਹੁਤ ਵਧੀਆ ਗੱਲ ਆ, ਇਹਦੇ ਨਾਲੋਂ ਚੰਗੀ ਕ੍ਰਿਕਟ 'ਚ ਤਾਂ ਜਿਹੜੀ ਮਰਜ਼ੀ ਜੀ ਮੈਨੂੰ ਭਾਵੇਂ ਹੁਣ ਚੱਕ ਕੇ ਲੈ ਜਾਓ ਖਿਡਾਉਣ ਲਈ, ਮੈਂ ਚੱਲ ਜਾਣਾ। ਮਤਲਬ ਕ੍ਰਿਕਟ ਲਈ ਮੈਂ ਇੰਨਾ ਪੈਸ਼ਨੇਟ ਹਾਂ, ਜਿੰਨਾ ਮੈਂ ਮਿਊਜ਼ਿਕ ਲਈ ਪੈਸ਼ਨੇਟ ਹਾਂ ਉਨਾ ਹੀ ਮੈਂ ਕ੍ਰਿਕਟ ਲਈ ਪੈਸ਼ਨੇਟ ਹਾਂ। ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਉਹਨੇ ਇਕੱਲਾ ਮੁੰਡੇ ਨੇ ਇੰਨੀ ਵੱਡੀ ਰਿਸਪੌਂਸਿਬਿਲਿਟੀ ਲੈ ਕੇ ਇੰਨਾ ਵੱਡਾ ਟੂਰਨਾਮੈਂਟ ਆਰਗੇਨਾਈਜ਼ ਕੀਤਾ, ਜਿਹਦੇ ਵਿੱਚ ਬਹੁਤ ਸਾਰੇ ਸੈਲੀਬ੍ਰਿਟੀ ਸੀਗੇ, ਜਿਹਦੇ ਵਿੱਚ ਇੱਕ ਪਤਾ ਕੀ 10 ਬੰਦੇ ਇਕੱਠੇ ਕਰਨੇ ਵੀ ਔਖੇ ਹੋ ਜਾਂਦੇ ਆ। ਤੇ ਏਦਾਂ ਦਾ ਏਡਾ ਵੱਡਾ ਟੂਰਨਾਮੈਂਟ ਜਿਹਦੇ ਵਿੱਚ ਬਹੁਤ ਸਾਰੇ ਸੈਲੀਬ੍ਰਿਟੀਜ਼ ਲੈ ਕੇ ਆਉਣੇ ਹੋਣ, ਜਿਹਨੂੰ ਇੱਕ ਬੜੇ ਆਰਗੇਨਾਈਜ਼ਡ ਤਰੀਕੇ ਨਾਲ ਦਰਸਾਇਆ ਜਾਣਾ ਹੁੰਦਾ ਕਈ ਵਾਰੀ, ਹਨਾ, ਉਹ ਬਹੁਤ ਮੁਸ਼ਕਿਲ ਇੱਕ ਚੀਜ਼ ਹੁੰਦੀ ਆ। ਤੇ ਮੈਂ ਬਹੁਤ ਜ਼ਿਆਦਾ ਕ੍ਰੈਡਿਟ ਦਿੰਦਾ ਇਹਨਾਂ ਦੀ ਪੂਰੀ ਟੀਮ ਨੂੰ ਕਿ ਇਹਨਾਂ ਨੇ ਬੜੇ ਪਿਆਰ ਨਾਲ ਆਰਗੇਨਾਈਜ਼ ਕੀਤਾ ਸੀ ਉਹਨੂੰ, ਔਰ ਬਹੁਤ ਵਧੀਆ ਰਿਹਾ। ਅਨਫੋਰਚੂਨੇਟਲੀ ਮੈਂ ਖੇਡ ਨਹੀਂ ਸੀ ਪਾਇਆ ਕਿਉਂਕਿ ਮੈਂ ਥੋੜਾ ਜਿਹਾ ਮੇਰੇ ਸ਼ੋਅ ਚੱਲਦੇ ਸੀਗੇ ਤੇ ਮੈਂ ਜਾ ਨਹੀਂ ਪਾਇਆ ਸੀਗਾ, ਬਟ ਹੋਪਫੁਲੀ ਜਿਹੜਾ ਨੈਕਸਟ ਟੂਰਨਾਮੈਂਟ ਹੋਊਗਾ ਉਹਦੇ 'ਚ ਜ਼ਰੂਰ ਖੇਡਾਂਗੇ। बस मैं यही गल सुननी थी जिहदी मैं वेट करदी पई सी अजे तक। वेल दोस्तों, मैं तुहानू सारे नाल गल सांझी करना चाहती हाँ दैट Navraj Hans is not just a performer, not just a singer. Once I mentioned that he's a sports person and he's also an entrepreneur, I really need to mention that he owns one of the cricket teams called Punjab De Sher. Punjab De Sher is your own team, and Navraj, this time we eagerly want you कि तुसीं भी अपनी टीम लेके associate with AECL। ਹੁਣ ਜਦ ਵੀ ਸਾਡਾ ਨੈਕਸਟ ਸੀਜ਼ਨ ਹੋਏਗਾ, ਮੈਨੂੰ ਸਭ ਤੋਂ ਉੱਤੇ ਨਾ ਨਵਰਾਜ ਹੰਸ ਦਾ ਦਿਸਣਾ ਚਾਹੀਦਾ ਹੈ। ਮੈਂ ਟੀਮ ਦਾ ਤਾਂ ਮੈਨੂੰ ਪਤਾ ਨਹੀਂ, ਮੈਂ ਕਿਉਂਕਿ ਇੱਕ ਸੱਚੀ ਦੱਸਾਂ, ਟੀਮ ਬਣਾਉਣੀ ਇੱਕ ਜਿੱਦਾਂ ਮੈਂ ਦੱਸਿਆ ਨਾ, ਬਹੁਤ ਇੱਕ ਔਖੀ ਜਿਹੀ ਚੀਜ਼ ਹੁੰਦੀ ਆ ਆਰਗੇਨਾਈਜ਼ ਕਰਨਾ, ਸਾਰਾ ਨੂੰ ਇਕੱਠੇ ਕਰਕੇ ਲਾਉਣਾ। ਮੈਂ ਕੋਸ਼ਿਸ਼ ਕਰੂੰਗਾ ਮੈਂ ਟੀਮ ਬਣਾਵਾਂ, ਬਟ ਮੈਂ ਐਤਕੀ ਖੇਡਣਾ ਚਾਹੂੰਗਾ। ਬਸ ਮੈਂ ਨਾ, ਮੈਨੂੰ ਲੱਗਦਾ ਹੁਣ ਟੀਮ ਬਣਾਉਣ ਵਾਲਾ ਜਿਹੜਾ ਮਸਲਾ ਹੈ ਨਾ, ਉਹ ਥੋੜਾ ਜਿਹਾ ਔਖਾ ਲੱਗਦਾ ਮੈਨੂੰ। ਤੇ ਮੈਂ ਕੋਈ ਚੀਜ਼ ਫਾਲਸ ਆਪਾਂ ਸਭ ਤੋਂ ਪਹਿਲੇ ਸਾਡੀ ਟੀਮ ਦਾ ਕੈਪਟਨ ਹੀ ਅਨਾਉਂਸ ਕਰ ਦਿੰਦੇ ਹਾਂ। ਆਸ਼ੀਸ਼, ਆਈ ਐਮ ਅਨਾਉਂਸਿੰਗ Navraj Hans as the team captain. ਅਰੇ ਯਾਰ You know why? Because I have almost seen you playing, dude. ਜਿਹੜਾ ਬੰਦਾ ਫੀਲਡ ਤੇ ਜਾ ਕੇ 13 ਛੱਕੇ ਤੇ 4-6 ਚੌਕੇ ਮਾਰ ਕੇ ਵਾਪਸ ਆਉਂਦਾ, ਉਹ ਸਾਡੀ ਟੀਮ ਦਾ ਕੈਪਟਨ ਹੋਣਾ ਬਹੁਤ ਜ਼ਰੂਰੀ ਹੈ। I've seen you playing against Mumbai, so I really respect that. Okay, so Navraj, when we talk about your career, मतलब देखो, मैं एक गल ऑलरेडी मेंशन की है, ਤੁਹਾਡੇ ਫਾਦਰ ਸਾਹਿਬ ਹੰਸਰਾਜ ਹੰਸ ਜੀ, I'm sure ਤੁਹਾਡੇ ਜੀਨਸ 'ਚ ਹੀ ਹੈਗੇ ਗਾਇਕੀ।
ਲੇਕਿਨ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਤੁਹਾਡਾ ਜਿਹੜਾ Song ਆਇਆ ਸੀ ਤੁਹਾਡੇ ਆਪਣੇ ਭਰਾ ਦਾ ਯੁਵਰਾਜ ਮੂਵੀ ਕਾਲਡ ਬੁਰਰਾ ਐਂਡ ਹਮ ਇਨ that movie you sung a song ਜਿਹੜਾ ਕਿ I don't really remember the song ਪਰ ਮੈਨੂੰ ਇੰਨੀ ਗੱਲ ਪਤਾ ਹੈ ਕਿ ਪਰਿਨੀਤੀ ਚੋਪੜਾ ਜਦੋਂ ਵੀ ਸੈਡ ਹੁੰਦੀ ਹੈ ਨਾ ਉਹ ਇਹੀ ਗਾਣਾ ਸੁਣਨਾ ਚਾਹੁੰਦੀ ਹੈ ਐਂਡ ਸ਼ੀ has already mentioned that so I'd like to request you ਤੁਸੀਂ ਇੱਕ ਵਾਰੀ ਰੱਬਾ ਕਿਹੜੀ ਗੱਲ ਦੀ ਸੁਣਾ ਸਾਨੂੰ ਗਾ ਕੇ ਸੁਣਾਓ ਪਲੀਜ਼ ਹਾਂਜੀ ਮੈਂ ਸੁਣਾ ਦਿੰਦਾ ਜੀ ਰੱਬਾ ਕਿਹੜੀ ਗੱਲ ਦੀ ਸਜ਼ਾ ਦਿੱਤੀ ਸਾਨੂੰ ਦੱਸ ਦੇ ਜ਼ਰਾ ਰੱਬਾ ਕਿਹੜੀ ਗੱਲ ਦੀ ਸਜ਼ਾ ਦਿੱਤੀ ਸਾਨੂੰ ਦੱਸ ਦੇ ਜ਼ਰਾ ਅੱਖੀਆਂ ਚ ਸੁਪਨੇ ਤਿੜਕ ਗਏ ਤੇ ਟੁੱਟ ਗਏ ਪਰੇ ਦਿਲ ਨੇ ਹੋ ਕੇ ਜੋ ਰਾਹ ਚ ਰੁਕ ਗਏ ਮੁਕੱਦਰ ਵੀ ਦੇ ਗਏ ਦਗਾ ਰੱਬਾ ਕਿਹੜੀ ਗੱਲ ਦੀ ਸਜ਼ਾ ਦਿੱਤੀ ਸਾਨੂੰ ਦੱਸ ਦੇ ਜ਼ਰਾ ਠੀਕ ਹੈ ਜੀ Wow, I love it. You know, Thank you. एक चीज ਮੈਨੂੰ ਇੰਜ ਲੱਗਦਾ ਹੈ ਮਤਲਬ ਆਲਮੋਸਟ ਮੈਨੂੰ ਵੀ ਐਂਕਰਿੰਗ ਕਰਦੀ ਨੂੰ 12-13 ਸਾਲ ਹੋ ਗਏ ਨੇ ਤੇ ਮੈਨੂੰ ਇਹ ਚੀਜ਼ ਨਾ ਬਹੁਤ ਹੀ ਚੰਗੀ ਲੱਗਦੀ ਹੈ ਕਿ ਜਦੋਂ ਆਪਾਂ ਕਿਸੇ ਸਿੰਗਰ ਨੂੰ ਦਿਲੋਂ ਗਾਉਂਦੇ ਦੇਖਦੇ ਆ ਨਾ ਜਦੋਂ ਬੰਦਾ ਕੋਈ ਰੂਹ ਤੋਂ ਗਾਉਂਦਾ ਹੈ ਨਾ ਉਹਦੀ ਅੱਖਾਂ ਹਮੇਸ਼ਾ ਬੰਦ ਹੋ ਜਾਂਦੀਆਂ ਨੇ ਐਂਡ ਹੀ ਵਾਂਟਸ ਟੂ ਐਂਡ ਸ਼ੀ ਵਾਂਟਸ ਟੂ ਬੀ ਇਨ ਹਰਸੈਲਫ ਸੋ that is kind of intellect that I have seen in you and hats off to you really hats off. Thank you So so much. Navraj, Thank you. मैं एक गल पूछनी सी आई नो सेलिब्रिटी वाली लाइफ ते बड़ी ही ग्लैम लाइट वाली होती है एंड यू हैव हाँ सो जी मेनी फैंस देयर आर गर्ल्स गोइंग डाइंग एंड देयर आर पीपल जब तुसी किते एयरपोर्ट पे दिसदे होने when they'll be like सर एक सेल्फी हो जाए प्लीज थोड़ा जा just pose for us ते fan following everybody loves and enjoy but I really need to know कि ਤੁਸੀਂ ਆਪਣੀ ਗਲੈਮ ਲਾਈਟ ਵਾਲੀ ਜ਼ਿੰਦਗੀ ਵਿੱਚੋਂ ਜਿਹੜਾ ਤੁਹਾਡਾ ਡੈਡੀਕੇਸ਼ਨ ਤੁਸੀਂ ਜਿਮ ਨੂੰ ਦਿੱਤਾ ਹੋਇਆ ਹੈ I have been watching you, dude. You can't say that you are not a fit person. You are an absolute fit person. You eat healthy, though you eat chola bhatura too. I know that. But you are somebody like you're an inspiration to other people. कि अब तुसी अपनी business भी कर दो, traveling भी कर दो, gymming भी continue कर दो. How do you manage all that together? See, as you said ਕਿ ਮੈਂ ਸਾਰਾ ਕੁਝ ਖਾਣਾ ਮੈਂ ਕੋਈ ਚੀਜ਼ ਛੱਡਦਾ ਨਹੀਂਗਾ ਮੈਂ ਜਿੱਦਾਂ ਆਮ ਅ ਬਿਗ ਫੂਡੀ ਮੈਨੂੰ ਸਟਰੀਟ ਫੂਡ ਬਹੁਤ ਪਸੰਦ ਹੈ ਸਪੈਸ਼ਲੀ ਬੰਬੇ ਚ ਜਿੱਦਾਂ ਵੜਾ ਪਾਓ ਮਿਲਦਾ ਇੱਥੇ ਸਾਡੇ ਬਹੁਤ ਸਵਾਦ ਲੱਗਦਾ ਮੈਨੂੰ ਸੀ ਆਮ ਸਟਾਰਵਿੰਗ ਮੈਨ ਮੈਨੂੰ ਭੁੱਖ ਲੱਗੀ ਦੁਬਾਰਾ ਤੇ ਮੈਨੂੰ ਹੁਣ ਜਿੱਦਾਂ ਹਰ ਚੀਜ਼ ਪਸੰਦ ਹੈ ਛੋਲੇ ਭਟੂਰੇ ਮੈਂ ਦਿੱਲੀ ਚ ਜਦੋਂ ਮੈਂ ਆਉਣਾ ਆਈ ਮੇਕ ਸ਼ੋਰ ਆਈ ਛੋਲੇ ਭਟੂਰੇ ਮੈਂ ਕਰੀਮਸ ਜਾਣਾ ਮੈਨੂੰ ਬਹੁਤ ਪਸੰਦ ਹੈ ਬਟ ਹਾਂ ਇਦਾਂ ਵੀ ਜਦੋਂ ਥੋੜਾ ਜਿਹਾ ਅਨਫਿਟ ਹੋਣ ਲੱਗਦਾ ਨਾ ਮੈਂ ਮਾੜਾ ਜਿਹਾ ਤੇ ਉਸਤਾਦ ਜੀ ਦਾ ਫੋਨ ਆ ਜਾਂਦਾ ਓਏ ਢਿੱਡਲਾ ਜਿਹਾ ਕੀ ਹੋ ਗਿਆ ਤੈਨੂੰ ਉਹ ਫਿਰ ਕਲਾਸ ਲਾਉਂਦੇ ਮੇਰੀ ਫਿਰ ਮੈਂ ਭੱਜਣਾ ਪੈਣਾ ਫਿਰ ਦਵਾ ਦਾ ਭੱਜਦਾ ਜਾ ਕੇ ਅਗਲੇ ਦਿਨ ਬਟ ਮੈਂ ਹੁਣ ਕੰਟੀਨਿਊਟੀ ਚ ਮੈਂ ਇਹਨਾਂ ਆਈ ਮੇਕ ਸ਼ੋਰ ਕਿ ਜਿਹੜੀਆਂ ਐਕਸਟਰਾ ਕੈਲਰੀਜ਼ ਉਹਨਾਂ ਨੂੰ ਬਰਨ ਕੀਤਾ ਜਾਵੇ ਤੇ ਥੋੜਾ ਜਿਹਾ ਜਿੱਦਾਂ ਮੈਂ ਚੀਟ ਮੀਲ ਨਹੀਂ ਹੁੰਦਾ ਮੇਰਾ ਕੋਈ ਵੀ ਜਿੱਦਾਂ ਲੋਕਾਂ ਦੇ ਚੀਟ ਮੀਲ ਡੇ ਹੁੰਦੇ ਆ ਨਾ ਮੈਂ ਐਵਰੀ ਡੇ ਇੱਕ ਚੀਟ ਮੀਲ ਲੈਣਾ ਆ ਆਪਣੇ ਮੀਲ that is how you balance your cravings also and then your health. Yes, why to punish yourself? Why? I don't ਮੈਂ ਆਪਣੇ ਆਪ ਨੂੰ ਰਿਲੇਟ ਨਹੀਂ ਕਰ ਪਾਇਆ ਉਸ ਡਾਈਟ ਨਾਲ ਕਦੀ ਵੀ ਜਿਹੜਾ ਮੈਂ ਸੋਚੀ ਜਾ ਰਿਹਾ ਮੈਂ ਕੀ ਖਾਣਾ ਹਾਏ ਰੱਬਾ ਕਿਤੇ ਰਸਗੁੱਲੇ ਖਾ ਲਵਾਂ ਨਾ ਉਹ ਇੰਨਾ ਸੋਚਣ ਦਾ ਉਹਦੇ ਨਾਲ ਨਾ ਆਰਟਿਸਟ ਵੈਸੇ ਹੀ ਪਾਗਲ ਹੁੰਦਾ ਵੈਸੇ ਮੈਂ ਤੁਹਾਨੂੰ ਸੱਚੀ ਦੱਸਾਂ ਆਰਟਿਸਟ ਨੂੰ ਇੰਨੀ ਛੇਤੀ ਗੁੱਸਾ ਚੜਦਾ ਇੰਨੀ ਛੇਤੀ ਪਿਆਰ ਆਉਂਦਾ ਇੰਨੀ ਛੇਤੀ ਉਹ ਮੂਡ ਸਵਿੰਗਸ ਬਹੁਤ ਹੁੰਦੇ ਆਰਟਿਸਟ ਵੈਸੇ ਹੀ ਮਤਲਬ ਇਹ ਨਹੀਂ ਕੋਈ ਆਕੜ ਹੁੰਦੀ ਹੈ ਜਾਂ ਕੋਈ ਡਾਊਨ ਟੂ ਅਰਥ ਹੋਣਾ ਏਦਾਂ ਨਹੀਂ ਉਹ ਜਿਹੜਾ ਆਰਟਿਸਟਿਕ ਜਿਹੜੀ ਸੋਚ ਹੁੰਦੀ ਹੈ ਨਾ ਉਹ ਬੰਦਾ ਆਪਣੇ ਆਪ ਚ ਗਵਾਚਾ ਹੁੰਦਾ ਉਹ ਕੁਛ ਅਲੱਗ ਹੀ ਕੁਛ ਚੱਲ ਰਿਹਾ ਹੁੰਦਾ ਦਿਮਾਗ ਚ ਕਦੀ ਕੋਈ ਟਿਊਨਸ ਚੱਲ ਰਹੀਆਂ ਕੋਈ ਕਰੀਅਰ ਨੂੰ ਲੈ ਕੇ ਚੀਜ਼ਾਂ ਚੱਲ ਰਹੀਆਂ ਹਨਾ ਤੇ ਫਿਰ ਜੇ ਮੈਂ ਉੱਥੋਂ ਆ ਵੀ ਚੀਜ਼ ਦੀ ਟੈਨਸ਼ਨ ਪਾ ਕੇ ਬਹਿ ਜਾਵਾਂ ਕਿ ਮੈਂ कितनी शुगर लेनी है कितने मैंने स्पून घी लेना है
ਦੇਸੀ ਬੜਾ ਘਿਓ ਤੋਂ ਬੜੀ ਬਿਨਾਂ ਹੀ ਰੋਟੀ ਨਹੀਂ ਖਾਂਦੇ। ਨਹੀਂ ਪਲੱਸ ਸਾਡੇ ਉੱਠਣ ਬਹਿਣ ਦਾ ਸੌਣ ਦਾ ਟਾਈਮ ਖਾਣੇ ਖਾਣ ਦਾ ਟਾਈਮ ਇਟ ਇਜ਼ ਆਲ ਡਿਫਰੈਂਟ ਫਰਮ ਅਦਰ It is ਪੀਪਲ so odd, ਸੋ ਵੀ man. It is so odd. ਜਿੱਦਾਂ like we sometimes ਇੱਕ ਵਾਰੀ ਮੈਨੂੰ ਯਾਦ ਹੈ ਅਸੀਂ ਉੱਥੇ ਥਾਈਲੈਂਡ ਸੀਗਾ ਸਾਡਾ ਸ਼ੋਅ ਤੇ ਮੈਂ ਅੱਛਾ ਸਟੇਜ ਤੇ ਜਾਣਾ ਸੀਗਾ 11:30 ਵਜੇ। ਹਮ ਮਾਣੀ ਸਟੇਟ ਮੈਂ ਜਾਣਾ ਸੀਗਾ 11:30 ਵਜੇ ਸਟੇਜ ਤੇ ਹਲੇ ਮੈਂ ਮਾਨਵ ਦਾ ਨਾਂ ਹੀ ਲੈਣ ਲੱਗਾ ਸੀ, ਮਾਨਵ ਵੀ ਜੁੜ ਗਿਆ ਨਾਲ ਹੀ, ਮੇਰਾ ਮਾਨਵ ਇਜ਼ ਮੈਨੇਜਰ, ਯੋਰ ਮੇਰਾ ਛੋਟਾ ਭਰਾ। ਹਾਂ ਤੇ ਉਹ ਮੇਰੇ ਨਾਲ ਸੀਗਾ ਤੇ ਉਦੋਂ ਨਾ ਮੇਰਾ ਗਲਾ ਵੀ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਸੀ ਕੰਟੀਨਿਊਸਲੀ ਸ਼ੋਅ ਕਰਕੇ ਨਾ, ਤਾਂ ਮੇਰਾ ਬਹੁਤ ਗਲਾ ਬੈਠਾ ਹੋਇਆ ਸੀ। ਤੇ ਉਦਣ ਇਹਨੇ ਵਿਚਾਰੇ ਨੇ ਮੇਰੀ ਬੜੀ ਮਦਦ ਕੀਤੀ, ਕਦੀ ਗਰਮ ਪਾਣੀ ਪਿਲਾ, ਕਦੀ ਸ਼ਹਿਦ ਘੋਲ ਕੇ ਪਿਲਾ, ਕਦੀ ਕੁਛ ਪਿਲਾ। ਖੈਰ ਅਸੀਂ ਸਟੇਜ ਤੇ, ਮੈਂ ਕਿਹਾ ਚਲੋ, ਮੈਨੂੰ ਕਹਿੰਦਾ ਭਾਜੀ ਆਪਾਂ ਨਾ ਗ੍ਰੀਨ ਰੂਮ 'ਚ ਚੱਲ ਕੇ ਬਹਿ ਜਾਂਦੇ ਆ। 12-12:30 ਵਜੇ ਅਸੀਂ ਗ੍ਰੀਨ ਰੂਮ 'ਚ ਬਹਿ ਗਏ, ਆਲਰੇਡੀ ਲੇਟ ਹੋ ਚੁੱਕਾ ਸੀ। ਸਾਡੀ ਵਾਰੀ ਆਈ 2:30 ਵਜੇ ਰਾਤੀ। ਉਹ 2:30 ਰਾਤ ਵਜੇ ਦੇ ਹੁਣ ਟਾਈਮ ਸ਼ੁਰੂ, ਰਾਤੀ 2:30-3 ਵਜੇ ਮੇਰੇ ਖਿਆਲ ਨਾਲ। ਹੁਣ ਉਹ ਇੰਨੀ ਲੇਟ ਵਾਰੀ ਆਈ ਤੇ ਉਦੋਂ ਬਾਅਦ ਫਿਰ ਗਾਉਣਾ ਵੀ, ਤੁਹਾਨੂੰ ਪਤਾ ਮੈਨੂੰ ਵੈਸੇ ਮੈਂ ਟਾਈਮ ਟੂ ਦੇਖਦਾ ਨਹੀਂ ਹੁੰਦਾ, ਗਾਉਣ ਲੱਗੇ ਜਦੋਂ ਮਜ਼ਾ ਆਉਣ ਲੱਗ ਪੈਂਦਾ ਮੈਂ ਗਾਈ ਜਾਂਦਾ। ਫਿਰ ਅਸੀਂ ਸੂਰਜ ਚੜਾ ਕੇ, ਮੈਨੂੰ ਯਾਦ, ਫਿਰ ਅਸੀਂ ਉੱਥੋਂ ਨਿਕਲੇ ਹੋਣੇ ਆ ਖਨੀ। ਤੇ ਤੁਸੀਂ ਸੋਚੋ ਕਿ ਕਦੀ ਵਾਰੀ ਕਿੰਨਾ ਲੇਟ ਉੱਠਣਾ ਸੌਣਾ, ਉਹਦੇ ਨਾਲ ਫਿਰ ਮੈਂ ਡਾਈਟ ਡੂਟ ਸ਼ੋਅ ਤੋਂ ਬਾਅਦ ਇੰਨੀ ਭੁੱਖ ਲੱਗੀ ਹੁੰਦੀ ਨਾ, ਤੇ ਮੇਰੀ ਫਿਰ ਕਦੀ ਕੰਟਰੋਲ ਹੈ ਫਿਰ ਕੰਟਰੋਲ ਨਹੀਂ ਹੁੰਦਾ, ਫਿਰ ਤੇ ਜੋ ਵਧੀਆ ਮਿਲ ਜਾਏ ਵਧੀਆ। ਕੰਟਰੋਲ ਨਹੀਂ। ਫਿਰ ਮੈਂ ਆਇਆ ਤੇ ਮੇਰਾ ਬੈਂਡ, ਅਸੀਂ ਫਿਰ ਨੇਰੀਆਂ ਲੈ ਦੇਦੀਆਂ ਬਸ, ਫਿਰ ਰੋਟੀ ਖਾਈ ਦੀ ਅੱਛਾ ਫੱਟਣ ਤਾਈਂ। ਮੈਂ ਇੱਕ ਗੱਲ ਹੋਰ ਨੋਟਿਸ ਕੀਤੀ ਹੈ ਤੁਹਾਡਾ ਇੰਸਟਾਗ੍ਰਾਮ ਸਟੋਰੀਜ਼, ਤੁਹਾਡੀ ਸਨੈਪਚੈਟ ਸਟੋਰੀ, ਤੁਹਾਡੀ ਫੇਸਬੁੱਕ ਸਟੋਰੀਜ਼ ਤੋਂ ਤੁਸੀਂ ਨਾ ਮਤਲਬ ਕਈ ਸੈਲੀਬ੍ਰਿਟੀਜ਼ ਹੁੰਦੇ ਨੇ, ਆਈ ਨੋਟ ਲਾਈਕ ਟੂ ਮੈਂਸ਼ਨ ਦ ਨੇਮ ਆਫ ਕੋਰਸ, ਮਤਲਬ ਜਿਹੜੇ ਆਪਣਾ ਤੇ ਵੱਖਰਾ ਖਾਣਾ ਪੀਣਾ ਆਪਣਾ ਸਭ ਕੁਝ ਵਧੀਆ ਤੇ ਬੈਂਡ ਵਾਸਤੇ ਹਾਂਜੀ ਉਹਨਾਂ ਨੂੰ ਇਹ ਕਰਾ ਦਿਓ ਜਾਂ ਦੈਟ ਇਜ਼ ਓਕੇ ਦੈਟ ਟਾਈਪ, ਨੋ ਬਟ ਆਈ ਹੈਵ ਹਾਂ ਸੀਨ ਯੂ eating with your band, roaming with your band, flying with your band. So this is the kind of love that you nurture, that you give to your band, right? ਉਹ ਕਿਉਂਕਿ Being ਸਾਰੇ ਆਪਣੀ ਆਪਣੀ ਜਗ੍ਹਾ ਤੇ ਅੱਛੇ ਆਰਟਿਸਟ, ਜਿਹੜਾ ਜਿੱਦਾਂ ਜੋ ਉਹਨਾਂ ਨੂੰ ਠੀਕ ਲੱਗਦਾ ਉਹ ਕਰਦੇ ਆ। ਮੈਨੂੰ ਨਹੀਂ ਪਤਾ ਕੀ ਸਰਕਮਸਟੈਂਸਸ ਹੁੰਦੇ ਹਰ ਬੰਦੇ ਦੇ। ਮੈਨੂੰ ਇਦਾਂ ਲੱਗਦਾ ਕਿ ਮੇਰੇ ਨਾਲ ਜਿਹੜੇ ਵੀ ਬੰਦੇ ਮੇਰੇ ਪਿੱਛੇ, ਜਦੋਂ ਮੈਂ ਉਹਨਾਂ ਤੋਂ 2-4 ਮੀਟਰ ਅੱਗੇ ਖੜਾ ਹੋ ਕੇ ਪਰਫਾਰਮ ਕਰਦਾ, ਤੇ ਜਿੰਨਾ ਮੈਂ ਜ਼ੋਰ ਲਾਉਣਾ ਉਨਾ ਹੀ ਉਹ ਪਿੱਛੇ ਲਾ ਰਹੇ ਹੁੰਦੇ ਜ਼ੋਰ। ਤੇ ਜੇ ਮੈਂ ਉਹਨਾਂ ਨੂੰ ਐਜ਼ ਅ ਫੈਮਿਲੀ ਸਮਝਦਾ ਤਾਂ ਮੈਨੂੰ ਵੀ ਅੱਛਾ ਲੱਗਦਾ। ਮੈਂ ਸਮਝਦਾ ਨਹੀਂਗਾ, ਉਹ ਮੇਰੀ ਫੈਮਿਲੀ ਬਣ ਚੁੱਕਿਆ। ਕਿਉਂਕਿ ਤੁਹਾਨੂੰ ਪਤਾ, actually ਮੈਂ ਜਦੋਂ ਸਟਾਰਟ ਕੀਤਾ ਸੀ ਆਪਣਾ ਬੈਂਡ, ਮੈਨੂੰ ਪਤਾ ਕਿੰਨਾ ਮੁਸ਼ਕਿਲ ਬੈਂਡ ਬਣਿਆ ਸੀ ਮੇਰਾ। ਕਈ ਵੇਲੇ ਬਹੁਤ ਮੁਸ਼ਕਿਲਾਂ ਆਉਂਦੀਆਂ ਸੀ ਸਾਨੂੰ, ਜਦੋਂ ਨਵਾਂ ਸ਼ੋਅ ਬਿਜ਼ਨਸ ਮੈਂ ਸਟਾਰਟ ਕੀਤਾ ਸੀਗਾ। ਤੇ ਇਹ ਮੁੰਡੇ ਮੈਂ ਨਵੇਂ ਲੈ ਕੇ ਆਇਆ ਸੀਗਾ ਆਪਣੇ ਨਾਲ, ਹਨਾ। ਮੈਂ ਕਿਹਾ ਮੈਂ ਇਹਨਾਂ ਨਾਲ ਕੰਮ ਕਰਨਾ, ਤੇ ਹੌਲੀ ਹੌਲੀ ਅਸੀਂ ਮਤਲਬ ਸਾਰਿਆਂ ਨੇ 10-15 ਬੰਦਿਆਂ ਨੂੰ ਸੁਣਾਉਣ ਤੋਂ ਲੈ ਕੇ ਹੁਣ ਜਿੰਨੇ ਵੀ ਤੁਸੀਂ ਦੇਖਦੇ ਆ ਅਸੀਂ ਸ਼ੋਅਜ਼ ਇਕੱਠੇ ਕਰਦੇ ਆ। ਪਰ ਮੈਂ ਬਹੁਤ ਪਿਆਰ ਕਰਦਾ ਮੇਰੀ ਟੀਮ ਨੂੰ, ਬਹੁਤ ਮੇਰੇ ਛੋਟੇ ਭਰਾਵਾਂ ਵਰਗੀਆਂ ਮੇਰੀਆਂ ਬਾਹਾਂ ਆ। ਔਰ ਮੈਨੂੰ ਅੱਛਾ ਲੱਗਦਾ ਕਿ ਜਦੋਂ ਜੇ ਅਸੀਂ ਸਟੇਜ ਤੇ ਇਕੱਠੇ ਆ, ਇੱਕ ਦੂਜੇ ਦਾ ਸਾਥ ਦੇ ਰਹੇ ਆ, ਤੇ ਖਾਣਾ ਵੀ ਇਕੱਠੇ ਖਾਣਾ ਚਾਹੀਦਾ ਸਾਨੂੰ, ਘੁੰਮਣਾ ਫਿਰਨਾ ਵੀ ਇਕੱਠੇ ਚਾਹੀਦਾ। ਤੇ ਸਮਟਾਈਮਸ ਮੈਂ ਜਿੱਦਾਂ ਮੇਰਾ ਸ਼ੂਟ ਸ਼ਾਟ ਹੋਵੇ, ਤੇ ਫਿਰ ਮੈਂ ਉਹਨਾਂ ਨੂੰ ਕਹਿ ਦਿੰਦਾ ਹੁੰਦਾ, ਯਾਰ ਅੱਜ ਤੁਸੀਂ ਰੋਟੀ ਅੱਜ ਜਿੱਥੇ ਜਾ ਕੇ ਖਾਣੀ ਖਾ ਲਓ, ਤੇ ਅੱਜ ਮੈਂ ਰੋਟੀ ਨਹੀਂ ਖਾਣੀ, ਕਿਉਂਕਿ ਫਿਰ ਉਦੋਂ ਥੋੜਾ ਜਿਹਾ ਧਿਆਨ ਰੱਖਣਾ ਪੈਂਦਾ ਨਾ, ਅਗਲੇ ਦਿਨ ਸ਼ੂਟ ਸ਼ਾਟ ਹੋਵੇ ਤਾਂ। it's good, you have to manage, yes. ਬਟ ਹਾਂ, ਮੈਂ ਕੋਸ਼ਿਸ਼ ਕਰਦਾ ਕਿ ਮੇਰੇ ਬੈਂਡ ਨੂੰ, ਉਹਨਾਂ ਨੂੰ ਕੋਈ ਤਕਲੀਫ ਨਾ ਆਵੇ, ਸਪੈਸ਼ਲੀ ਕਿਉਂਕਿ ਬੰਦਾ ਰੋਟੀ ਵਾਸਤੇ ਕੰਮ ਕਰਦਾ। ਜਿਹੜਾ ਵੀ ਬੰਦਾ ਕੋਈ ਜਿੱਦਾਂ, ਸਪੈਸ਼ਲੀ ਮੈਂ ਆਪਣੀ ਗੱਲ ਦੱਸਾਂ, ਮੈਂ ਕਿਸੇ ਦੂਰ ਨਹੀਂ ਜਾਂਦਾ। ਮੈਨੂੰ ਐਂਡ ਆਫ ਦ ਡੇ ਰੋਟੀ ਵਧੀਆ ਨਾ ਮਿਲੇ ਨਾ, ਮੇਰਾ ਮੂਡ ਖਰਾਬ ਹੋ ਜਾਂਦਾ। ਜਿੰਨੇ ਮਰਜ਼ੀ ਪੈਸੇ ਹੋਣ, ਮੇਰੀ ਜੇਬ ਜੋ ਮਰਜ਼ੀ ਹੋਵੇ, ਮੈਨੂੰ ਰੋਟੀ ਬਹੁਤ ਸਵਾਦ ਚਾਹੀਦੀ ਹੁੰਦੀ ਹੈ। ਤੇ ਫਿਰ ਮੈਂ ਏਦਾਂ ਹੀ ਸੋਚਦਾ ਕਿ ਯਾਰ ਸਾਰੇ ਬੰਦੇ ਰੋਟੀ ਖਾਣ ਲਈ ਆਉਂਦੇ ਆ, ਹਰ ਬੰਦਾ ਰੋਟੀ ਲਈ ਕੰਮ ਕਰ ਰਿਹਾ, ਐਟਲੀਸਟ ਉਹਨਾਂ ਨੂੰ ਰੋਟੀ ਬਹੁਤ ਸਵਾਦ, ਬਹੁਤ ਧਿਆਨ ਨਾਲ, ਬੜੇ ਪਿਆਰ ਨਾਲ ਮਿਲਣੀ ਚਾਹੀਦੀ ਹੈ। ਤੇ ਇਹੀ ਮੇਰੀ ਕੋਸ਼ਿਸ਼ ਹੁੰਦੀ ਹੈ, ਬਸ ਇਹੀ, ਇੰਨਾ ਕੀ ਹੈ ਮੈਨੂੰ ਲੱਗਦਾ। I think we have your fan Harpreet here, and he is mentioning, he's not Mr. Fan, he's saying बड़े cool artist है नवराज हंस, ਇਹਨਾਂ ਨੂੰ ਕੋਈ ਸਾਊਂਡ ਚੈੱਕ ਦੀ ਟੈਨਸ਼ਨ ਨਹੀਂ ਹੁੰਦੀ, ਇਹ ਕੋਈ ਸਾਊਂਡ ਵਾਲਿਆਂ ਨੂੰ ਤੰਗ ਨਹੀਂ ਕਰਦੇ, ਮੈਨੂੰ ਇਹ ਚਾਹੀਦਾ, ਮੈਨੂੰ ਉਹ ਚਾਹੀਦਾ, ਆਂਦੇ ਸਟੇਜ ਤੇ ਵਧੀਆ ਜੀ ਪਰਫਾਰਮੈਂਸ ਕਰਦੇ ਨੇ, ਘੈਂਟ ਜੀ, ਤੇ ਲੋਕਾਂ ਨੂੰ ਨਚਾ ਨਚੂ ਕੇ ਹਸਾ ਕੇ ਖਿਡਾ ਕੇ ਚਲੇ ਜਾਂਦੇ ਨੇ। So that's what he has mentioned, and I completely love it. ਮੈਨੂੰ ਲੱਗਦਾ ਮੈਂ ਸਿੱਖਿਆ ਵੱਡਿਆਂ ਕੋਲੋਂ ਕਿ ਆਪਣੇ ਕਲਾਇੰਟਸ ਨੂੰ ਤੰਗ ਨਹੀਂ ਕਰਨਾ ਚਾਹੀਦਾ, ਫਾਲਤੂ ਦਾ ਐਟੀਟਿਊਡ ਨਹੀਂ ਦੇਣਾ ਚਾਹੀਦਾ। ਮਾਲਕ ਤਾਂ ਹੀ ਤੁਹਾਨੂੰ ਜ਼ਿਆਦਾ ਕੰਮ ਦਿੰਦਾ, ਜਦੋਂ ਤੁਸੀਂ ਐਪਰੀਸ਼ੀਏਟ ਕਰਦੇ ਹੋ ਉਹਨੂੰ, ਜਦੋਂ ਤੁਸੀਂ ਏਦਾਂ ਕਰਕੇ ਲੈਂਦੇ ਆ ਤੇ ਬਹੁਤ ਸਾਰਾ ਕੰਮ ਮਿਲਦਾ। ਜਦੋਂ ਤੁਸੀਂ ਐ ਕਰਕੇ ਲਓਗੇ ਤਾਂ ਕੰਮ, ਮੈਨੂੰ ਲੱਗਦਾ ਰੱਬ ਵੀ ਨਾਰਾਜ਼ ਹੋ ਜਾਂਦਾ, ਤੇ
ਕਿਉਂਕਿ ਸਾਡੇ ਵਾਸਤੇ ਰੈਗੂਲਰ ਸ਼ੋਜ਼ ਚੱਲ ਰਹੇ ਹੁੰਦੇ ਆ, ਪਰ ਜਿਹੜੇ ਕਲਾਇੰਟ ਲਈ ਅਸੀਂ ਪਰਫਾਰਮ ਕਰਨ ਗਏ ਆ ਉਹਦੇ ਲਈ ਉਹ ਬਹੁਤ ਵੱਡਾ ਦਿਨ ਹੁੰਦਾ, ਤੇ ਉਹਦੇ ਲਈ ਉਹ ਛੋਟੀ ਜੀ ਚੀਜ਼ ਕਰਕੇ ਅਗਲੇ ਨੂੰ ਤੰਗ ਕਰ ਦਈਏ ਤੇ ਫਿਰ ਮੈਨੂੰ ਲੱਗਦਾ ਬਹੁਤ ਬੁਰਾ। ਤੇ ਮੈਂ ਤਾਂ ਮੇਰੀ ਟੀਮ ਵੀ, ਮੇਰੇ ਨਾਲ ਦੇ ਜਿਹੜੇ ਮੁੰਡੇ ਆ, ਮਾਨਵ ਹੋ ਗਿਆ, ਰਿਤੁਰਾਜ ਹੋ ਗਿਆ, ਹਨਾ, ਆਯੂਸ਼ ਹੋ ਗਿਆ, ਇਹ ਮੁੰਡੇ ਵੀ, ਉਹਨਾਂ ਨੂੰ ਪਤਾ ਹੈ ਕਿ ਮੇਰੀ ਨੇਚਰ ਦਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਆਪਾਂ ਬਹੁਤ ਐਡਜਸਟ ਵੀ ਕਰ ਲੈਂਦੇ ਆ, ਕੋਈ ਬੜੀ ਪ੍ਰੋਬਲਮ ਕ੍ਰੀਏਟ ਕਰੀ ਦੀ ਨਹੀਂ। ਮੈਨੂੰ ਇਹ ਹੁੰਦਾ ਕਿ ਸਾਡੀ ਪਰਫਾਰਮੈਂਸ ਵਧੀਆ ਹੋਵੇ ਬਸ। Okay. Okay, so when we talk about Navraj Hans, I know that Navraj Hans is not just a personality, he is one of the hottest selling artists too. And I think this is the complete reason where he stands for it, and that's how he has taken so many shows. He's like always booked, always traveling here and there and there. Navraj, ਮੈਨੂੰ ਲੱਗਦਾ ਹੈ ਅੱਜ ਤੱਕ ਤੁਹਾਡਾ ਪਾਸਪੋਰਟ ਘੱਟ ਤੋਂ ਘੱਟ 5-6 ਵਾਰੀ ਫੁੱਲ ਹੋ ਚੁੱਕਿਆ ਹੋਣਾ ਹੈ, ਪਰ ਮੈਨੂੰ ਕੋਈ ਇਹੋ ਜਿਹਾ ਡੈਸਟੀਨੇਸ਼ਨ ਦੱਸੋ ਜਿਹੜੇ ਤੁਹਾਡੀ ਫੈਮਿਲੀ, ਤੁਹਾਡੇ ਫੈਨਸ ਨਾਲ ਮੈਂ ਸ਼ੇਅਰ ਕਰ ਸਕਾਂ, ਜਿਹੜਾ ਐਸੀ ਡੈਸਟੀਨੇਸ਼ਨ ਜਾ ਕੇ ਪਰਫਾਰਮ ਕੀਤਾ ਹੋਏ ਜਿਹੜੀ ਜਗ੍ਹਾ ਤੁਹਾਡੀ ਰੂਹ ਚ ਵਸ ਗਈ, ਤੁਹਾਨੂੰ ਐਵੇਂ ਲੱਗੇ ਕਿ ਯਾਰ ਮੈਂ ਘੁੰਮਣ ਆਵਾਂਗਾ ਤੇ ਇੱਥੇ ਥਾਂ ਤੇ ਆਵਾਂਗਾ ਆਪਣੇ ਪਰਿਵਾਰ ਨਾਲ। ਹਾਂ, ਮੈਂ ਦੱਸਦਾ, ਉਦਾਂ ਤਾਂ ਚਲੋ ਬਾਬਾ ਜੀ ਦੀ ਇੰਨੀ ਕਿਰਪਾ, ਹਰ ਜਗ੍ਹਾ ਤੇ ਜਾਈਦਾ, ਘੁੰਮੀ ਫਿਰੀਦਾ ਵੀ ਆ, ਪਰ ਇੱਕ ਮੇਰਾ ਸ਼ੋਅ ਸੀਗਾ ਮੌਂਟੇ ਕਾਰਲੋ, ਉਹ ਮੈਨੂੰ ਜਗ੍ਹਾ ਬਹੁਤ ਪਸੰਦ ਸੀਗੀ। ਉਹ ਫਿਲਮਾਂ ਦੇਖੀ ਸੀ, ਮੈਂ ਸੋਚਿਆ ਯਾਰ ਮੈਂ ਨਾ ਘੁੰਮੂੰਗਾ ਯਾਰ, ਇੰਜੋਏ ਕਰੂੰਗਾ ਥੋੜਾ ਜਿਹਾ ਜਾਂ ਜਾ ਕੇ ਉੱਧਰ। ਤੇ ਅਨਫੋਰਚੂਨੇਟਲੀ ਮੇਰੇ ਬੈਂਡ ਦੇ ਵੀਜ਼ੇ ਨਹੀਂ ਲੱਗਣ ਡਏ ਸੀਗੇ, ਤੇ ਉਹ ਇੱਕਦਮ ਥੋੜਾ ਜਿਹਾ ਪ੍ਰੋਬਲਮ ਹੋ ਗਈ, ਤੇ ਮੈਂ ਤਾਂ ਖੈਰ ਚਲਾ ਗਿਆ ਸੀਗਾ, ਨਵੇਂ ਮੁੰਡੇ ਜਾਣੇ ਪਏ, ਨਵੀਂ ਟੀਮ ਲੈ ਕੇ, 3 ਮੁੰਡਿਆਂ ਨਾਲ ਸ਼ੋਅ ਕੀਤਾ ਸੀ, ਮੈਨੂੰ ਯਾਦ ਹੈ। ਤੇ ਮੈਂ ਉਤਰਿਆ ਜਦੋਂ ਨਾ ਗੱਡੀ ਚੋਂ, ਤਾਂ ਮੈਨੂੰ ਲੱਗਾ ਫਲਾਈਟ ਚੋਂ, ਮੈਂ ਕਿਹਾ ਹੁਣ ਘੁੰਮਦੇ ਆ ਯਾਰ, ਥੋੜਾ ਟਾਈਮ ਹੈਗਾ, 4-5 ਘੰਟੇ ਸੀਗੇ ਮੇਰੇ ਕੋਲ। ਪਰ ਜਦੋਂ ਮੈਂ ਉੱਥੇ ਹੋਟਲ ਪਹੁੰਚਿਆ ਤੇ ਮੈਨੂੰ ਮੈਸੇਜ ਆ ਗਿਆ ਕਿ ਭਾਜੀ ਥੋੜਾ ਸਾਊਂਡ ਚੈੱਕ ਜਲਦੀ ਕਰਨਾ ਪੜੇਗਾ। ਤੇ ਮੈਨੂੰ ਇਹ ਵੀ ਸੀਗਾ ਕਿ ਮੁੰਡੇ ਨਵੇਂ ਸੀਗੇ, ਰਿਹਰਸਲ ਵੀ ਉੱਥੇ ਕਰਨੀ ਸੀ ਅਸੀਂ। ਹੁਣ ਸਾਊਂਡ ਚੈੱਕ ਤੇ ਰਿਹਰਸਲ ਕੀਤੀ, ਸ਼ੋਅ ਇੰਨਾ ਵੱਡਾ ਸੀਗਾ, ਜਿਹੜੀ ਟੀਮ ਸਾਨੂੰ ਇੱਥੋਂ ਲੈ ਕੇ ਗਈ ਸੀ, ਮੈਂ ਕਿਹਾ ਯਾਰ ਉਹਨਾਂ ਦੀ ਪਿੱਠ ਨਹੀਂ ਲੱਗਣੀ ਚਾਹੀਦੀ, ਆਪਣਾ ਵੀ ਨਾਮ ਹੈ, ਨਹੀਂ ਹੋਣਾ ਚਾਹੀਦਾ ਏਦਾਂ। ਅਸੀਂ ਰਿਹਰਸਲ ਕੀਤੀ, 2 ਘੰਟੇ ਉੱਥੇ ਲੱਗ ਗਏ। मैं वापस आया होटल, मैंने कहते जी आधे घंटे में आप रेडी होके वापस आ जाओगे, आधे घंटे में। मैं क्या हाँ मैं कहड़ा कुड़ी है यार, मैं आ जाऊंगा। मेरे वर्गा मेकअप थोड़ी कर दूसरी जेड़ा 1 घंटा लग जाऊगा। हां पर दवा मैं गया ते शावर लेके रेडी होके पहुंच गया। मैं कहा शो तो बाद घूमांगे, शो तो बाद जो देखा तो बंद सारा कुछ, दुकानां दुकानां सारियां बंद। ते मैं फिर ना बहुत गुस्सा चढ़ गया मैनू भी, मैं यार एडी दूर आया ते मैं करा की हुण, किधर जावां। फिर मैं सारा गुस्सा ना ਇੰਨਾ ਬੜਾ ਖਾਣਾ ਮੰਗਾ ਲਿਆ, ਤੇ ਬਸ ਜਦ ਤੱਕ ਮੈਂ ਥੱਕ ਨਹੀਂ ਗਿਆ ਮੈਂ ਖਾਈ ਗਿਆ। ਉੱਥੇ ਮੈਂ ਦੁਬਾਰਾ ਜਾਣਾ ਇੱਕ ਵਾਰੀ ਮੌਂਟੇ ਕਾਰਲੋ। ਅੱਛਾ ਮੈਂ ਤੁਹਾਨੂੰ ਦੱਸਦੀ ਹਾਂ, there is this movie called Monte Carlo, that's Selena Gomez movie. I would like you to watch it, ਬਹੁਤ ਵਧੀਆ movie ਹੈ ਉਹ। ਤੇ next time you can after this COVID-19 situation end, ਸਭ ਤੋਂ ਪਹਿਲਾਂ ਪਾਸਪੋਰਟ ਤੇ ਵੀਜ਼ਾ ਲਵਾਓ, ਮੌਂਟੇ ਕਾਰਲੋ ਤੇ ਪਹੁੰਚ ਜਾਣਾ। ਮੈਨੂੰ ਇਹ ਲੱਗਦਾ ਨਾ ਤੁਹਾਡੇ ਦਿਲ 'ਚ ਕੋਈ ਇੱਛਾ ਬਹਿ ਨਹੀਂ ਜਾਣੀ ਚਾਹੀਦੀ। You should always live for what you are dying to do, ਮਤਲਬ ਜਿਹੜੀ ਚੀਜ਼ ਤੁਸੀਂ ਕਰਨਾ ਚਾਹੁੰਦੇ ਹੋ ਉਹ ਕਰ ਦਿਓ ਕਰਕੇ। ਬਸ ਹੁਣ ਤਾਂ ਲੋਕਡਾਊਨ ਤੋਂ ਬਾਅਦ ਬਹੁਤ ਕੁਝ ਕਰਨਾ ਚਾਹੁੰਦਾ ਮੈਂ, ਬਸ ਇੱਕ ਵਾਰੀ ਖਤਮ ਹੋਵੇ ਨਾ ਤੇ ਬਹੁਤ ਕੁਝ। ਲੋਕਡਾਊਨ ਵਾਲੀ ਗੱਲ ਤੋਂ ਮੈਨੂੰ ਯਾਦ ਆਇਆ, ਸਾਡੇ ਵਰਗੇ ਖੁੱਲੇ ਪੰਛੀ, ਆਰਟਿਸਟ ਵੀ ਟਰੈਵਲ, ਕਦੇ ਸਵੇਰੇ ਇਸ ਸਿਟੀ 'ਚ ਹੈਗੇ ਨੇ, ਸ਼ਾਮ ਤੱਕ ਪਹੁੰਚਦੇ ਬੰਦੇ ਕਿਸੇ ਹੋਰ ਸਿਟੀ ਪਹੁੰਚ ਜਾਂਦੇ ਆ, ਉਹਦੇ ਵਿਚਕਾਰ ਕਿਸੇ ਹੋਰ ਸਿਟੀ ਟਰੈਵਲ ਕਰ ਲੈਂਦੇ ਆ। ਇਹ ਲੋਕਡਾਊਨ 'ਚ ਅੰਦਰ ਬੰਨ ਕੇ ਬਹਿਣਾ, ਹਾਊ ਇਜ਼ ਇਟ ਟਰਬਲਿੰਗ ਯੂ? ਤੁਹਾਨੂੰ ਵੀ ਉਹੀ ਸਾਰੀ ਪ੍ਰੋਬਲਮ ਹੋ ਰਹੀ ਜਿਹੜੀ ਮੈਨੂੰ ਹੁੰਦੀ ਪਈ ਹੈ, ਔਰ ਇਜ਼ ਇਟ ਲਾਈਕ ਟਰਬਲ ਤਾਂ ਹੁੰਦੀ ਹੈ ਨੈਚੁਰਲੀ, ਜਦੋਂ ਤੁਸੀਂ ਬਹੁਤ ਜ਼ਿਆਦਾ ਤੁਹਾਨੂੰ ਟਰੈਵਲ ਦੀ ਆਦਤ ਪੈ ਜਾਂਦੀ ਹੈ, ਜਦੋਂ ਤੁਸੀਂ ਹਰ ਰੋਜ਼ ਕਿਤੇ ਨਾ ਕਿਤੇ ਟਰੈਵਲ ਕਰ ਰਹੇ ਆ, ਹਨਾ, ਤੇ ਉਸ ਤੋਂ ਬਾਅਦ ਤੁਹਾਨੂੰ ਘਰੇ ਬਹਿਣਾ ਪਵੇ, ਥੋੜਾ ਮੁਸ਼ਕਿਲ ਤਾਂ ਲੱਗਦਾ ਹੀ ਆ। ਮੈਨੂੰ ਪਹਿਲੇ 5-7 ਦਿਨ ਏਦਾਂ ਲੱਗਾ ਕਿ ਯਾਰ ਪਤਾ ਨਹੀਂ ਕੀ ਹੋ ਜਾਊਗਾ ਯਾਰ, ਹੁਣ ਕੀ ਹੋ ਗਿਆ ਯਾਰ, ਬਾਅਦ ਜਦੋਂ ਟੀਵੀ ਲਾਈਦਾ ਸੀ 5 ਦਿਨ ਵੱਧ ਗਏ, 10 ਦਿਨ ਵੱਧ ਗਏ, 15 ਦਿਨ ਵੱਧ ਗਏ। ਮੈਂ ਕਿਹਾ ਹੁਣ ਆਰਾਮ ਨਾਲ ਸੌਂਦੇ ਯਾਰ, ਟੈਨਸ਼ਨ ਨਹੀਂ ਕੋਈ। ਮੈਂ ਬਾਜਾ ਖੋਲ ਲੈਂਦਾ ਸੀ, ਮੈਂ ਰਿਆਜ਼ ਕੀਤਾ ਤੇ ਨਵੀਆਂ ਫਿਲਮਾਂ ਦੇਖੀਆਂ, ਤੇ ਬਸ ਇੱਦਾਂ ਟਾਈਮ ਕੱਢ ਲਿਆ। ਔਖਾ ਤਾਂ ਹੁੰਦਾ ਹੀ ਆ, ਬਟ you gotta live with it man, you can't do nothing about it ਤੁਹਾਨੂੰ, ਕਿਉਂਕਿ ਜੇ ਮੇਰੇ ਇਕੱਲੇ ਨਾਲ ਹੋ ਰਿਹਾ ਹੁੰਦਾ ਫਿਰ ਤਾਂ ਮੈਨੂੰ ਇਦਾਂ ਲੱਗਦਾ ਕਿ shit man, why is it happening to me, ਬਟ ਹੁਣ ਸਾਰੀ ਦੁਨੀਆ ਨਾਲ ਹੀ ਹੋ ਰਿਹਾ। ਮੈਂ ਤਾਂ ਸਗੋਂ ਪ੍ਰੇ ਕਰਦਾ ਕਿ ਸਾਰਿਆਂ ਜਲਦੀ ਠੀਕ ਹੋ ਜਾਵੇ ਤੇ ਅਸੀਂ ਬਾਹਰ ਨਿਕਲੀਏ ਤੇ ਬਸ ਫਟਾਫਟ ਸਟੇਜ ਤੇ ਜਾਈਏ। ਤੇ ਰੌਲਾ ਪਾਣਾ ਮਤਲਬ ਮੈਂ ਤਾਂ ਮੇਰਾ ਐਂਡ ਦਿਲ ਕਰਦਾ ਪਿਆ ਮੈਨੂੰ ਇੱਕ ਵਾਰੀ ਸਟੇਜ ਮਿਲ ਜਾਏ, ਮੈਂ ਤੇ ਪਹਿਲੇ ਸਟੇਜ ਚੁੰਮਾਂਗੀ, ਫਿਰ ਉਸ ਤੋਂ ਬਾਅਦ ਸਟੇਜ ਤੋੜਨਾ ਨਹੀਂ, ਸਟੇਜ ਨੱਚ ਕੇ ਸਟੇਜ ਤੋੜਨਾ ਨਹੀਂ ਹੈ। I'll be like, ਮੈਂ ਤੇ ਸਟੇਜ ਨੂੰ I'll touch
I'll worship it because it is the place where we love ਆਫ to ਕੋਰਸ be ਯਾਰ, at. ਆਫ ਕੋਰਸ, Okay, ਮੈਨੂੰ so now ਮੈਨੂੰ ਵੀ ਇਦਾਂ ਹੀ you ਲੱਗਦਾ ਕਿ Hanji, Hanji. ਮੈਨੂੰ ਵੀ ਇਦਾਂ ਹੀ ਲੱਗਦਾ ਕਿ ਮੈਂ ਜਿਹੜਾ ਹੁਣ ਸ਼ੋਅ ਹੋਊਗਾ ਮੇਰਾ ਨੈਕਸਟ, ਮੈਂ ਵੀ 5-6 ਘੰਟੇ ਗਾਊਂਗਾ। ਮੈਨੂੰ ਇੰਨਾ ਉਹ ਹੋਇਆ ਪਿਆ ਨਾ ਕਿ ਮੈਨੂੰ ਬਸ ਫਟਾਫਟ ਲੈ ਜਾਵੇ। ਹਾਂ, ਯੂ ਵਰ ਅਬਾਊਟ ਟੂ ਸੇ ਸਮਥਿੰਗ। ਤੇ ਮੈਨੂੰ ਇੰਜ ਲੱਗਦਾ ਪਿਆ ਮੈਂ ਸਿੰਗਰ ਨੂੰ ਸ਼ਾਇਦ ਗਾ ਨਹੀਂ ਨਾ ਦਵਾਂ, ਉਹਦਾ ਇੰਨਾ ਲੰਬਾ ਇੰਟਰੋਡਕਸ਼ਨ ਬੋਲਾਂਗੀ ਨਾ ਕਿ ਮੇਰੀ ਪੜਾਸ ਨਿਕਲ ਜਾਏ। ਪਹਿਲੇ ਹੀ ਭੱਜ ਜਵੇ। No, just kidding. वाहिगुरु करे नो, फटाफट सब ठीक हो यस जाए. यस 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 यस। Okay, so Navraj, if we talk about us, like us, ਅੱਜ ਤੋਂ ਮੈਨੂੰ ਲੱਗਦਾ 3-4 ਸਾਲ ਪਹਿਲੇ ਆਪਾਂ ਡੀਜੇ ਐਲੈਕਸ ਮੁੰਬਈ ਦਾ ਗੋਆ ਸ਼ੋਅ ਕੀਤਾ, ਪਹਿਲਾ ਸ਼ੋਅ ਕੀਤਾ, Yes, ਫਿਰ ਹਰਪ੍ਰੀਤ yes. ਨਾਲ ਆਪਾਂ ਦਿੱਲੀ ਮੋਰੇ ਮੁਗਲ ਸ਼ੈਰਟਨ ਕੀਤਾ, ਫਿਰ ਹੁਣੇ ਰੀਸੈਂਟਲੀ ਅਸੀਂ ਨਾਲ ਟਰੈਵਲ ਕੀਤਾ ਕਾਨਪੁਰ, ਜਿਹੜੀ ਇਕਲੌਤੀ ਫਲਾਈਟ ਜਾਂਦੀ ਹੈ ਕਾਨਪੁਰ, I don't know how we settled. ਯਸ ਯਸ, ਉਹ ਨਿੱਕਾ ਜਿਹਾ ਜਹਾਜ਼ ਜਿਹੜਾ ਨਾ। ਹਾਂ, ਇੰਨੀ ਜੀ ਹਾਂ ਫਲਾਈਟ ਤੇ ਇੰਨੀ ਫਲਾਈਟ ਚ ਫਿੱਟ ਹੋ ਕੇ ਆਪਾਂ ਚਲੇ ਗਏ ਸ਼ੋਅ ਕਰਨ, ਸਾਰੀ ਇੰਡੀਆ ਸਾਰਾ ਗਲੋਬ ਟ੍ਰੋਟਲ ਕਰਨ ਤੋਂ ਬਾਵਜੂਦ ਵੀ ਇੱਕ ਸਵਾਲ which completely suits a personality of 6 feet. You know, मैं जब ਤੁਹਾਡੇ ਬਾਰੇ ਵਿਕੀਪੀਡੀਆ ਕਰਦੀ ਪਈ ਸੀ ਨਾ, ਉੱਥੇ ਲਿਖਿਆ ਸੀ he is a 6 feet tall man. ਮੈਂ ਕਿਹਾ ਮੈਂ ਆਪ ਦੇਖਿਆ ਕੱਲ ਮੈਨੂੰ ਦੱਸਦੇ ਪਏ ਨੇ, but you know, there is one thing. You have been a contract killer in one of the Punjabi movies, Punjabiyan the King, if I'm not wrong, right? all ਰੋਲ ਜ਼ਿਆਦਾ ਪਸੰਦ ਆਇਆ ਸੀਗਾ ਜਾਂ ਐਜ਼ ਅ ਹੈਰੀ ਯੂ ਪਰਫਾਰਮਡ ਇਨ ਅਦਰ ਮੂਵੀ, ਮਤਲਬ ਕਿਹੋ ਜਿਹੇ ਰੋਲਸ ਕਰਨੇ ਤੁਹਾਨੂੰ ਪਸੰਦ ਆਏ? ਯੂ ਡਨ ਮੂਵੀਜ਼ ਐਸ ਵੈਲ। ਦੇਖੋ, ਕੰਮ ਕਰਨਾ ਮੈਨੂੰ ਸਾਰਾ ਹੀ ਬਹੁਤ ਪਸੰਦ ਆ। ਮੈਨੂੰ ਪੰਜਾਬੀਆਂ ਦਾ ਕਿੰਗ ਸ਼ੂਟ ਕਰਨ ਵੇਲੇ ਬਹੁਤ ਮਜ਼ਾ ਆਇਆ ਸੀਗਾ। ਵੀ ਹੈਡ ਸੋ ਮਚ ਫਨ, ਕਿਉਂਕਿ ਉਦੋਂ ਨਵਾਂ ਚੀਜ਼ਾਂ ਸਟਾਰਟ ਹੋਈਆਂ ਸੀਗੀਆਂ ਤੇ ਐਵਰੀਬਾਡੀ ਵਾਸ ਸੋ ਐਕਸਾਈਟਿਡ, ਤੇ ਮੈਨੂੰ ਐਕਸ਼ਨ ਕਰਨ ਦਾ ਬੜਾ ਮੈਨੂੰ ਸ਼ੌਂਕ ਸੀਗਾ, ਤੇ ਉਹ 'ਚ ਥੋੜਾ ਜਿਹਾ ਐਕਸ਼ਨ ਵੀ ਸੀਗਾ, ਕੁੱਟਮਾਰ। ਜਿੱਦਾਂ ਮੈਂ ਦੇਖਦਾ ਸੀਗਾ ਸਨੀ ਭਾਈ ਦੀਆਂ ਫਿਲਮਾਂ ਨਾ, 25-25 ਬੰਦੇ ਨੂੰ ਚੱਕ ਕੇ ਮਾਰੀ ਜਾਂਦੇ ਆ, ਤੇ ਉਹਦੇ 'ਚ ਮੇਰਾ ਵੀ ਇੱਕ ਸੀਨ ਸੀਗਾ ਕਿ ਉਹ ਬੰਦੇ ਨੂੰ ਕੁੱਟਦਾ, ਉਹ ਮੈਨੂੰ ਬੜਾ ਮਜ਼ਾ ਆਉਂਦਾ ਸੀ ਉਹ ਇਦਾਂ ਦੀ ਚੀਜ਼ਾਂ ਕਰਨ ਦਾ ਨਾ। ਬਟ ਹਾਂ, ਜਿਹੜੀ ਹੈਰੀ ਕੈਨੇਡਾ ਦੀ ਫਲਾਈਟ ਜਿਹੜੀ ਤੁਸੀਂ ਗੱਲ ਕਰਦੇ ਆ, ਉਹ ਤਾਂ ਬਹੁਤ ਜ਼ਿਆਦਾ ਮਜ਼ਾ ਆਇਆ ਸੀਗਾ ਕਿਉਂਕਿ ਮੀ ਐਂਡ ਯੁਵਰਾਜ ਵਰ ਟੁਗੇਦਰ ਇਨ ਦੈਟ ਫਿਲਮ। ਤੇ ਮੈਂ ਤੇ ਯੁਵਰਾਜ ਜਦੋਂ ਅਸੀਂ ਸੈੱਟ ਤੇ ਹੁੰਦੇ ਇਕੱਠੇ ਆ, ਕੋਈ ਵੀ ਗਾਣੇ ਦਾ ਸ਼ੂਟ ਹੋਵੇ ਜਾਂ ਵੀ ਹੈਵ ਸੋ ਮਚ ਫਨ ਮੈਨ, ਮੈਂ ਆਈ ਕਾਂਟ ਇਵਨ ਟੈਲ ਯੂ ਕਿ ਕਿੰਨਾ ਫਨ ਕਰੀਦਾ ਸੀ। ਉਹ ਬਹੁਤ ਵੱਡਾ ਪ੍ਰੈਂਕਸਟਰ ਆ ਯੁਵਰਾਜ, ਉਹ ਹੈਗੇ ਨੇ, ਮੈਂ ਆਪਣੀ ਸਨੈਪਚੈਟ ਸਟੋਰੀਜ਼ ਰੋਜ਼ ਫੋਲੋ ਕਰਦੀ ਆ। ਬਹੁਤ ਤਗੜਾ ਸ਼ਰਾਰਤੀ ਆ ਉਹ। ਮੈਨੂੰ ਨਾ ਇੱਕ ਸਵਾਲ, ਮੈਂ ਤੁਹਾਨੂੰ ਤੁਸੀਂ ਜਾਣਦੇ ਹੋ ਮੇਰੇ ਵਰਗੀ ਖੁਰਾਫਾਤੀ ਐਂਕਰ ਵੀ ਨਹੀਂ ਕਿਤੇ ਲੱਭਣੀ ਜਿਹਨੂੰ ਇਹੋ ਜਿਹੇ ਗੰਦੇ ਸਵਾਲ ਦਿਮਾਗ 'ਚ ਆਉਂਦੇ ਨੇ ਨਾ, ਆਈ ਵਾਂਟ ਟੂ ਬਰਸਟ ਇਟ ਆਊਟ। ਮੈਂ ਇੱਕ ਸਵਾਲ ਪੁੱਛਣਾ ਸੀ, ਲਾਈਕ ਯੋਰ ਫਾਦਰ is like a godfather to the industry, right? ਤੇ ਉਹਨਾਂ ਨੇ, ਉਹ ਹਮੇਸ਼ਾ ਇੰਨੇ ਬਿਜ਼ੀ ਰਹਿੰਦੇ ਸੀਗੇ, ਉਹਨਾਂ ਨੇ ਤੁਹਾਨੂੰ ਪ੍ਰੋਪਰ ਟਾਈਮ ਦਿੱਤਾ ਹੈ like a father gives to their children, ਔਰ ਜਾਂ ਉਹ ਜ਼ਿਆਦਾਤਰ ਬਿਜ਼ੀ ਹੁੰਦੇ ਸੀ ਤੇ ਥੋੜਾ ਬਹੁਤ ਜਿਹੜਾ ਟਾਈਮ ਮਿਲਦਾ ਸੀ ਤੁਸੀਂ ਦੋ ਐਡਜਸਟ ਕਰ ਲੈਂਦੇ ਸੀ? ਐਕਚੁਅਲੀ ਜਦੋਂ ਮੈਂ ਬਹੁਤ ਜ਼ਿਆਦਾ ਛੋਟਾ ਸੀਗਾ, ਜਦੋਂ ਮੈਂ ਜਿੱਦਾਂ ਅਸੀਂ ਪਿੰਡ ਰਹਿੰਦੇ ਸੀ, ਜਦੋਂ ਬਹੁਤ ਜ਼ਿਆਦਾ ਛੋਟਾ ਸੀ, ਉਦੋਂ ਉਹ ਇੰਨੇ ਬਿਜ਼ੀ ਨਹੀਂ ਸੀਗੇ। ਬਹੁਤ ਜ਼ਿਆਦਾ ਜਦੋਂ ਛੋਟਾ ਸੀ ਮੈਨੂੰ ਯਾਦ ਹੈ 5-7 ਸਾਲ ਤਾਈਂ ਤਾਂ ਮੈਨੂੰ ਨਾਲ ਲੈ ਕੇ ਜਾਂਦੇ ਵੀ ਸੀ। ਉਹਨਾਂ ਕੋਲ ਸਕੂਟਰ ਹੁੰਦਾ ਸੀ, ਇੱਕ ਸਕੂਟਰ, ਤੇ ਅਸੀਂ ਸਕੂਟਰ ਤੇ ਮੈਨੂੰ ਅੱਗੇ ਬਿਠਾ ਕੇ ਲੈ ਜਾਂਦੇ ਹੁੰਦੇ ਸੀ ਕਈ ਵਾਰੀ ਘੁਮਾਉਣ ਲਈ ਨਾ ਪਿੰਡੋਂ। ਮੈਂ ਇੱਕ ਉੱਥੇ ਸਾਡੇ ਜਲੰਧਰ 'ਚ ਇੱਕ ਚੌਂਕ ਆ, ਡਾਕਟਰ ਅੰਬੇਡਕਰ ਚੌਂਕ, ਸਾਡੇ ਜਲੰਧਰ 'ਚ, ਤੇ ਨਾ ਮੈਂ ਪਿੰਡੋਂ ਲੈ ਕੇ ਆਉਂਦਾ ਹੁੰਦਾ ਸੀ 15 ਕਿਲੋਮੀਟਰ 12 ਕਿਲੋਮੀਟਰ ਤੋਂ, ਮੈਨੂੰ ਚੌਂਕ ਦਿਖਾ ਕੇ ਲਿਆਓ। ਤੇ ਉਹ ਹੀ ਯੂਜ਼ਡ ਟੂ ਟੇਕ ਮੀ देयर ਐਂਡ ਉਹ ਰਾਉਂਡ ਅਬਾਊਟ ਦੇ 2-3 ਗੇੜੇ ਕਢਾ ਕੇ ਦੈਨ ਹੀ ਵਿਲ ਟੇਕ ਮੀ। ਉਹ ਬੜਾ, ਜਦੋਂ ਉਹਨਾਂ ਕੋਲ ਟਾਈਮ ਹੁੰਦਾ ਸੀ ਹੀ ਯੂਜ਼ਡ ਟੂ ਸਪੈਂਡ ਵਿਦ ਅਸ। ਤੇ ਜਦੋਂ ਥੋੜੇ ਜਿਹੇ ਅਸੀਂ ਵੱਡੇ ਹੋਏ ਆ, ਜਦੋਂ ਅਸੀਂ ਥੋੜੀ ਜਿਹੀ ਮੈਨੂੰ ਹੋਸ਼ ਆਈ ਆ, ਤੇ ਉਦੋਂ ਮੈਨੂੰ ਲੱਗਦਾ ਕਿ ਉਦੋਂ ਸੁਪਰਸਟਾਰ ਬਣ ਚੁੱਕੇ ਸੀਗੇ, ਜਿੱਦਾਂ ਬਹੁਤ ਬਿਜ਼ੀ ਹੋ ਗਏ। ਫਿਰ ਮੈਂ ਕ੍ਰਿਕਟ ਖੇਡਣ ਲੱਗ ਪਿਆ, ਫਿਰ ਮੈਨੂੰ ਉਦਾਂ ਹੀ ਆਪਣਾ ਹੀ ਸਿਸਟਮ ਜਿਹਾ ਸੈੱਟ ਹੋ ਜਾਂਦਾ, ਬੰਦਾ ਇੱਧਰ ਜਾਂਦਾ ਉੱਧਰ ਜਾਂਦਾ। ਟੀਨੇਜ 'ਚ ਤੁਹਾਨੂੰ ਪਤਾ ਹੀ ਆ ਕਿੱਦਾਂ ਹੁੰਦਾ, ਬੰਦਾ ਕਹਿੰਦਾ ਭੱਜ ਜਾਓ ਬਸ ਘਰੋਂ, ਸਵੇਰੇ ਜੰਨ ਲਾ ਕੇ ਭੱਜ ਜਾਓ ਇੱਧਰ ਉੱਧਰ। ਫਿਰ ਜਦੋਂ ਮੈਂ ਗਾਉਣ ਲੱਗਾ, ਫਿਰ ਬਸ ਫਿਰ ਜੁੱਤੀ ਬ੍ਰੇਕ ਸ਼ੁਰੂ ਹੋਈ ਮੇਰੀ। ਮੈਨੂੰ ਲੱਗਦਾ ਇੱਕ ਨਵੀਂ ਜ਼ਿੰਦਗੀ 'ਚ ਕਦਮ ਧਰਤਾ ਸੀ ਤੁਸੀਂ। That's how a new began. ਬਸ ਉੱਥੋਂ ਕਲਾਸ ਲੱਗਣੀ ਸ਼ੁਰੂ ਹੋਈ ਮੇਰੀ ਫਿਰ ਚੰਗੀ ਤਰ੍ਹਾਂ। ਕਲਾਸ ਹੀ ਲੱਗਣੀ ਸ਼ੁਰੂ ਹੋ ਗਈ। ਹਾਂ ਮਤਲਬ ਜਦੋਂ ਤਾਈਂ ਮੈਂ ਸਿੱਖਦਾ ਨਹੀਂ ਸੀ ਨਾ, ਉਦੋਂ ਤਾਈਂ ਤਾਂ ਠੀਕ ਸੀਗਾ, ਸਾਰਾ ਕੁਝ ਚੱਲੀ ਜਾਂਦਾ ਸੀਗਾ ਵੀ ਠੀਕ ਹੈ, ਕੋਈ ਗੱਲ ਨਹੀਂ, ਮੁੰਡੇ ਚਿੱਲ ਕਰਦੇ ਆ, ਕੋਈ ਨਾ, ਇੰਜੋਏ ਕਰੋ, ਜਿੱਥੇ ਜਾਣਾ ਕੋਈ ਚੱਕਰ ਨਹੀਂ। ਜਦੋਂ ਮੈਂ ਗਾਣਾ ਗਾਉਣ ਲੱਗ ਪਿਆ ਨਾ, ਓਹੋ, ਉਦੋਂ ਮੈਨੂੰ ਲੱਗਾ ਕਿ ਯਾਰ ਆਹ ਕੀ ਕਰ ਲਿਆ ਮੈਂ, ਆਹ ਕਿੱਥੇ ਆ ਗਿਆ ਮੈਂ, ਕਿੱਥੇ ਫਸ ਗਿਆ ਭਰਾਵਾ। ਇੰਨਾ ਮੁਸ਼ਕਿਲ ਸੀ ਨਾ ਉਹ ਮੇਰਾ ਟਾਈਮ, ਕਿਉਂਕਿ when it comes to music he is very strict, very strict. Okay. Otherwise he's the coolest dad on the planet, coolest. He absolutely
is. I have done ਬਸ shows with him and I feel blessed ਕਿ ਮੈਨੂੰ ਮੌਕਾ ਮਿਲਿਆ ਉਹਨਾਂ ਨਾਲ perform ਕਰਨ ਦਾ ਕਦੀ ਜ਼ਿੰਦਗੀ 'ਚ। ਅੱਛਾ ਮੈਂ ਇੱਕ ਗੱਲ ਪੁੱਛਣੀ ਸੀ ਨਵਰਾਜ, like you have become a singer, you've become an entrepreneur, you've become a sportsman, that's great, ਪਰ ਜੇ ਤੁਸੀਂ singer ਨਹੀਂ ਬਣਦੇ ਹਮ, ਤਾਂ ਤੁਸੀਂ ਕੀ ਬਣਨਾ ਚਾਹੁੰਦੇ ਸੀ? You wanted to be a professional or a doctor, engineer, what ਡਾਕਟਰ would you ਉਹ ਡਾਕਟਰ ਪਤਾ ਨਹੀਂ ਕਿੱਦਾਂ ਪੜ੍ਹਾਈ ਕੀਤੀ। handwriting? You remember your handwriting? ਹਾਂ ਹੈਂਡ ਰਾਈਟਿੰਗ ਇਜ਼ ਮੇਰੀ ਹੈਂਡ ਰਾਈਟਿੰਗ ਤਾਂ ਕਿਆ ਹੀ ਬਾਤ ਹੈ। ਮਤਲਬ ਇੱਕ ਵਾਰੀ ਡੈਡੀ ਜੀ ਦੇ ਸਾਹਮਣੇ ਮੈਂ ਲਿਖਤਾ ਤੇ ਮੈਨੂੰ ਯਾਦ ਆ ਉਹਨਾਂ ਨੇ ਕੁਝ ਕਿਹਾ ਮੈਨੂੰ ਆ ਨੋਟ ਕਰ ਓਏ ਜਲਦੀ ਜਲਦੀ, ਤੇ ਮੈਂ ਕੁਝ ਦਾ ਨੋਟ ਕਰ ਰਿਹਾ ਸੀ ਤੇ ਉਹ ਤੇਰੀ ਇੰਨੀ ਗੰਦੀ ਹੈਂਡ ਰਾਈਟਿੰਗ ਉਹਨਾਂ ਨੇ ਦੇਖੀ। ਹੀ ਵਾਸ ਲਾਈਕ ਹੀ ਵਾਸ ਸ਼ੌਕਡ ਕਿ ਯਾਰ ਮੇਰੇ ਮੁੰਡੇ ਦੀ ਇੰਨੀ ਗੰਦੀ ਹੈਂਡ ਰਾਈਟਿੰਗ। ਤੇ ਡੈਡੀ ਜੀ ਦੀ ਹੈਂਡ ਰਾਈਟਿੰਗ ਇੰਨੀ ਸੋਹਣੀ ਹੈ ਜਿੱਦਾਂ 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 ਮੋਤੀ ਨਹੀਂ ਪਰੋਏ ਹੁੰਦੇ। ਹਾਂਜੀ ਹਾਂਜੀ ਵੈਨ ਹੀ ਰਾਈਟਸ ਪੰਜਾਬੀ ਔਰ ਇੰਗਲਿਸ਼ ਕੋਈ ਵੀ ਜਿਹੜੀ ਜ਼ੁਬਾਨ ਤੇ ਉਹਨਾਂ ਦੀ ਪਕੜ ਹੈ ਨਾ ਉਹ ਐਸੀ ਲਿਖਦੇ ਆ ਨਾ ਉਹ ਕਿ ਬਹੁਤ ਕਮਾਲ। ਤੇ ਮੈਂ ਟੋਟਲੀ ਕੰਟਰਾਸਟ, ਮੈਂ ਕਿਹਾ ਇਹ ਕੀ ਹੋ ਗਿਆ ਯਾਰ ਮੈਨੂੰ, ਮੈਂ ਤਾਂ ਮੇਰੇ ਹੱਥ ਐ ਕਰੀ ਜਾਣ ਕਿ ਯਾਰ ਹੁਣ ਮੈਂ ਕੀ ਲਿਖਾਂ। ਤੇ ਬਸ ਯਾਰ ਡਾਕਟਰ ਤਾਂ ਬਣਨਾ ਨਹੀਂ ਸੀਗਾ ਮੈਂ ਕਦੀ, ਮੈਂ ਸੋਚ ਵੀ ਨਹੀਂ ਸਕਦਾ ਸੀਗਾ। ਘਰ ਦੇ ਮੇਰੀ ਮੰਮੀ ਕਹਿੰਦੀ ਹੁੰਦੀ ਸੀ IAS ਬਣਾ ਦੇ ਉਹਨੂੰ, ਇਹਨੇ ਉਹ ਸੋਚੋ ਮੇਰੇ ਵਰਗੇ ਬੱਚੇ ਨੂੰ IAS। ਨਹੀਂ ਯਾਰ 6 ਫੀਟ ਹਾਈਟ ਹੈਗੀ ਹੈ, IAS IPS IAS ਉਹ ਕੁਝ ਤਾਂ ਯਾਰ ਬਣਨਾ IAS ਪੜ੍ਹਨ ਲਈ IAS ਬਣਨ ਲਈ ਨਾ ਬੜੀ ਮਿਹਨਤ ਕਰਨੀ, ਪੜ੍ਹਾਈ ਬਹੁਤ ਜ਼ਰੂਰੀ ਹੈ ਨਾ। ਹੁਣ ਜਿਹੜੇ ਜਿੰਨੇ ਵੀ ਵੱਡੇ ਵੱਡੇ ਆਫਿਸਰ ਸਾਡੇ ਦੇਸ਼ 'ਚ ਕਰ ਰਹੇ ਕੰਮ, ਜੌਬਸ ਕਰ ਰਹੇ ਆ ਜਾਂ ਸਾਡੇ ਦੇਸ਼ ਨੂੰ ਚਲਾ ਰਹੇ ਬਿਊਰੋਕਰੇਟਸ ਜਿੰਨੇ ਵੀ, ਉਹ ਬਹੁਤ ਜ਼ਿਆਦਾ ਪੜ੍ਹ ਲਿਖ ਕੇ ਉੱਥੇ ਪਹੁੰਚਦੇ ਆ ਨਾ। ਤੇ ਮੈਨੂੰ ਆਦਤ ਪਈ ਹੋਈ ਸੀ ਨਕਲ ਮਾਰਨ ਦੀ, ਚੀਟਿੰਗ ਕਰਨ ਦੀ। ਸਾਨੂੰ ਤਾਂ ਉਹ ਅਗਲੇ ਤੋਂ ਪੁੱਛ ਕੇ ਲਿਖੀ ਜਾਣਾ। ਤੇ ਹੁਣ ਘਰਦਿਆਂ ਨੂੰ ਤਾਂ ਏਦਾਂ ਲੱਗਦਾ ਹੁੰਦਾ ਕਿ ਬੱਚਾ ਬਹੁਤ ਇੰਟੈਲੀਜੈਂਟ ਹੈ, ਪਰ ਫਿਰ ਹੌਲੀ ਹੌਲੀ ਪਤਾ ਲੱਗ ਗਿਆ ਉਹਨਾਂ ਨੂੰ ਕਿ ਨਾ 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 ਇਹਨੇ ਕਿੱਥੇ ਇਹ ਬਸ। ਫਿਰ ਐਂਡ ਤੇ ਕਹਿਣ ਲੱਗ ਪਈ ਮੇਰੀ ਮੰਮੀ ਬਸ ਪਾਸ ਹੋ ਕੇ ਆ ਜੀ, ਦੇਖ ਲਾ ਬਸ ਪਾਸ ਹੋ ਜੀ ਨਹੀਂ ਤਾਂ ਤੇਰੀ ਜੁੱਤੀਆਂ ਬਹੁਤ ਪੈਣੀਆਂ। ਕਿੰਨਾ ਬਹੁਤ ਹੈ। ਹਾਂ ਮੈਂ ਬਸ ਮੈਨੂੰ ਵੱਧ ਤੋਂ ਵੱਧ ਮੈਨੂੰ ਇੰਨਾ ਹੀ ਲੱਗਦਾ ਸੀ ਕਿ ਮੈਂ ਕ੍ਰਿਕਟਰ ਬਣਦਾ ਜੇ ਮੈਂ ਸਿੰਗਰ ਨਾ ਬਣਦਾ। ਤੇ ਚਲੋ ਉਹ ਮੈਂ ਮੈਂ ਤੁਹਾਨੂੰ ਲਾਈਵ ਕ੍ਰਿਕਟ ਖੇਡਦੇ ਹੋਏ ਵੇਖਣਾ ਚਾਹੁੰਦੀ ਹਾਂ ਤੇ ਮੇਰੀ ਇਹ ਇੱਛਾ ACL ਦੇ ਅਗਲੇ ਸੀਜ਼ਨ 'ਚ ਪੂਰੀ ਹੋ ਜਾਏਗੀ, ਮੈਨੂੰ ਪੱਕਾ ਪਤਾ ਹੈ। ਓਕੇ ਸੋ ਨਵਰਾਜ, ਮੈਨੂੰ ਲੱਗਦਾ ਹੈ ਕਿ it's not that I'm discriminating between two of the industries, but both have got very different fan following. I am talking about one side, a Punjabi film industry, Punjabi music industry, and then on one side, I'm talking about the Bollywood industry. So I think 2008 Baghi 2, if I'm not wrong, 2018 Baghi 2 ਚ ਤੁਹਾਡਾ ਮੁੰਡਿਆਂ ਤੋਂ ਬਚ ਕੇ ਰਹੀ, ਮਤਲਬ ਮੈਨੂੰ ਇੰਜ ਲੱਗਦਾ ਹੈ in 2018 the only party anthem we all have danced upon was ਮੁੰਡਿਆਂ ਤੋਂ ਬਚ ਕੇ ਰਹੀ। How was it? ਇਹ ਕਿਵੇਂ ਹੋਇਆ ਜਰਨੀ ਦੱਸੋ, ਕਿਹਦੇ ਕਰਕੇ ਇਹ ਗਾਣਾ ਤੁਹਾਨੂੰ ਗਾਣ ਨੂੰ ਮਿਲਿਆ? I want to know that. ਹਾਂਜੀ ਮੈਂ ਜਿੱਦਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਮੈਨੂੰ ਇੱਥੇ ਜਿੰਨੇ ਵੀ ਤੁਹਾਨੂੰ ਬਾਲੀਵੁੱਡ 'ਚ ਗਾਣੇ ਮਿਲਦੇ ਆ, ਇਟਸ ਨਾਟ ਕਿ ਤੁਹਾਨੂੰ ਕੋਈ ਜਿੱਦਾਂ ਰეკਮੈਂਡ ਕਰ ਦੇਵੇ ਤੇ ਤੁਸੀਂ ਗਾ ਕੇ ਆ ਜਾਓ, ਇੱਦਾਂ ਨਹੀਂ ਹੁੰਦਾ। ਬਹੁਤ ਸਾਰੇ ਟੈਸਟ ਦੇਣੇ ਪੈਂਦੇ ਆ, ਬਹੁਤ ਸਾਰੀਆਂ ਚੀਜ਼ਾਂ। ਰਿਤੂਰਾਜ ਭਾਜੀ ਥੈਂਕ ਯੂ। ਬਹੁਤ ਸਾਰੀਆਂ ਚੀਜ਼ਾਂ ਕਰਨੀਆਂ ਪੈਂਦੀਆਂ। ਤੇ ਮੈਂ ਉਦੋਂ ਅਹਿਮਦ ਖਾਨ ਸਰ ਜਿਹੜੇ ਆ ਨਾ ਉਹਨਾਂ ਨਾਲ ਮੈਂ ਕਿਤੇ ਸਕ੍ਰੈਚ ਗਾਇਆ ਸੀਗਾ ਮੁੰਡਿਆਂ ਤੋਂ ਬਚ ਕੇ ਰਹਿਣ ਦਾ। ਉਹਦਾ ਨਾ ਮਿਊਜ਼ਿਕ ਉਦੋਂ ਸਕ੍ਰੈਚ ਬਣ ਰਹੇ ਸੀ, ਅਲੱਗ-ਅਲੱਗ ਮਿਊਜ਼ਿਕ ਪ੍ਰੋਡਿਊਸਰਸ ਕੋ ਨਾ ਸਕ੍ਰੈਚ ਬਣਨ ਲਈ ਦਿੱਤੇ ਸੀ ਇਹਨਾਂ ਨੇ, ਜਿਹੜੇ ਫਿਲਮ ਦੇ ਡਾਇਰੈਕਟਰ ਸਾਹਿਬ ਸੀਗੇ। I think scratch is a song of what you do, right? ਸਕ੍ਰੈਚ ਇਜ਼ ਯੈਸ, ਜਿਹੜਾ ਪਹਿਲਾ ਇਨੀਸ਼ੀਅਲ ਸਟੇਜ ਤੇ ਜਦੋਂ ਇੱਕ ਸਿੰਗਰ ਗਾ ਕੇ ਭੇਜਦਾ, ਪ੍ਰੋਗਰਾਮਿੰਗ ਕਰਕੇ ਭੇਜਦੇ ਆ ਡਾਇਰੈਕਟਰ ਨੂੰ, ਤੇ ਉਹ ਦੈਨ ਹੀ ਫਾਈਨਲਾਈਜ਼ ਦਾ ਸੌਂਗ ਕਿ ਹੁਣ ਆਹ ਮਿਊਜ਼ਿਕ ਡਾਇਰੈਕਟਰ ਦਾ ਚੰਗਾ ਲੱਗ ਰਿਹਾ ਜਾਂ ਇਹਨੂੰ। ਤੇ ਉਹ ਮੈਂ ਇੱਕ ਸਕ੍ਰੈਚ ਗਾਇਆ ਸੀਗਾ ਤੇ ਉਹ ਆਵਾਜ਼ ਉਹਨਾਂ ਤਾਈਂ ਗਈ ਸੀ ਉੱਥੇ ਤਾਈਂ। ਫਿਰ ਉਦੋਂ ਬਾਅਦ ਇੱਕ ਹੋਰ ਮਿਊਜ਼ਿਕ ਪ੍ਰੋਡਿਊਸਰ ਲਈ ਗਾਇਆ ਮੈਂ, ਉਹ ਵੀ ਆਵਾਜ਼ ਉੱਥੇ ਤਾਈਂ ਗਈ। ਹਾਲਾਂਕਿ ਅਲੱਗ-ਅਲੱਗ ਮਿਊਜ਼ਿਕ ਪ੍ਰੋਡਿਊਸਰ ਸੀਗੇ, ਜਿਹਦੇ ਚੋਂ 3-4 ਵਾਸਤੇ ਮੈਂ ਗਾਇਆ ਸੀਗਾ ਤੇ 3-4 ਵਾਸਤੇ ਹੋਰ ਕਿਸੇ ਨੇ ਵੀ ਗਾਇਆ ਸੀ। ਫਿਰ ਫਾਈਨਲੀ ਜਦੋਂ ਫਿਰ ਸੰਦੀਪ ਸ਼ਰੋਡਕਰ ਭਾਜੀ ਹੈ ਇੱਥੇ ਜਿਨ੍ਹਾਂ ਨੇ ਮਿਊਜ਼ਿਕ ਕੀਤਾ ਸੀਗਾ, ਉਹਨਾਂ ਦਾ ਮੈਨੂੰ ਫੋਨ ਆਇਆ। ਉਹਨਾਂ ਨੇ ਕਿਹਾ ਕਿ यार एक ब्रो आपके साथ एक गाना करना है मुझे, तो आप आ सकते हो? मैं कहा जी आ जाने, कोई चक्कर ही नहीं। मैं गया ਤੇ ਮੈਨੂੰ ਉਹਨਾਂ ਨੇ ਕਿਹਾ ਕਿ ਐਸੇ ਐਸੇ ਕਰਕੇ ਗਾਣਾ ਹੈ। ਤੇ ਫਿਰ ਮੇਰੇ ਦਿਮਾਗ 'ਚ ਮੈਂ ਕਿਹਾ ਯਾਰ ਮੈਂ ਗਾਣਾ ਗਾ ਚੁੱਕਾ ਮੁੰਡਿਆਂ ਤੋਂ ਬਚ ਕੇ ਨਹੀਂ, ਤੇ ਮੈਂ ਕਿਸੇ ਦੀ ਆਲਰੇਡੀ ਗਾਇਆ ਹੋਇਆ। ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਭਾਈ ਮੈਂ ਆਲਰੇਡੀ ਸ਼ਾਇਦ ਗਾਇਆ ਕਿਤੇ। ਕਹਿੰਦੇ ਹਾਂ ਹਾਂ ਗਾਇਆ ਹੋਗਾ,
बट मुझे मुझे डायरेक्टर साहब ने बोला कि आपसे गवाना है क्योंकि ही लव्ड योर टोन, ਉਹਨਾਂ ਨੂੰ ਪਸੰਦ ਆਇਆ ਤੁਹਾਡਾ ਸਟਾਈਲ ਤੇ ਤੁਸੀਂ ਕੈਨ ਯੂ ਸਿੰਗ ਫॉर ਮੀ। ਮੈਂ ਕਿਹਾ ਹਾਂਜੀ ਆਪਾਂ ਕਰ ਲੈਂਦੇ ਆ ਤੇ ਗਾਇਆ ਤੇ ਅਹਿਮਦ ਸਰ ਕੋਲ ਗਈ ਆਵਾਜ਼ ਫਾਈਨਲ ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਰਫ ਤੇ ਸ਼ੂਟ ਹੋ ਗਿਆ ਗਾਣਾ ਸਾਰਾ। ਜਦੋਂ ਸਕ੍ਰੈਚ ਜਿਹੜਾ ਫਾਈਨਲ ਟਰੈਕ ਸੀਗਾ ਉਹ ਹਲੇ ਆਵਾਜ਼ ਫਾਈਨਲ ਨਹੀਂ ਸੀ ਹੋਈ, ਮੇਰੀ ਆਵਾਜ਼ ਤੇ ਸ਼ੂਟ ਹੋ ਗਿਆ ਸੀ ਗਾਣਾ। ਪਰ ਫਿਰ ਜਦੋਂ ਫਾਈਨਲ ਵਾਰੀ ਆਈ ਮੈਨੂੰ ਇੱਥੇ ਨਾ ਜਦ ਤੱਕ ਗਾਣਾ ਰਿਲੀਜ਼ ਨਹੀਂ ਹੋ ਜਾਂਦਾ ਨਾ ਫਿਰ ਤਦ ਤੱਕ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਤੁਹਾਡੀ ਆਵਾਜ਼ 'ਚ ਆਊਗਾ ਜਾਂ ਨਹੀਂ ਆਊਗਾ। it's a hard journey, it's a tough journey, it's not like that your heartbeat goes up and up for it कि पता नहीं ਸਾਨੂੰ ਉਹ ਗਾਣਾ ਮਿਲੇਗਾ ਨਹੀਂ ਮਿਲੇਗਾ ਜਾਂ ਇਹ ਮੌਕਾ। ਔਰ ਮੈਨੂੰ ਇਦਾਂ ਲੱਗਦਾ ਸੀ ਕਿ ਯਾਰ ਜਿੱਦਾਂ ਕਿ ਇਹ ਚੀਜ਼ਾਂ ਬਹੁਤ ਜ਼ਰੂਰੀ ਆ, ਇਹ ਚੀਜ਼ਾਂ ਇਦਾਂ ਦੀਆਂ ਯੂ نو ਇਹ ਮੇਰੇ ਲਈ ਬਹੁਤ ਜ਼ਰੂਰੀ ਗਾਣਾ ਕਿਉਂਕਿ ਮੈਨੂੰ ਬਹੁਤ ਪਸੰਦ ਸੀਗਾ ਤੇ ਮੈਂ ਗਾਇਆ ਤੇ ਟਾਈਗਰ ਭਾਜੀ ਨੇ ਵੀ ਕਿਹਾ ਕਿ ਯਾਰ ਆਹੀ ਆਵਾਜ਼ ਫਾਈਨਲ 'ਚ ਹੋਣੀ ਚਾਹੀਦੀ ਆ ਤੇ ਫਿਰ ਅਹਿਮਦ ਸਰ ਨੇ ਕਿਹਾ ਕਿ ਇਹੀ ਆਵਾਜ਼ ਹੋਣੀ ਚਾਹੀਦੀ ਹੈ, ਇਹ ਆਵਾਜ਼ ਅੱਛੀ ਲੱਗ ਰਹੀ ਹੈ ਤੇ ਉਹਨਾਂ ਨੇ ਫਿਰ ਮੈਨੂੰ 2 ਦਿਨ ਪਹਿਲਾਂ ਫਿਰ ਦੁਬਾਰਾ ਬੁਲਾਇਆ। ਫਿਰ ਮੈਨੂੰ ਯਾਦ ਆ ਅੰਤਰੇ ਦੀ ਇੱਕ ਛੋਟੀ ਜਿਹੀ ਲਾਈਨ ਚੇਂਜ ਕੀਤੀ ਅਸੀਂ ਤੇ ਉਹਨਾਂ ਨੇ ਕਿਹਾ, ਮੈਨੂੰ ਭਾਜੀ ਨੇ ਕਿਹਾ कि ब्रो इट्स ऑलमोस्ट फाइनल, आपकी आवाज उनको बहुत अच्छी लगी है। और मैं तो खुशी नाल मैं कहा यार क्या बात है, ये तो मजा आ गया। ਤੇ ਬਸ ਫਿਰ ਇਦਾਂ ਹੀ ਮੇਰਾ ਗਾਣਾ ਜਦੋਂ ਰਿਲੀਜ਼ ਹੋਇਆ ਤੇ ਮੈਨੂੰ ਯਕੀਨ ਹੋਇਆ ਕਿ ਹਾਂਜੀ ਸੱਚੀ ਫਾਈਨਲ ਹੋ ਗਿਆ। ਦਿਸ ਇਜ਼ ਹਾਊ। ਅੱਛਾ ਦੇਖੋ ਅਸੀਂ ਬੜੇ ਹੀ ਮਤਲਬੀ ਟਾਈਪ ਦੇ ਲੋਕ ਹੈਗੇ ਆ, ਅਸੀਂ ਤੁਹਾਡੇ ਫੈਨ ਆ, ਫੋਲੋਅਰ ਹੈਗੇ ਆ, ਤੁਹਾਡੇ ਅਪਰੀਸ਼ੀਏਟਰ ਹੈਗੇ ਆ। ਜਦੋਂ ਤੱਕ ਅਸੀਂ ਲਾਈਵ ਤੁਹਾਡੇ ਮੂੰਹ ਤੋਂ ਮੁੰਡਿਆਂ ਤੋਂ ਬਚ ਕੇ ਨਹੀਂ ਸੁਣਾਂਗੇ ਨਾ ਤਦ ਤੱਕ ਅਸੀਂ ਬਿਲੀਵ ਨਹੀਂ ਕਰਨਾ ਤੁਸੀਂ ਕਰ ਰਹੇ। ਸੌਰੀ ਇੱਕ ਮੈਂ ਹੋਰ ਗੱਲ ਕਰਨੀ ਸੀ, ਸੌਰੀ ਮੈਂ ਤੁਹਾਨੂੰ ਗਾਣਾ ਵੀ ਸੁਣਾ ਦਿੰਦਾ। ਇੱਥੇ 2-4 ਬੰਦਿਆਂ ਨੇ ਕੋਈ ਕਮੈਂਟ ਕੀਤੇ ਤੇ ਗਾਲਾਂ ਗੂਲਾਂ ਜੀਆਂ ਕੱਢਣ ਰਹੇ ਆ ਤਾਂ ਇੱਕ ਦੋ ਮੈਂ ਸੁਣੀਆਂ ਨਹੀਂ ਸੁਣ ਮੇਰੀ ਮੈਂ ਦੱਸਦਾ ਨਾ ਗੱਲ ਏਦਾਂ ਹੈ ਵੀ ਇੱਕ ਤਾਂ ਕੁੜੀ ਕਰਦੀ ਪਈ ਇੰਟਰਵਿਊ, ਤੁਹਾਨੂੰ ਸ਼ਰਮ ਚਾਹੀਦੀ ਥੋੜੀ ਜਿਹੀ, ਥੋੜਾ ਧਿਆਨ ਰੱਖੋ। ਔਰ ਦੂਸਰੀ ਗੱਲ ਜਿਹੜੀਆਂ ਵੀ ਤੁਸੀਂ ਘਰੇ ਬਹਿ ਕੇ ਜੋ ਵੀ ਤੁਸੀਂ ਉੱਥੇ ਬਹੁਤ ਈਜ਼ੀ ਆ ਉਹ ਚੀਜ਼ਾਂ ਕਰਨੀਆਂ ਗਾਇਜ਼, ਪਲੀਜ਼ ਏਦਾਂ ਨਾ ਕਰਿਆ ਕਰੋ। ਤੁਹਾਡੀਆਂ ਵੀ ਮਾਵਾਂ ਭੈਣਾਂ ਧੀਆਂ ਬੱਚੇ ਦੇਖ ਰਹੇ ਹੋਣੇ ਆ ਜਾਂ ਕੋਈ ਵੀ ਸੁਣ ਰਿਹਾ ਹੋਵੇ ਤੇ ਉਹਨੂੰ ਏਦਾਂ ਲੱਗੂਗਾ ਕਿ ਯਾਰ ਸਾਡਾ ਭਰਾ ਦੇਖੋ ਕੀ ਚੰਦ ਚੜ੍ਹਨ ਡਿਆ। ਥੋੜੀ ਸ਼ਰਮ ਕਰਿਆ ਕਰੋ ਗਾਇਜ਼, ਕੁੜੀ ਦਾ ਐਂਡ ਦੀ ਇੰਟਰਵਿਊ, ਥੋੜੀ ਰਿਸਪੈਕਟ ਕਰੋ। ਜੇ ਤੁਸੀਂ ਆਪਣੇ ਘਰਦਿਆਂ ਦੀ ਇੱਜ਼ਤ ਨਹੀਂ ਕਰਦੇ ਐਟਲੀਸਟ ਬਾਹਰ ਆ ਕੇ ਤਾਂ ਇੱਜ਼ਤ ਕਰੋ। ਨਾ ਏਦਾਂ ਕਰਿਆ ਕਰੋ, ਨਾ ਸਾਨੂੰ ਮਜਬੂਰ ਕਰੋ ਬੋਲੀਏ ਅਸੀਂ ਕੁਛ ਬੋਲਾਂਗੇ ਫਿਰ ਸਾਨੂੰ ਲੋਕਾਂ ਨੇ ਕਹਿਣਾ ਯਾਰ ਦੇਖੋ ਇਹਨਾਂ ਨੂੰ ਤਮੀਜ਼ ਨਹੀਂ ਹੈਗੀ, ਆਹ ਨਹੀਂ ਹੈਗਾ। ਸਾਨੂੰ ਬਹੁਤ ਜ਼ਿਆਦਾ ਸਿਖਾਇਆ ਗਿਆ ਇਹ ਚੀਜ਼ਾਂ ਕਿ ਨਹੀਂ ਏਦਾਂ ਬੋਲਣਾ ਚਾਹੀਦਾ। ਇਸ ਕਰਕੇ ਮੈਂ ਬਹੁਤ ਪਿਆਰ ਨਾਲ ਸਮਝਾ ਰਿਹਾ ਗਾਇਜ਼, ਏਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਪੇਜ ਤੇ ਆ ਕੇ, ਸਪੈਸ਼ਲੀ ਜਦੋਂ ਕੁੜੀਆਂ ਹੋਣ। ਪਲੀਜ਼ ਧਿਆਨ ਰੱਖਿਆ ਕਰੋ। ਹਾਂਜੀ ਸ਼ਮੀਤ ਸੌਰੀ, ਹੁਣ ਦੱਸੋ ਮੈਨੂੰ। ਮੈਂ ਇਗਨੋਰ ਨਹੀਂ ਸੀ ਕਰ ਸਕਦਾ ਇਸ ਚੀਜ਼ ਨੂੰ। ਸਾਨੂੰ ਇਗਨੋਰ ਕਰਨਾ ਪੈਂਦਾ ਸੀ, ਕੀ ਕਰੀ ਜੇ ਇਗਨੋਰ ਕਰਾਂਗੇ ਤਾਂ ਬੈਟਰ ਰਹਿੰਦਾ ਸਾਡੇ ਵਾਸਤੇ। ਦੈਟਸ ਵਾਟ ਯੂ ਆਰ ਅ ਬॉय, ਯੂ ਕੈਨ ਸੇ। ਮੇਰੇ ਤੋਂ ਹੁੰਦਾ ਨਹੀਂ ਏਦਾਂ ਇਗਨੋਰ। ਪਤਾ ਕੀ ਗੱਲ, ਜੇ ਮੈਂ ਇਕੱਲਾ ਹੋਵਾਂ ਨਾ, ਜਿੱਦਾਂ ਮੈਂ ਸਟੇਜ ਤੇ ਜਦੋਂ ਗਾ ਰਿਹਾ ਹੁੰਦਾ, ਜਦੋਂ ਮੈਂ ਇਕੱਲਾ ਮੁੰਡਿਆਂ ਲਈ ਗਾ ਰਿਹਾ ਹੁੰਦਾ, ਮੈਨੂੰ ਪਤਾ ਹੁੰਦਾ ਵੀ ਮੁੰਡੇ ਗਾ ਰਹੇ, ਮੁੰਡੇ ਆ ਇਕੱਲੇ ਇਕੱਲੇ, ਇੱਥੇ ਕੋਈ ਗੱਲ ਨਹੀਂ, ਫਨ ਚੱਲਦਾ, ਚਲੋ ਮੁੰਡੇ ਇੱਕ ਦੂਜੇ ਨੂੰ ਕਹਿੰਦੇ ਆ। ਜਦੋਂ ਹੁਣ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਆ ਰਾਈਟ, ਸਾਰੀ ਦੁਨੀਆ ਦੇਖ ਰਹੀ ਆ, ਲਾਈਵ ਚੱਲ ਰਿਹਾ, ਉੱਥੇ ਕੀ ਲੋੜ ਹੈ ਬਦਤਮੀਜ਼ੀ ਕਰਨ ਦੀ? ਇਦਾਂ ਨਹੀਂ, ਅੱਛਾ ਨਹੀਂ ਲੱਗਦਾ ਮੈਨੂੰ। ਮੈਂ ਸੌਰੀ, ਮੇਰੇ ਤੋਂ ਇਗਨੋਰ ਨਹੀਂ ਹੁੰਦਾ। ਹਾਂਜੀ ਅੱਛਾ ਚਲੋ ਓਕੇ। ਹੁਣ ਦੇਖੋ ਮੈਂ ਕਹਿ ਰਹੀ ਸੀ ਕਿ ਆਪਾਂ ਥੋੜੀ ਜਿਹੀ ਚੁਗਲੀ ਕਰ ਲੈਂਦੇ ਆ। ਉਹ ਚੁਗਲੀ ਇਹੋ ਜਿਹੀ ਹੈਗੀ ਕਿ ਅਸੀਂ ਬੜੇ ਸੈਲਫਿਸ਼ ਲੋਕੀ ਆ, ਸਾਨੂੰ ਬਿਲੀਵ ਨਹੀਂ ਕਿ ਮੁੰਡਿਆਂ ਤੋਂ ਬਚ ਕੇ ਨਹੀਂ ਤੁਸੀਂ ਗਾਏ ਤੇ ਤੁਸੀਂ ਸਾਨੂੰ ਗਾ ਕੇ ਸੁਣਾ ਦੋ ਤੇ ਪ੍ਰੂਫ ਹੋ ਜਾਏਗਾ। ਆਪਾਂ ਮੈਚ ਕਰ ਲਾਂਗੇ, ਦੁਆ ਹੋਵਾ ਸਾਨੂੰ। ਠੀਕ ਹੈ ਜੀ। नीवी आंखों को झुका के रख ले, गोरे गोरे गालों को छुपा के रख ले। नीवी आंखों को झुका के रख ले, गोरे गोरे गालों को छुपा के रख ले। हो एवें करी ना की, एवें करी ना की, एवें करी ना किसे दे नाल प्यार। मुंडियां तो बच के रही नी तू, हुणे हुणे होई मुटियार। मुंडियां तो बच के रही। वो अच्छा, हम इस वाले टेस्ट में आपको पास कर देते हैं, ठीक है? बहुत आपका धन्यवाद। I'm just kidding. I'm just trying to make a laugh out of it. अच्छा, जैसे सोनू के टीटू को नहीं मिलती, वैसे आपके सोनू का कोई टीटू टाइप बेस्ट फ्रेंड है? एनी बेस्ट फ्रेंड दैट कि भाई कोई भी सलाह लेनी है तो ओनू फोन किता, मतलब जब कोई गल करनी है तो ओनू कॉल कर दे, कोई हैगा है बंदा?
ਮੇਰਾ ਬੈਸਟ ਫਰੈਂਡ, ਹਾਂ ਮੇਰੇ ਆਫ ਕੋਰਸ ਮੇਰਾ ਬੈਸਟ ਫਰੈਂਡ ਹੈਗਾ। ਮੈਨੂੰ ਉਦਾਂ ਤਾਂ ਬਹੁਤ ਸਾਰੇ ਫਰੈਂਡਸ ਹੈਗੇ ਮੇਰੇ, ਬਟ ਮੇਰਾ ਇੱਕ ਮੇਰਾ ਦੋਸਤ ਹੈ, ਪੰਡਤਾਂ ਦਾ ਮੁੰਡਾ ਮੇਰਾ ਦੋਸਤ ਹੈ, ਅੰਕੁਸ਼ ਸ਼ਰਮਾ ਜੀ। ਉਹ ਮੇਰਾ ਬੜਾ ਉਹ ਕਲੋਜ਼ ਦੋਸਤ ਹੈ। ਇੱਕ ਮੇਰਾ ਦੋਸਤ ਹੈ ਗਗਨਦੀਪ ਸਿੰਘ, ਉਹ ਆਸਟ੍ਰੇਲੀਆ ਰਹਿੰਦਾ, ਤੇ ਅੰਕੁਰ ਰਹਿੰਦਾ ਜਲੰਧਰ। ਇਹ ਮੇਰੇ ਬੜੇ ਜਿਗਰੀ ਯਾਰ ਹੈ ਦੋਨੇ ਜਾਣੇ। ਮੈਂ ਜਦੋਂ ਵੀ ਕਈ ਵੇਲੇ ਅੰਕੁਰ ਨਾਲ ਤਾਂ ਹਲੇ ਵੀ ਘੰਟਾ ਘੰਟਾ ਡੇਢ ਡੇਢ ਘੰਟਾ ਮੈਂ ਗੱਲ ਕਰਦਾ ਹੁੰਦਾ। ਕਈ ਵੇਲੇ ਜਦੋਂ ਰਾਤ ਨੂੰ 2 2 3 3 ਵਜੇ ਮੈਂ ਉਹਨੂੰ ਉਠਾ ਲੈਂਦਾ, ਹਾਂ ਕਿੱਦਾਂ ਬ్రో, ਕੀ ਹਾਲ ਚਾਲ ਹੈ, ਆਈ ਲਾਈਕ ਟੂ ਬੀ ਇਨ ਟੱਚ ਵਿਦ them। ਤੇ ਹਾਂ, ਤੇ ਉਹ ਮੇਰੇ ਬੈਸਟ ਫਰੈਂਡ ਹੈਗੇ ਆ। ਅੱਛਾ, ਤੇ ਹੁਣ ਤੁਸੀਂ ਗਾਣਾ ਆਪਣੇ ਬੈਸਟ ਫਰੈਂਡ ਨੂੰ ਡੈਡੀਕੇਟ ਕਰਕੇ ਸਾਨੂੰ ਸੁਣਾ ਦਿਓ। ਵੈਸੇ ਤਾਂ ਮੈਨੂੰ ਬਿਲਕੁਲ ਵੀ ਨਹੀਂ ਲੱਗਦਾ ਕਿ ਪੰਜਾਬ ਵਾਲੇ ਛੋਟੇ ਛੋਟੇ ਪੈਗ ਲਗਾਉਂਦੇ ਹੋਣੇ ਆ, ਪਰ ਛੋਟੇ ਛੋਟੇ ਪੈਗ ਇੰਨਾ ਫੇਮਸ ਹੋਇਆ ਮੈਨੂੰ ਲੱਗਦਾ ਹੀ ਨਹੀਂ ਕਿ ਮੈਂ ਕੋਈ ਵੀ ਇਵੈਂਟ ਹੋਸਟ ਕੀਤਾ ਹੋਏ ਜਿਹਦੇ 'ਚ ਇਹ ਗਾਣਾ ਨਾ ਵੱਜਿਆ ਹੋਵੇ। ਸੋ ਆਈ ਰੀਅਲੀ ਵਾਂਟ ਯੂ ਟੂ ਸਿੰਗ ਛੋਟੇ ਛੋਟੇ ਪੈਗ। ਹਾਂਜੀ, ਮੈਂ ਸੁਣਾ ਦਿੰਦਾ। ਉਹ ਚੱਲ ਕੁੜੀਏ ਨੀ ਚੱਲ ਹੋ ਤੈਯਾਰ, ਦੇਸੀ ਦਾਰੂ ਇੰਗਲਿਸ਼ ਬਾਰ। ਕੁੜੀਏ ਨੀ ਚੱਲ ਹੋ ਤੈਯਾਰ, ਦੇਸੀ ਦਾਰੂ ਇੰਗਲਿਸ਼ ਬਾਰ। ਛੋਟੇ ਛੋਟੇ ਪੈਗ ਮਾਰ ਬੇਬੀ, ਛੋਟੇ ਛੋਟੇ ਪੈਗ ਮਾਰ। ਛੋਟੇ ਛੋਟੇ ਪੈਗ ਮਾਰ ਬੇਬੀ, ਛੋਟੇ ਛੋਟੇ ਪੈਗ मार। ओ हो। अच्छा, मतलब एक बात बताओ नवराज, आई एम हाँ जी। श्योर जहां भी जाते होगे, मतलब सब एवरीबडी इज लाइक सर एक फोटो सादे नाल, मतलब कुड़ियां ते बहुत ही फिदा हो जांदी होनी न तुहाडे उत्ते। एक ते 6 फुट दी लंबा मुंडा, गोरा चिट्टा हैंडसम, फुल ऑन डैशिंग सरदार दी टाइप काइंड ऑफ अ बॉडी फिजिक दैट यू हैव, ते उन्हां नु किदां टैकल करदे हो? हाउ डू यू मैनेज दैट फीमेल अटेंशन? I know he's blushing. I know he's blushing. ਮੈਂ ਦੱਸਦਾ, ਪਤਾ ਕੀ ਪਹਿਲੀ ਗੱਲ ਤਾਂ ਇਹ ਕਿ ਮੈਨੂੰ ਨਾ ਬੰਬੇ ਰਹਿਣ ਨਾਲ ਨਾ ਇਹ ਗੱਲ ਵੈਸੇ ਹੀ ਜਿਹੜੀ ਉਹ ਸੋ ਕਾਲਡ ਸਟਾਰਡਮ ਵਾਲੀ, ਜਾਂ ਜਿਹੜਾ ਥੈਂਕ ਯੂ ਮਨਦੀਪ ਜੀ, ਥੈਂਕ ਯੂ, ਜਿਹੜਾ ਜਿਹਨੂੰ ਜਿੱਦਾਂ ਅਟੈਂਸ਼ਨ ਜੀ ਹੁੰਦੀ ਨਾ ਲੈਣੀ, ਜਾਂ ਅਟੈਂਸ਼ਨ ਜੀ ਮਿਲਣੀ, ਇਸ ਸ਼ਹਿਰ 'ਚ ਵੈਸੇ ਹੀ ਰਹਿ ਕੇ ਉਹ ਚੀਜ਼ਾਂ ਤੁਹਾਡੇ 'ਚ ਰਹਿੰਦੀਆਂ ਨਹੀਂ। ਉਹ ਚੀਜ਼ਾਂ ਹਨਾ, ਇੱਥੇ ਇੱਕ ਬੜਾ ਕੂਲ ਚਿਲਡ ਆਊਟ ਜਿਹਾ ਮਾਹੌਲ ਹੈ ਬੰਬੇ 'ਚ। ਜਾਂ ਤਾਂ ਤੁਸੀਂ ਸ਼ਾਹਰੁਖ ਖਾਨ ਸਾਹਿਬ ਵਰਗਾ, ਜਾਂ ਸਲਮਾਨ ਖਾਨ ਜੀ ਵਰਗਾ, ਜਾਂ ਅਮਿਤਾਭ ਬੱਚਨ ਜੀ ਵਰਗਾ ਰੁਤਬਾ, ਜਾਂ ਜਿਹੜੇ ਵੱਡੇ ਲੋਕ ਆ ਉਹਨਾਂ ਵਰਗਾ ਰੁਤਬਾ ਨਹੀਂ ਹਾਸਿਲ ਕਰ ਲੈਂਦੇ। ਤੇ ਜਿੱਦਾਂ ਸਿੰਗਰਸ ਵਿੱਚ ਮੀਕਾ ਭਾਜੀ ਦਾ ਹੈਗਾ ਹਨਾ ਬੰਬੇ 'ਚ, ਤੇ ਉਦਾਂ ਦਾ ਜਦ ਤੱਕ ਤੁਸੀਂ ਰੁਤਬਾ ਨਹੀਂ ਕਰ ਲੈਂਦੇ, ਉਦੋਂ ਤੱਕ ਤੁਹਾਨੂੰ ਬਹੁਤ ਜ਼ਿਆਦਾ ਇੱਥੇ ਬੌਦਰ ਨਹੀਂ ਕਰਦਾ ਕੋਈ, ਤੁਹਾਨੂੰ ਜ਼ਿਆਦਾ ਤੰਗ ਨਹੀਂ ਕਰਦੇ ਲੋਕੀ। ਤੇ ਮੈਨੂੰ ਕਦੀ ਇਦਾਂ ਹੁੰਦਾ ਵੀ ਨਹੀਂ ਆ। ਮੈਨੂੰ ਜੇ ਕੋਈ ਮੈਨੂੰ ਪਛਾਣਦਾ ਜਾਂ ਮੈਨੂੰ ਪਿਆਰ ਕਰਦਾ ਜਾਂ ਕੋਈ ਆ ਵੀ ਜਾਂਦਾ ਨਾ, ਤੇ ਕਈ ਵੇਲੇ ਤਾਂ ਮੈਂ ਉਹਨੂੰ ਸੱਚੀ ਪੁੱਛਦਾ ਹੁੰਦਾ, ਮੈਂ ਕਿਹਾ ਸੱਚੀ ਯਾਰ ਤੂੰ ਮੈਨੂੰ ਜਾਣਦਾ ਹੈ, ਯੂ ਨੋ ਮੀ, ਸੱਚੀ ਤੂੰ ਐਵੇਂ ਤਾਂ ਨਹੀਂ ਫੋਟੋ ਖਿਚਾਉਣਾ? ਨਹੀਂ ਭਾਜੀ, ਅਸੀਂ ਜਿਹਨੂੰ ਲੋਕ ਪਿਆਰ ਕਰਦੇ ਆ, ਚਾਹੇ ਕੁੜੀਆਂ ਹੋਣ ਮੁੰਡੇ ਹੋਣ, ਮੈਨੂੰ ਅੱਛਾ ਲੱਗਦਾ। ਕਿਉਂਕਿ ਜਿਹੜਾ ਬੰਦਾ ਕਹਿੰਦਾ ਮੈਨੂੰ ਅੱਛਾ ਨਹੀਂ ਲੱਗਦਾ, ਉਹ ਝੂਠ ਬੋਲਦਾ ਹੈ। ਮੈਨੂੰ ਤਾਂ ਬਹੁਤ ਅੱਛਾ ਲੱਗਦਾ ਜਦੋਂ ਲੋਕ ਪਿਆਰ ਕਰਦੇ ਆ, ਜਦੋਂ 10 ਬੰਦੇ ਆ ਕੇ ਤੁਹਾਨੂੰ ਫੋਟੋ ਕਰਾਉਂਦੇ ਆ ਜਾਂ ਤੁਹਾਨੂੰ ਪਿਆਰ ਨਾਲ ਮਿਲਣ ਆਉਂਦੇ ਆ। ਤੇ ਆਈ ਮੇਕ ਸ਼ੋਰ ਕਿ ਮੈਂ ਕਿਸੇ ਨੂੰ ਨਾਰਾਜ਼ ਨਾ ਕਰਾਂ, ਸਾਰਿਆਂ ਨਾਲ ਭਾਵੇਂ ਰੁਕ ਕੇ ਮੈਨੂੰ ਕਿਤੇ ਵੀ ਜਾ ਰਹੇ ਹੋਣ, ਮੈਨੂੰ ਅੱਛਾ ਲੱਗਦਾ ਕਿ ਲੋਕ ਪਿਆਰ ਕਰਦੇ ਆ, ਤੇ ਉਹਨਾਂ ਨੂੰ ਉਸ ਤਰ੍ਹਾਂ ਹੀ ਰਿਵਰਟ ਬੈਕ ਕਰਨਾ ਚਾਹੀਦਾ। Okay. So, ਕੁੜੀ ਮੁੰਡਿਆਂ ਦੀ ਗੱਲ ਨਹੀਂ ਹੈਗੀ ਕੋਈ, ਐਕਸਕਿਊਜ਼ ਮੀ। नहीं, पक्की गल है। वो तो I know that you don't discriminate in between both. A fan love is a fan love for sure. अच्छा देखो नवराज, देखो जे ਅਸੀਂ ਕਿਸੇ ਸਿੰਗਰ ਨੂੰ ਉਹਦਾ ਆਪਣਾ ਗਾਣਾ ਕਹਿਣ ਨੂੰ ਕਹੀਏ, I think ਗਾਣਾ ਬੜਾ ਸੌਖਾ ਹੋ ਜਾਂਦਾ ਹੈ। But with me, you have to be really playful, क्योंकि मैं ਤੁਹਾਨੂੰ ਕਿਸੇ ਹੋਰ ਸਿੰਗਰ ਦਾ ਗਾਣਾ ਗਾਣ ਨੂੰ ਕਹਿਣ ਵਾਲੀ ਹਾਂ ਹੁਣ। मतलब क्या कर रही हो? कर रहे। हाँ, ਦੱਸੋ, ਕੋਈ ਗੱਲ ਨਹੀਂ। Okay, so Love you I too, think brother Ashish. Haan ji. we have always seen you singing such amazing party numbers. ਮੈਨੂੰ ਐਂ ਲੱਗਦਾ ਜਦ ਵੀ ਤੁਸੀਂ ਸਟੇਜ ਤੇ ਜਾਂਦੇ ਹੋ, ਤੁਸੀਂ ਸਭ ਤੋਂ ਪਹਿਲੇ ਮੈਨੂੰ ਲੱਗਦਾ ਲੋਕ ਕਿਤੇ ਬਸ ਵੇਟ ਕਰ ਰਹੇ ਹੁੰਦੇ ਕਿ ਨਵਰਾਜ ਸਟੇਜ ਤੇ ਆਈਏ ਤਾਂ ਆਪਾਂ ਨੱਚਣਾ ਸਟਾਰਟ ਕਰ ਦਈਏ। So I have seen that myself. You remember कानपुर वाला शो, रात ਦੇ 3 I think 12:30 ਵਜੇ ਤੱਕ ਤੇ ਬਾਰਿਸ਼ ਹੋ ਰਹੀ ਸੀ ਇੰਨੀ ਤੇਜ਼ ਕਿ everybody will go away. ਮਗਰ ਜਿਵੇਂ ਤੁਸੀਂ ਸਟੇਜ ਤੇ ਆਏ, ਮੈਨੂੰ ਐਂ ਲੱਗਿਆ ਕਿ ਇਹ ਕਿੱਥੋਂ ਆ ਗਏ ਨੇ ਲੋਕੀ ਨਿਕਲ ਕੇ, ਹਜੇ ਤਾਂ ਕੋਈ ਵੀ ਨਹੀਂ ਸੀਗਾ ਇੱਥੇ। And you have somehow created that aura. We have so many people there, pura ground gila, sab kuch gila, but everybody is dancing and enjoying with you. I think that is the moment we all look forward to. लेकिन मैं तो एक गाना करने वाली हूँ, which is opposite from छोटे छोटे पैग and मुंडिया तो बच के रही. The song goes like, it's like सारा सारा दिन. Do you know that song? सारा सारा दिन तेरे सारा दिन। हाँ जी, मैंने पता जी गाना।
ਇੱਕ ਲਾਈਨ ਉਹਦੀ ਗਾ ਦਿਓ if you like it. स्केल नीमा हो गया थोड़ा सा, ऊंचा रखा। सारा सारा दिन तेरे बिन हुण नहीं गुजरदा यारा, सारी सारी रात बात कंधा पर न hunगारा, ਤੂੰ ਤੇ ਸਾਨੂੰ ਤੁਰ ਗਿਆ ਲਾ ਕੇ, ਤੂੰ ਤੇ ਸਾਨੂੰ ਤੁਰ ਗਿਆ ਲਾ ਕੇ, ਉਮਰਾਂ ਦਾ ਲਾਰਾ ਹੁਣ ਨਹੀਂ ਗੁਜ਼ਾਰਾ, ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ। Thank you so much. You know why I made you sing this song? You know, ਸਾਡੀ ਜਿਹੜੀ fan family ਇੱਧਰ ਦੇਖਦੀ ਪਈ ਹੈ ਜਾਂ ਕੱਲ ਨੂੰ ਇਸ ਇੰਟਰਵਿਊ ਨੂੰ ਦੇਖ ਕੇ ਉਹਨਾਂ ਸਾਰਿਆਂ ਨੂੰ ਇਹ ਚੀਜ਼ ਪਤਾ ਚੱਲਣੀ ਚਾਹੀਦੀ ਹੈ that you don't only sing your own song, ਤੁਸੀਂ ਅਗਲੇ ਜਾਂ ਕਿਸੇ ਹੋਰ ਦੇ song ਨੂੰ ਵੀ ਇਹੋ ਜਿਹੇ improvise ਕਰਕੇ ਗਾ ਦਿੰਦੇ ਹੋ। ਮੈਂ ਤੁਹਾਨੂੰ ਸਟੇਜ ਤੇ ਦੇਖਿਆ ਸੀ ਇਹ ਕਰਦੇ ਹੋਏ and I've fallen in love with it. You know, ਹੁਣੇ ਵੀ ਤੁਸੀਂ ਹੋਈ ਐਕਚੁਅਲੀ ਮੈਂ ਤੁਹਾਨੂੰ ਹੁਣ ਮੈਂ ਦੱਸਦਾ ਚੱਕਰ ਕੀ ਹੈ। ਜਦੋਂ ਤੁਸੀਂ ਪਹਿਲੀ ਗੱਲ ਤਾਂ ਥੈਂਕ ਯੂ ਸੋ ਮਚ ਫॉर योर ਕਾਈਂਡ ਵਰਡਸ। ਦੂਜਾ ਗੱਲ ਇਹ ਹੈ ਕਿ ਜੋ ਤੁਸੀਂ ਪਲੇਬੈਕ ਸਿੰਗਿੰਗ ਹੁੰਦੀ ਹੀ ਇਹ ਆ ਕਿ ਤੁਸੀਂ ਦੂਸਰੇ ਦੀ ਕੰਪੋਜੀਸ਼ਨ ਗਾਉਣੀ ਹੈ। ਇੱਕ ਹੁੰਦਾ ਇੰਡੀਪੈਂਡੈਂਟ ਮਿਊਜ਼ਿਕ, ਤੁਸੀਂ ਆਪਣੇ ਗਾਣੇ ਬਣਾਏ ਔਰ ਆਪਣਾ ਗਾਣਾ ਗਾ ਕੇ ਆ ਗਏ। ਇੱਕ ਹੁੰਦੀ ਆ ਪਲੇਬੈਕ ਸਿੰਗਿੰਗ, ਉਹਦੀ ਵੀ ਟ੍ਰੇਨਿੰਗ ਮੈਨੂੰ ਮੇਰੇ ਉਸਤਾਦ ਜੀ ਨੇ ਮੈਨੂੰ ਯਾਦ ਹੈ ਇੱਕ ਡੈਡੀ ਜੀ ਦਾ ਗਾਣਾ ਆਇਆ ਸੀਗਾ ਯਾਰਾ ਉਹ ਯਾਰਾ, ਚਰਨਜੀਤ ਊਜਾ ਸਾਹਿਬ ਨੇ ਮਿਊਜ਼ਿਕ ਕੀਤਾ ਸੀ ਤੇ ਉਹਦੇ ਚ ਇੱਕ ਸ਼ੇਰ ਸੀਗਾ। ਉਹ ਮੈਨੂੰ ਕਹਿੰਦੇ ਕਿ ਉਦੋਂ ਮੈਂ ਹਲੇ ਗਾਣਾ ਸ਼ੁਰੂ ਕੀਤਾ ਸੀਗਾ, ਮੈਨੂੰ ਕਹਿੰਦੇ ਆਹ ਸ਼ੇਰ ਯਾਦ ਕਰਕੇ ਤੇ ਮੈਨੂੰ ਸੁਣਾ ਔਰ ਐਜ਼ ਇਟ ਇਜ਼ ਸੁਣਾਉਣਾ। ਤੇ ਮੈਂ ਉਦੋਂ ਹੀ ਘਬਰਾ ਗਿਆ ਕਿ ਯਾਰ ਇੰਨਾ ਔਖਾ ਸ਼ੇਰ ਆ ਤੇ ਮੈਂ ਹੁਣ ਕਿੱਦਾਂ ਕਰੂੰਗਾ। ਥੈਂਕ ਯੂ ਹਰਪ੍ਰੀਤ ਭਾਜੀ। ਮੈਂ ਕਿਹਾ ਯਾਰ ਕਿੱਦਾਂ ਕਰੂੰਗਾ ਮੈਂ ਹੁਣ ਇੰਨਾ ਔਖਾ ਗਾਣਾ, ਔਰ ਬੜਾ ਮੁਸ਼ਕਿਲ ਜਿਹਾ ਸ਼ੇਰ ਸੀਗਾ। ਤੇ ਉਹਨਾਂ ਨੇ ਕਿਹਾ ਕੋਈ ਨਾ ਤੈਨੂੰ ਯਾਦ ਕਰਕੇ ਆ। ਮੈਂ ਯਾਦ ਕਰਕੇ ਤੇ ਸੁਣਾਤਾ ਉਹਨਾਂ ਨੂੰ, ਔਖਾ ਸੌਖਾ ਹੋ ਕੇ ਸਕੇਲ ਥੋੜਾ ਜਿਹਾ ਥੱਲੇ ਰੱਖ ਕੇ ਗਾਤਾ। ਤੇ ਪਰ ਉਹਨਾਂ ਨੇ ਕਿਹਾ ਹਾਂ ਠੀਕ ਆ। ਮੈਂ ਇਹ ਚੀਜ਼ ਦੇਖਣੀ ਸੀ ਕਿ ਤੂੰ ਆਪਣਾ ਗਾਣਾ ਠੀਕ ਠਾਕ ਗਾ ਲੈਣਾ ਬਟ ਤੂੰ ਦੂਸਰੇ ਦੀ ਕੰਪੋਜੀਸ਼ਨ ਗਾ ਸਕਦਾ ਐਜ਼ ਇਟ ਇਜ਼। ਤੇ ਮੈਂ ਇਸ ਗੱਲੋਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਘਰੋਂ ਹੀ ਟ੍ਰੇਨਿੰਗ ਇਸ ਚੀਜ਼ ਦੀ ਇੰਨੀ ਵਧੀਆ ਮਿਲੀ ਆ ਕਿ ਕੰਪੋਜੀਸ਼ਨ ਕੋਈ ਵੀ ਹੋਵੇ। ਥੈਂਕ ਯੂ ਲੰਡਨ ਤੋਂ ਵੀ, ਥੈਂਕ ਯੂ ਸੋ ਮਚ। ਇਸ ਚੀਜ਼ ਦੀ ਮੈਨੂੰ ਮੈਂ ਕਹੂੰਗਾ ਕਿ ਟ੍ਰੇਨਿੰਗ ਮੈਨੂੰ ਘਰੋਂ ਹੀ ਸ਼ੁਰੂ ਹੋਈ ਹੈ ਕਿ ਦੂਸਰੇ ਦੀ ਕੰਪੋਜੀਸ਼ਨ ਗਾਉਣੀ, ਦੂਸਰੇ ਦਾ ਗਾਣਾ ਗਾਉਣਾ, ਉਹ ਜਿੱਦਾਂ ਮਰਜ਼ੀ ਹੋਵੇ ਤੁਸੀਂ ਨਿਭਾਉਣ ਦੀ ਕੋਸ਼ਿਸ਼ ਜ਼ਰੂਰ ਕਰਨੀ। ਇਹੀ ਬਸ। ਹਾਂਜੀ। Okay, so I think that makes a real good emphasis here. ਨਵਰਾਜ, I think ਮੈਨੂੰ ਲੱਗਦਾ ਹੈ ਹੁਣ ਸਾਨੂੰ ਸਾਰਿਆਂ ਨੂੰ ਉਹ ਸਰਪ੍ਰਾਈਜ਼ ਦੇ ਦੇਣਾ ਚਾਹੀਦਾ ਹੈ ਜਿਹੜਾ ਕਿ ਸਰਪ੍ਰਾਈਜ਼ ਸਾਡੀ ਸੋਸ਼ਲ ਮੀਡੀਆ ਤੇ ਰਿਵੀਲ ਹੋਇਆ ਹੈ। ਤੇ ਹਾਂਜੀ guys, you have always seen this man singing all the wonderful party numbers like ਛੋਟੇ ਛੋਟੇ ਪੈਗ, ਮੁੰਡਿਆਂ ਤੋਂ ਬਚ ਕੇ ਰਹੇ, ਗੁੜ ਨਾਲ ਇਸ਼ਕ ਮਿੱਠਾ। ਉਹ ਸਾਡੀ ਰੇਲ ਗੱਡੀ ਰਹਿੰਦੀ ਉਹ ਮੈਂ ਗਵਾਵਾਂਗੀ, ਹਜੇ ਤੁਸੀਂ ਜਾ ਨਹੀਂ ਸਕਦੇ ਬਿਲਕੁਲ ਵੀ। ਲੇਕਿਨ ਉਸ ਤੋਂ ਪਹਿਲਾਂ ਗੁੱਡ ਨਿਊਜ਼ ਇਹ ਹੈਗੀ ਹੈ ਕਿ ਨਵਰਾਜ ਦਾ ਇੱਕ ਗਾਣਾ ਰਿਲੀਜ਼ ਹੋ ਰਿਹਾ which is a sad romantic number and it is like an amazing one. So Navraj, you only talk about it. ਗਾਇਜ਼ ਮੈਂ ਬਹੁਤ ਚਿਰ ਇੰਡੀਪੈਂਡੈਂਟ ਮਿਊਜ਼ਿਕ ਤੋਂ ਥੋੜਾ ਜਿਹਾ ਦੂਰ ਸੀਗਾ ਬਿਕੋਜ਼ ਆਫ ਮਾਈ ਪਲੇਬੈਕ ਥਿੰਗਸ, ਤੇ ਬੜਾ ਧਿਆਨ ਵੀ ਨਹੀਂ ਦੇ ਪਾ ਰਿਹਾ ਸੀਗਾ, ਬਿਜ਼ੀ ਵੀ ਸੀਗੇ ਤੇ ਬਾਲੀਵੁੱਡ ਦਾ ਕਰਕੇ ਗਾਣੇ ਗੁਣੇ ਕਰੀ ਜਾਂਦੇ ਸੀਗੇ। ਤੇ ਬਟ ਹੁਣ ਗਾਣਾ ਮੇਰਾ ਜਿਹੜਾ ਨਵਾਂ ਗਾਣਾ ਆ ਰਿਹਾ ਉਹਦਾ ਪੋਸਟਰ ਮੈਂ ਅੱਜ ਹੀ ਰਿਲੀਜ਼ ਕੀਤਾ ਮੇਰੇ ਸੋਸ਼ਲ ਮੀਡੀਆ ਤੇ, ਮੇਰੇ ਪੇਜਸ ਤੇ। ਤੇ ਗਾਇਜ਼ ਮੈਨੂੰ ਆਈ ਨੀਡ ਯੂਰ ਲਵ ਐਂਡ ਬਲੈਸਿੰਗਸ, ਤੇ ਤੁਸੀਂ ਜ਼ਰੂਰ ਦੇਖਿਓ ਔਰ ਆਈ ਐਮ ਸ਼ੋਰ ਕਿ ਗਾਣਾ ਤੁਹਾਨੂੰ ਬਹੁਤ ਪਸੰਦ ਆਊਗਾ ਕਿਉਂਕਿ ਮੈਂ ਬਹੁਤ ਚਿਰ ਬਾਅਦ ਇੱਕ ਰੋਮਾਂਟਿਕ ਗਾਣਾ ਕੀਤਾ ਹੈ। ਮੈਂ ਬਹੁਤ ਪਾਰਟੀ ਨੰਬਰ ਕਿੰਨੇ, ਜਿੱਦਾਂ ਤੁਸੀਂ ਦੱਸਿਆ ਕਿ ਪਾਰਟੀ ਨੰਬਰ ਗਾਈ ਜਾਂਦਾ ਸੀਗਾ ਤੇ ਉਹ ਗਾਣਾ ਕੋਈ ਗਾ ਨਹੀਂ ਸੀ ਰਿਹਾ ਜਿਹੜਾ ਲੋਕ ਮੇਰੇ ਤੋਂ ਸੁਣਨਾ ਚਾਹੁੰਦੇ ਸੀਗੇ। ਤੇ ਹੁਣ ਮੈਂ ਕੋਸ਼ਿਸ਼ ਕੀਤੀ ਆ ਕਿ ਕਿਉਂਕਿ ਜਿੱਦਾਂ ਦਾ ਫੈਨ ਲਵ ਜੋ ਆਇਆ ਸੀ ਮੈਨੂੰ ਜਾਂ ਮੈਨੂੰ ਮੈਸੇजेस ਆਉਂਦੇ ਸੀਗੇ, ਉਹ ਸਾਰਿਆਂ ਦੀ ਇਹੀ ਡਿਮਾਂਡ ਸੀ ਕਿ ਕੋਈ ਰੂਹ ਵਾਲਾ ਗਾਣਾ, ਕੋਈ ਜਿਹੜਾ ਹਾਰਟ ਟੱਚਿੰਗ ਗਾਣਾ ਕੋਈ ਹੋਣਾ ਚਾਹੀਦਾ। ਤੇ ਬਸ ਮੈਂ ਕੋਸ਼ਿਸ਼ ਕੀਤੀ ਆ ਕਿ ਤੁਹਾਨੂੰ ਇੱਦਾਂ ਦਾ ਗਾਣਾ ਸੁਣਾਵਾਂ। ਬਾਕੀ ਪੋਸਟਰ ਜਿਹੜਾ ਉਹਦਾ ਔਰ ਡੇਟ ਫਿਰ ਦੁਬਾਰਾ ਮੈਂ ਉਹਦੇ ਅਪਡੇਟਸ ਵੱਲ ਹੋ ਜਾਣਾ ਹੈ। ਆਈ ਐਮ ਸੋ ਬੈਡ ਵਿਦ ਥੀਸ ਥਿੰਗਸ, ਯੂ ਨੋ। ਮੈਨੂੰ ਬੜਾ
ਪਤਾ ਵੀ ਨਹੀਂ ਸੀਗਾ ਕਿੱਦਾਂ ਕੀ ਸਿਸਟਮ ਹੁੰਦਾ ਪ੍ਰਮੋਸ਼ਨ ਦਾ ਔਰ ਇਹ ਸਾਰਾ ਕੁਝ ਤੇ ਹੁਣ ਬਟ ਮੈਂ ਪਹਿਲੀ ਵਾਰੀ ਆਪਣੇ ਗਾਣੇ ਨੂੰ ਅੱਛੀ ਤਰੀਕੇ ਨਾਲ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰੂੰਗਾ ਔਰ ਤੁਹਾਡੀਆਂ ਦੁਆਵਾਂ ਤੁਹਾਡਾ ਪਿਆਰ ਚਾਹੀਦਾ ਹੈ ਤੁਸੀਂ ਪਲੀਜ਼ ਮੇਰਾ ਪੋਸਟਰ ਦੇਖਿਓ ਔਰ ਆਪਣੀ ਓਨੈਸਟ ਫੀਡਬੈਕ ਦਿਓ ਤੁਹਾਨੂੰ ਕਿੱਦਾਂ ਦਾ ਲੱਗਿਆ हेलो खाली पोस्टर देखना नहीं, पोस्टर ਨੂੰ ਸਭ ਦੇ ਦਾ ਸ਼ੇਅਰ ਵੀ ਮਾਰਨਾ, ओके? ਹਾਂਜੀ ਹਾਂਜੀ ਪਲੀਜ਼ ਹਾਂਜੀ ਪਲੀਜ਼ ਪਲੀਜ਼ ਸ਼ੇਅਰ भी करना हाँ, लाइक शेयर एंड कमेंट ऐसे करके जैसे बाकी सारे बोलते हैं, यू नो मैंने ए सीखन ਨੂੰ बहुत साल लग जाने, मैंने पता नहीं मैं कदे ਕਰਨ ਵਾਲੀ ਹਾਂ। ओके, सो व्हेन वी टॉक अबाउट ਮੈਨੂੰ ਲੱਗਦਾ ਹੈ 2020 ਜਿਹੜਾ ਸਾਲ ਚੜਿਆ ਲੋਕੀ ਸਾਰੇ ਇਸ ਸਾਲ ਨੂੰ ਆਪਣੀ ਜ਼ਿੰਦਗੀ ਚ ਸਕਿਪ ਆਊਟ ਕਰਨਾ ਚਾਹੁੰਦੇ ਨੇ, लेकिन नवराज हंस नहीं करना चाहते होने, आई एम श्योर। यू नो why because in 2020 the movie which has been released, Happy Hardy and Heer, and then Street Dancer 3D, ਇਹਨਾਂ ਸਾਰੀਆਂ ਮੂਵੀਜ਼ ਚ ਵੀ ਤੁਹਾਡੇ ਗਾਣੇ ਆਏ ਨੇ, ਲਾਈਕ ਲੈ ਜਾਣਾ and then ਮਿਲੇ ਸੁਰ। So it is a matter of pride that whenever you sing such amazing and exemplary songs, ਤੇ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀ, I think if I'm not wrong there is another new achievement in your life which is coming up very soon, ਮੈਨੂੰ ਨਹੀਂ ਪਤਾ ਕਦ ਆਉਣ ਵਾਲੀ ਹੈ ਮੂਵੀ, ਕਦੋਂ ਰਿਲੀਜ਼ ਹੋ ਰਹੀ ਹੈ, that is the biopic of ਮੁਲਾਇਮ ਸਿੰਘ ਯਾਦਵ ਜੀ। ਹਾਂਜੀ ਤੇ ਉਹਦਾ ਟਾਈਟਲ ਟਰੈਕ ਤੁਸੀਂ ਗਾਇਆ ਹੈਗਾ, ਤੇ ਆਈ ਡੋਨਟ ਨੋ ਤੁਸੀਂ ਉਹ ਥੋੜਾ ਜਿਹਾ ਗੁੰਗੁਣਾ ਸਕਦੇ ਹੋ ਕਿ ਨਹੀਂ ਗੁੰਗੁਣਾ ਸਕਦੇ ਹੋ ਇੱਥੇ, ਕਿ ਅਲਾਉਡ ਨਹੀਂ ਹੁੰਦਾ ਜਾਂ ਕੁਝ ਇਹੋ ਜਿਹਾ ਹੁੰਦਾ? ਮੈਂ ਗੁੰਗੁਣਾਉ ਤਾਂ ਮੈਂ ਸਕੂੰਗਾ ਬਟ ਹਾਲੇ ਨਹੀਂ, ਮੈਂ ਲੈਟ ਦ Song get released ਤੇ ਓਕੇ I hope you don't mind and I hope everybody understand that ਕਿ ਜਦ ਤੱਕ ਗਾਣਾ ਰਿਲੀਜ਼ ਨਹੀਂ ਹੋ ਜਾਂਦਾ ਪੂਰਾ I won't be able to sing it here ਤੇ ਬਸ ਜਲਦੀ ਗਾਣਾ ਪਰ 2-4 ਦਿਨ ਚ ਆ ਜਾਣਾ ਹੈ। ਔਰ ਮੈਨੂੰ ਬੜੀ ਅੱਛੀ, ਮੈਨੂੰ ਉਹਨਾਂ ਨੇ ਮੈਨੂੰ ਕਿਹਾ ਕਿ ਬੰਗਾਲ ਦੇ म्यूजिक डायरेक्टर ने, उन्होंने मैंने पहला डायरेक्टर साहब ने फोन किया फिल्म ने, उन्होंने कहा मैं आपको पहले फिल्म का ट्रेलर भेज रहा हूँ और फिर हाँ आप देखो, बड़ा जोश वाला गाना है और हमने आपकी आवाज सुनी है तो मैंने बड़ा अच्छा लगता कि यू नो व्हेन समबडी अप्रोचेस यू सेइंग कि सानू इदां दी चीज चाहिदी है ते अच्छा लगता। तो गाना बहुत अच्छा है और आई थिंक विद इन 4-5 days it will be out. I think when you've sung Mile Sur is absolutely something wherein your all sur come out. So एक line ਆਪਾਂ Mile Sur ਦੀ ਇੱਕ ਸੁਣਨਾ ਚਾਹਾਂਗੇ। ਹਾਂਜੀ, Mile Sur ਮੇਰਾ ਤੁਹਾਡਾ ਵੀ ਮੇਰੇ ਬਹੁਤ ਮੈਨੂੰ ਅੱਛਾ ਲੱਗਦਾ ਕਿਉਂਕਿ ਜਦੋਂ ਅਸੀਂ ਨਿੱਕੇ ਨਿੱਕੇ ਜਿਹੇ ਸੀ ਉਦੋਂ ਇੱਕ ਦੂਰਦਰਸ਼ਨ ਤੇ ਸ਼ਾਇਦ ਗਾਣਾ ਆਉਂਦਾ ਸੀ ਵੀ मिले सुर मेरा तुम्हारा Can you hear me now? हाँ जी क्लियर है। मिले सुर मेरा तुम्हारा तो सुर बने हमारा, मिले सुर मेरा तुम्हारा तो सुर बने हमारा। Oh wow, you know ਇਹੋ ਜਿਹਾ ਕੋਈ ਗਾਣਾ I think ਜੇ ਕਿਸੇ ਵੀ ਸਿੰਗਰ ਨੂੰ ਆਪਣੀ ਪੂਰੀ ਜ਼ਿੰਦਗੀ ਚ ਗਾਣ ਨੂੰ ਮਿਲ ਜਾਏ ਜਿਹੜਾ ਕਿ ਕਈ ਸਦੀਆਂ ਤੱਕ ਜ਼ਿੰਦਾ ਰਹੇ, that means a lot. You've sung this song for your own nation, for India. That makes itself a very good reason to feel proud about. Okay, so ਮੈਨੂੰ ਇਹ ਲੱਗਦਾ ਹੈ ਇੱਕ ਇਹੋ ਜਿਹੀ ਭਾਵੇਂ ਕਿ ਜਿੰਨੀਆਂ ਮਰਜ਼ੀਆਂ ਫਲਾਈਟਸ ਉਡਾ ਲਓ ਦੁਨੀਆ 'ਚ, ਭਾਵੇਂ ਜਿੰਨੇ ਮਰਜ਼ੀ ਤੁਸੀਂ ਲਗਜ਼ਰੀ ਤੋਂ ਲਗਜ਼ੂਰੀਅਸ ਗੱਡੀਆਂ ਕੱਢ ਲਓ, ਜਦ ਤੱਕ ਰੇਲ ਗੱਡੀ ਨਹੀਂ ਸੁਣਾਈ ਦਿੰਦੀ ਨਾ ਤਦ ਤੱਕ ਕਿਸੇ ਵੀ ਪੰਜਾਬੀ ਮਹਿਫਿਲ ਦਾ ਐਂਡ ਨਹੀਂ ਹੋ ਸਕਦਾ, ਮੈਨੂੰ ਇੰਝ ਲੱਗਦਾ। ਲੈਟਸ ਹੀਅਰ ਇਟ ਫਰਮ ਯੂ, ਰੇਲ ਗੱਡੀ। अरे पहली बारी देखा तुझको दिल में बजी शहनाई, दूजी बारी तुझको अपने दिल की बात बताई, तूने घास न डाली तुझसे सुंदर कुड़ी पटाई, पिछे हो जा सोहणिए साडी रेल गड्डी आई, पिछे हो जा सोहणिए साडी रेल गड्डी आई, पिछे हो जा सोहणिए साडी रेल गड्डी आई। Okay, so there are many songs that you've sung till now, but I think singing songs and having songs and listening to songs is what we all love. But ਤੁਸੀਂ ਜਿਹੜਾ ਕਿ starting ਚ mention ਕੀਤਾ ਕਿ ਤੁਸੀਂ you yourself is a sports person, right?
ਤੇ ਮੈਂ ਇਹ ਪੁੱਛਣਾ ਚਾਹੁੰਦੀ ਹਾਂ, ਕਦੀ ਏਦਾਂ ਹੋਇਆ ਹੈ ਤੁਹਾਨੂੰ ਸਪੋਰਟਸ ਖੇਡਦੇ ਹੋਏ ਜਾਂ ਕ੍ਰਿਕਟ ਖੇਡਦੇ ਹੋਏ ਕੋਈ ਇੰਜਰੀ ਹੋਈ ਹੋਏ, ਜਾਂ ਯੂ ਗਾਟ ਹਰਟ ਸਮਵੇਅਰ অর ਦੀ ਅਦਰ, ਏਦਾਂ ਕਦੀ ਹੋਇਆ ਤੁਹਾਡੇ ਨਾਲ? ਸਪੋਰਟਸਮੈਨ ਲਈ ਤਾਂ ਇੰਜਰੀ ਹੋਣਾ ਇੱਕ ਆਮ ਗੱਲ ਹੁੰਦੀ ਹੈ ਕਦੀ ਨਾ ਕਦੀ। ਜਿੱਦਾਂ ਜਿੰਨਾ ਮਰਜ਼ੀ ਧਿਆਨ ਰੱਖੋ, ਮੇਰੇ ਸੀਸੀਐਲ ਖੇਡਦੇ ਬਹੁਤ ਜ਼ੋਰ ਦੀ ਸੱਟ ਲੱਗੀ ਸੀ ਆ ਪਿੱਛੇ ਜੇ, ਸੀਸੀਐਲ ਗੋਡੇ ਤੇ ਮੇਰੇ ਸੱਟ ਲੱਗੀ ਸੀ, ਮੈਨੂੰ ਯਾਦ ਆ। ਸੀ ਬਾਉਂਡਰੀ ਤੇ ਬਾਲ ਰੋਕਣੀ ਸੀ ਤੇ ਇਧਰੋਂ ਮੈਂ ਭੱਜ ਜਾ ਰਿਹਾ ਸੀ, ਉਧਰੋਂ ਦੂਜਾ ਬੰਦਾ, ਨਾ ਉਹਨੇ ਮੈਨੂੰ ਦੇਖਿਆ ਨਾ ਮੈਂ ਉਹ ਦੇਖਿਆ, ਤੇ ਆਪਸ ਚ ਵੱਜੇ ਤੇ ਉਹਦੇ ਪਤਾ ਨਹੀਂ ਉਹਦੇ ਗੋਡੇ 'ਚ ਮੇਰਾ ਗੋਡਾ ਵੱਜਿਆ। ਤੇ ਬਹੁਤ ਹਾਂ ਉਦੋਂ ਹੋ ਗਈ ਸੀ। ਤੇ ਬਾਕੀ ਇੱਕ ਵਾਰੀ ਮੈਨੂੰ ਸ਼ਾਇਦ ਅੰਡਰ 16 ਦੇ ਕੈਂਪ 'ਚ ਮੇਰੇ ਸਲਿਪ ਡਿਸਕ ਦੀ ਪ੍ਰੋਬਲਮ ਹੋ ਗਈ ਸੀ ਸ਼ਾਇਦ ਉਦੋਂ, ਮੈਨੂੰ ਇਫ ਆਮ ਨਾਟ ਰੋਂਗ। ਤੇ ਛੋਟੀਆਂ ਮੋਟੀਆਂ ਬਾਕੀ ਸੱਟਾਂ ਸੁੱਟਾਂ ਤਾਂ ਚੱਲਦਾ ਹੀ ਆ ਮਾੜਾ ਮੋਟਾ। ਅੱਛਾ, ਹਰਪ੍ਰੀਤ ਪੁੱਛਦੇ ਪਏ ਨੇ ਭਾਜੀ ਤੁਹਾਨੂੰ ਬੈਟਿੰਗ ਜ਼ਿਆਦਾ ਵਧੀਆ ਲੱਗਦੀ ਹੈ ਜਾਂ ਬੋਲਿੰਗ, ਮਤਲਬ ਬੈਟਿੰਗ 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 ਬੈਟਿੰਗ। मैनू आशीष ने किया कि इशमीत आपको एसीएल खेलना पड़ेगा। मैं कहा भाई वाइस प्रेसिडेंट तो ठीक है, मेरे को खेलना मिलना आता नहीं है। मैंने मेनू जबरदस्ती एसीएल की टीम से पाता, एंड आई एम सो हैप्पी दैट आई वाज इन द बेस्ट टीम ऑफ कोर्स विद ऋतुराज कर, एंड ही इज द टॉप मोस्ट पायनियर इन आवर इवेंट इंडस्ट्री। ते मैं ਉਹਨਾਂ ਵਿੱਚੋਂ ਹੈਗੀ ਜਿਹੜੀ ਜ਼ੀਰੋ ਤੇ ਵੀ ਆਊਟ ਹੋਈ ਹੈ। आई प्राउडली से इट, क्योंकि मैं कदे क्रिकेट नहीं खेलिया सी। ते आशीष इज समबडी जिन्हें सानू सारिਆਂ ਨੂੰ ਇਕੱਠਾ ਕਰਤਾ, एंड दिस ACL आई विल प्रैक्टिस फ्रॉम बिफोर। ਤੇ ਮੈਨੂੰ ਥੋੜੇ ਪਲੀਜ਼ ਸੀਕ੍ਰੇਟਸ ਵੀ ਦੱਸ ਦੇਣਾ ਕਿੱਦਾਂ ਛੱਕੇ ਛੁੱਕੇ ਮਾਰੀ ਜਾਂਦੇ ਕਿਉਂਕਿ ਤੁਸੀਂ ਤੇ ਸੈਂਚੁਰੀ ਬਣਾ ਚੁੱਕੇ ਹੋ ਆਪਣੇ ਮੈਚ 'ਚ, ਆਈ ਨੋ ਇਟ। ਹਾਂਜੀ ਉਹ ਠੀਕ ਆ। ਮੈਂ ਉਹਨਾਂ ਵਧੀਆ ਕ੍ਰਿਕਟਰ ਨਹੀਂ ਹੈਗਾ ਕਿ ਮੈਂ ਸਿਖਾ ਸਕਾਂ ਕਿਸੇ ਨੂੰ, ਬਟ ਹਾਂ ਮਾੜਾ ਮੋਟਾ ਖੇਡ ਲਈਦਾ ਵਧੀਆ, ਠੀਕ ਆ, ਮਜ਼ੇ ਲਈ ਖੇਡਾਂਗੇ। ਚਲੋ ਵਧੀਆ, ਆਪਾਂ ਮਜ਼ੇ ਲਈ ਖੇਡਾਂਗੇ, ਦੈਟਸ ਫॉर श्योर। Okay, Yes. so now ladies and gentlemen, we are getting started with the Q&A session. Q&A session start ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਨਫੋਰਮ ਕਰਨਾ ਚਾਹੁੰਦੀ ਹਾਂ, ਜੇ ਤੁਹਾਡੇ ਚਿੱਤ 'ਚ ਕੋਈ ਸਵਾਲ ਹੈਗਾ, ਜੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਸਾਡੇ ਸੈਲੀਬ੍ਰਿਟੀ ਗੈਸਟ ਨਵਰਾਜ ਹੰਸ ਜੀ ਨੂੰ, ਤੁਸੀਂ ਆਪਣਾ ਸਵਾਲ ਇੱਥੇ ਕਮੈਂਟਸ 'ਚ ਪਲੀਜ਼ ਲਿਖ ਦਿਓ। ਤੇ ਜੇ ਤੁਹਾਡਾ ਕੋਈ ਗਾਣਾ ਤੁਸੀਂ ਰਿਕੁਐਸਟ ਕਰਨਾ ਚਾਹੁੰਦੇ ਹੋ ਕਿ ਤੁਹਾਡੇ ਵਾਸਤੇ ਗਾਣ ਜਾਂ ਡੈਡੀਕੇਟ ਕਰਨ, Thank you guys. वो लिख दीजिए। ਤੁਸੀਂ आके या अगर आप चाहते हैं कि नवराज जी से आपको कोई सवाल पूछना है तो आप प्लीज उसे कमेंट्स में लिख दीजिए, मैं कोशिश करूंगी पूछने का। लेकिन एक सवाल जो मेरे खुराफाती हृदय में से निकल के उमड़ता हुआ बाहर आ रहा है वो कुछ ऐसा है नवराज जी, मतलब आप ऐसा बोलते हैं ना कि अगर कोई इंसान किसी काम को करने से पहले थोड़ा सा नर्वस होता है तो बहुत अच्छी बात होती है, क्योंकि जब आप थोड़ा सा नर्वस होते हैं तो आप उसे और अच्छे तरीके से करते हैं, मतलब आप अपना 100 की जगह 210% थैंक यू लवप्रीत जी। हाँ जी, राइट। हाँ जी। सो आई नीड टू नो, मतलब ਤੁਸੀਂ ਇੰਨੇ ਅੱਛੇ ਗੁਰੂ ਕੋਲੋਂ ਸਿੱਖਿਆ ਹੈਗਾ ਗਾਇਕੀ ਤੁਹਾਡੇ ਰੂਹ 'ਚ ਹੈਗੀ ਹੈ ਕਿ ਜਦ ਤੁਸੀਂ ਗਾਉਂਦੇ ਹੋ ਨਾ ਇਹ ਚੀਜ਼ ਸਾਫ਼ ਦਿਸ ਜਾਂਦੀ ਹੈ, ਭਾਵੇਂ ਤੁਸੀਂ ਦਿਖਾਣਾ ਨਾ ਵੀ ਖਾਓ ਉਹ ਚੀਜ਼ ਦਿਸਦੀ ਹੈਗੀ ਹੈ। ਸੋ ਆਈ ਨੀਡ ਟੂ ਨੋ, having a father साहब हंसराज हंसी and then having a father-in-law like दलेर मेहंदी जी, कभी डांट पई है कि पुत्र है कि गंदा पिया है या वो कुछ गलत गा के आया है या something like this, कभी ਇਹੋ ਜਿਹਾ ਕੁਝ ਹੋਇਆ? ਡਾਂਟ ਮੈਨੂੰ, ਹਾਂਜੀ ਮੈਨੂੰ ਡਾਂਟ, ਮੈਂ ਬਹੁਤ ਖੁਸ਼ਕਿਸਮਤ ਹਾਂ, ਮੈਨੂੰ ਹੱਲੇ ਵੀ ਡਾਂਟ ਪੈਂਦੀ ਹੈ। ਔਰ ਮੈਂ ਤਾਂ ਹੀ ਮੈਂ ਜਦੋਂ ਵੀ ਗਾਉਂਦਾ ਮੈਨੂੰ ਸੱਚੀ ਬਹੁਤ ਜ਼ਿਆਦਾ ਡਰ ਲੱਗਦਾ, ਇਸ ਕਰਕੇ ਕਿ ਡੈਡੀ ਜੀ ਨੇ ਵੀ ਸੁਣਨਾ ਆ, ਮੇਰੀ ਫੈਮਿਲੀ ਨੇ ਸੁਣਨਾ ਆ, ਮੇਰੇ ਫੈਨਸ ਨੇ ਸੁਣਨਾ, ਮੈਨੂੰ ਪਿਆਰ ਕਰਨ ਵਾਲਿਆਂ ਨੇ ਸੁਣਨਾ। ਤੇ ਮੈਨੂੰ ਹਮੇਸ਼ਾ ਡਰ ਰਹਿੰਦਾ ਕਿ ਸੁਰ ਜਿਹੜਾ ਨਾ ਉਹ ਕਿਸੇ ਦਾ ਖਰੀਦਿਆ ਹੋਇਆ ਨਹੀਂ ਹੁੰਦਾ। ਸੁਰ ਕਿਸੇ ਦਿਨ ਬਹੁਤ ਅੱਛਾ ਲੱਗ ਜਾਂਦਾ, ਕਦੀ ਖਰਾਬ ਵੀ ਹੋ ਸਕਦਾ, ਤੇ ਇਸ ਕਰਕੇ ਡਰ ਕੇ ਹੀ ਕੰਮ ਕਰਨਾ ਚਾਹੀਦਾ। ਤੇ ਮੈਨੂੰ ਡਾਂਟ ਡੂੰਟ ਤਾਂ ਪੈਂਦੀ ਰਹਿੰਦੀ ਹੈ ਜੀ। अच्छा, we have a request for you, a silly song by you. I know that is from your, of course, from your father, but they want to hear it. The same line just सुना सको? मैं सुना देना जी। ये जो सिल्ली सिल्ली आंदी है हवा, ये जो सिल्ली सिल्ली आंदी है हवा, किते कोई रोंदा होवेगा, यादां मेरे वांगू सीने नाल ला, यादां मेरे वांगू सीने नाल ला, किते कोई रोंदा होवेगा, ये जो सिल्ली सिल्ली आंदी है हवा, सिल्ली सिल्ली आंदी है हवा, किते कोई रोंदा होवेगा। Wow, you know,
you are giving those equally goosebumps here and there, like the way your father sings. Okay, so Navraj, this session is going to end in 20 seconds. That's the Instagram policy. मगर मैं ਤੁਹਾਨੂੰ सिर्फ मुश्किल ਨਾਲ 5-10 ਮਿੰਟ ਵਾਸਤੇ ਹੋਰ ਜੋੜਨਾ ਚਾਹਾਂਗੀ ACL this page ਨਾਲ. So we're going to restart the session just for 5 minutes if you're okay with it. ਮੈਨੂੰ ਤੁਸੀਂ ਹੁਣ ਇਸ ਤੋਂ ਬਾਅਦ ਬੰਦ ਕਰਕੇ ਫਿਰ ਦੁਬਾਰਾ ਲੈਣਾ? Okay, hello everybody. We were in the live conversation with none other than the superstar, the amazing singer, our very own Punjabi that who's whenever he goes on to the stage, he gives such tremendous, awesome performances. Ladies and gentlemen, I was in conversation with none other than Navraj Hans, and apparently the session went phenomenal, very amazing, and very exemplary. So we wanted to continue it for about another 1 or 2 or 5 minutes from now. So ladies and gentlemen, I'll try and connect Navraj yet again if he's available, and let's see, once he comes online I can do that. And ladies and gentlemen, in this last session which has just ended, we had discussed a lot of truthful facts about Navraj's life. दोस्तों, आज तक ਇਹੋ ਜਿਹੀ ਬਹੁਤ ਸਾਰੇ ਕਿੱਸੇ ਹੈਗੇ ਨੇ ਜਿਹੜੇ ਤੁਹਾਨੂੰ ਨਹੀਂ ਪਤਾ ਸੀ। ਉਹ ਸਾਰੇ ਕਿੱਸੇ ਆਪਾਂ ਅੱਜ ਡਿਸਕਸ ਕੀਤੇ ਨੇ ਨਵਰਾਜ ਜੀ ਨਾਲ, and I'm sure that all of you have come across with his life and incidents live here on the ACL page. And hello Arman, hello Vaibhav, so very warm welcome to all of you who have come back here. So ladies and gentlemen, here we have Navraj. 5 minutes or so, and that's it. Then we're going to let him go off because I'm sure that he had already spared an hour for us from his schedule. So Navraj, thank you so much for coming back here. कोई गल ही नहीं, कोई चक्कर ही नहीं। Now we look at the viewers, they're like फटाफट से वहाँ सेशन खत्म हुआ और इधर आके बैठ गए हैं, and that's so sweet of all of them. Thank you. So Navraj, before we end this session, there are 2 or 3 important things that I really need to know from you. First thing, out of all the songs that you've sung in the Bollywood industry or in the Punjabi industry, which is your favorite one? ਮੇਰਾ ਜਿਹੜਾ ਫੇਵਰਿਟ ਗਾਣਾ ਆ ਉਹ ਜਿਹੜਾ ਮੈਂ ਆਪਣੇ ਉਸਤਾਦ ਜੀ ਨਾਲ ਸਭ ਤੋਂ ਪਹਿਲਾਂ ਗਾਇਆ, ਇਹ ਜੋ ਸਿਲੀ ਆਉਂਦੀ ਹੈ ਹਵਾ ਤੇ ਨਾਰਾਜ਼ਗੀ ਗਾਣਾ, ਐਕਸਕਿਊਜ਼ ਮੀ, ਅਸੀਂ ਇਕੱਠਿਆਂ ਨੇ ਗਾਇਆ ਸੀਗਾ। ਔਰ ਮੈਨੂੰ ਲੱਗਦਾ ਉਸ ਤੋਂ ਜ਼ਿਆਦਾ ਵੱਡੀ ਗੱਲ ਮੇਰੇ ਲਈ ਜ਼ਿੰਦਗੀ 'ਚ ਨਾ ਹੋਈ ਸੀ, ਨਾ ਹੋਈ ਆ, ਨਾ ਹੋਣੀ ਆ। ਤੇ ਮੇਰੇ ਲਈ ਬਹੁਤ ਵੱਡੀ ਗੱਲ ਆ ਉਹਨਾਂ ਦੇ ਨਾਲ ਸਟੇਜ ਸ਼ੇਅਰ ਕਰਨੀ ਔਰ ਉਹਨਾਂ ਦੇ ਨਾਲ ਗਾਣਾ ਗਾਉਣਾ ਸੇਮ ਜਗ੍ਹਾ ਤੇ। ਮੇਰੇ ਲਈ ਉਹ ਬਹੁਤ ਵੱਡਾ ਦਰਜਾ ਰੱਖਦਾ ਉਹ ਗਾਣਾ, ਤੇ ਇਸ ਕਰਕੇ ਉਹ ਮੇਰੇ ਦਿਲ ਦੇ ਸਭ ਤੋਂ ਕਰੀਬ ਆ। ਇਹੋ ਜਿਹੇ ਕੋਈ ਮੂਮੈਂਟਸ ਹੁੰਦੇ ਨੇ ਜਿਹੜੇ ਸਾਡੀ ਜ਼ਿੰਦਗੀ 'ਚ ਏਦਾਂ ਜੁੜ ਜਾਂਦੇ ਨੇ ਕਿ ਸਾਨੂੰ ਲੱਗਦਾ ਕਿ ਇਹਨੂੰ ਅਸੀਂ ਕਦੀ ਭੁਲਾਣਾ ਨਹੀਂ ਚਾਹੁੰਦੇ ਤੇ ਭੁਲਾ ਸਕਦੇ ਹਾਂ, and that is really worth putting up for. Okay, so I have another question which is completely related to Navraj Hans की stories. So दोस्तों, आज तक मैं कई जगह follow करती हूँ नवराज जी को, on Instagram, Facebook, Snapchat, everywhere, even on your YouTube channel and everywhere. मैंने पता है that a person is somewhat alike. ਜਿਹੜਾ fashion conscious person ਮੇਰੇ ਅੰਦਰ ਹੈਗਾ, ਉਹ ਜਿਹਾ ਇੱਕ fashion conscious person is inside Navraj Hans. I think just like me, you're also crazy about brands and designer clothes and Gucci, Armani, LV and many more. देखो, being born with a silver spoon, a lot of people can have it, but to make your own earning become a silver spoon for your future family is something really exemplary. I have seen you doing that. You know, overall experience ਦੱਸੋ, ਜਦੋਂ ਤੁਸੀਂ ਸਭ ਤੋਂ ਪਹਿਲੇ ਆਪਣੀ ਕਮਾਈ ਦਾ ਕੋਈ ਬਹੁਤ ਅਮੇਜ਼ਿੰਗ ਜਿਹਾ ਬ੍ਰਾਂਡਡ ਕੋਈ ਚੀਜ਼ ਖਰੀਦੀ ਹੋ, ਤੁਹਾਨੂੰ ਬਹੁਤ ਖੁਸ਼ੀ ਹੋਈ, ਉਹ ਵਾਲੀ ਚੀਜ਼ ਮੈਂ ਜਾਣਨਾ ਚਾਹੁੰਦਾ। ਹਾਂਜੀ, ਮੈਂ ਦੱਸਦਾ। ਮੈਨੂੰ ਨਾ ਰੋਲੈਕਸ ਦਾ ਬਹੁਤ ਜ਼ਿਆਦਾ ਸ਼ੌਂਕ ਸੀ, ਘੜੀਆਂ ਦਾ, ਕਿਉਂਕਿ ਡੈਡੀ ਜੀ ਲਾਉਂਦੇ ਸੀਗੇ ਗੁੱਟ ਤੇ ਘੜੀਆਂ, ਉਹਨਾਂ ਕੋਲ ਬੜੀ ਸੋਹਣੀ ਕਲੈਕਸ਼ਨ ਹੈ ਘੜੀਆਂ ਦੀ। ਤੇ ਮੈਂ ਇੱਕ ਵਾਰੀ ਕਾਲਜ ਘੜੀ ਲਾ ਕੇ ਚਲਾ ਗਿਆ ਉਹਨਾਂ ਦੀ, ਤੇ ਐਵੇਂ ਜਾ ਕੇ ਟੀਨੇਜ 'ਚ ਤੁਹਾਨੂੰ ਪਤਾ ਨਹੀਂ ਹੁੰਦਾ ਤੁਸੀਂ ਕੀ ਕਰ ਰਹੇ ਆ, ਬਹੁਤ ਸਾਰੀਆਂ ਗਲਤੀਆਂ ਬੰਦੇ ਨੂੰ ਹੋ ਜਾਂਦੀਆਂ। ਤੇ ਮੈਨੂੰ ਸੀਗਾ ਕਿ ਯਾਰ ਬੜੀ ਘੈਂਟ ਲੱਗਦੀ ਆ, ਘੜੀ ਲਾ ਕੇ ਚਲਾ ਗਿਆ ਬਿਨਾਂ ਪੁੱਛੇ। ਐਂਡ ਉਹ ਫਿਰ ਮਾਤਾ ਨੇ ਦੱਸਤਾ ਕਿ ਤੁਹਾਡੀ ਘੜੀ ਲਾ ਕੇ ਗਿਆ ਸੀਗਾ, ਔਰ ਇਹ ਹਟਦਾ ਨੀਗਾ, ਦੇਖ ਲਓ ਇਹ ਬਾਜ ਨਹੀਂ ਆਉਂਦਾ, ਇਹਨੇ ਵਿਗੜ ਜਾਣਾ। ਦੈਨ ਹੀ
ਦੈਨ ਹੀ ਸੈਡ ਕਿ ਬੇਟਾ ਇਹ ਜਿਹੜੀ ਘੜੀ ਹੁੰਦੀ ਹੈ ਇਹ ਅਰਨ ਕੀਤੀ ਜਾਂਦੀ ਹੈ। ਔਰ ਉਹਨਾਂ ਦੀ ਮੈਂ ਐਸ ਕਲਾਸ ਵੀ ਲੈ ਕੇ ਚਲਾ ਗਿਆ ਸੀ ਕਾਲਜ, ਮੈਨੂੰ ਯਾਦ ਆ। ਤੇ ਉਹ ਬਹੁਤ ਮੈਨੂੰ ਯਾਦ ਆ ਉਸ ਦਿਨ ਬਹੁਤ ਮੈਨੂੰ ਗਾਲਾਂ ਪਈਆਂ ਸੀ ਬਹੁਤ ਜ਼ਿਆਦਾ। ਤੇ ਉਹਨਾਂ ਨੇ ਕਿਹਾ ਸੀਗਾ ਕਿ ਇਹ ਚੀਜ਼ਾਂ ਨਾ ਅਰਨ ਕੀਤੀਆਂ ਜਾਂਦੀਆਂ, ਇਹ ਚੀਜ਼ਾਂ ਤੂੰ ਅਚੀਵ ਕੀ ਕੀਤਾ। ਮੈਨੂੰ ਉਹਨਾਂ ਨੇ ਪੁੱਛਿਆ ਕਿ ਤੂੰ ਅਚੀਵ ਕੀ ਕੀਤਾ ਹਾਲੇ ਤੱਕ, ਮੈਨੂੰ ਇਹ ਦੱਸ, ਤੈਨੂੰ ਲੱਗਦਾ ਕਿ ਤੂੰ ਡਿਜ਼ਰਵ ਕਰਦਾ ਇਹ ਚੀਜ਼ਾਂ। ਉਦੋਂ ਤਾਂ ਮੈਨੂੰ ਬੜਾ ਏਦਾਂ ਲੱਗਿਆ, ਮੈਂ ਕਿਹਾ ਯਾਰ ਕੀ ਯਾਰ ਕਰਾਂ ਮੈਂ, ਪਤਾ ਨਹੀਂ ਯਾਰ ਮੈਂ ਕੀ ਕਰਤਾ, ਏਦਾਂ ਦੀ ਕਿਹੜੀ ਗੱਲ ਹੋ ਗਈ। ਬਟ ਹੀ ਵਾਜ਼ ਰਾਈਟ ਇਨ ਅ ਵੇ ਕਿ ਬੱਚਿਆਂ ਨੂੰ ਰੋਕਣਾ ਟੋਕਣਾ ਬਹੁਤ ਜ਼ਰੂਰੀ ਹੁੰਦਾ ਹੈ। ਤੇ ਫਿਰ ਜਦੋਂ ਮੇਰੀ ਪਹਿਲੀ ਫਿਲਮ ਦੇ ਪੈਸੇ ਮਿਲੇ, ਐਡਵਾਂਸ ਮਿਲਿਆ ਮੈਨੂੰ ਯਾਦ ਆ, ਮੈਨੂੰ 11 ਲੱਖ ਰੁਪਇਆ ਐਡਵਾਂਸ ਮਿਲਿਆ। ਤੇ ਮੈਂ ਉਹ ਜਿਹੜਾ ਮੇਰਾ ਦੋਸਤ ਪੰਡਤ ਜੀ ਅੰਕੁਰ ਸ਼ਰਮਾ, ਮੈਂ ਉਹਨੂੰ ਕਿਹਾ ਰੋਲੈਕਸ ਕਿੱਥੋਂ ਮਿਲੂਗੀ। ਕਹਿੰਦਾ ਚੰਡੀਗੜ੍ਹ ਪਈ ਹੈ, ਚੰਡੀਗੜ੍ਹ ਪਈ ਹੈ ਚੰਡੀਗੜ੍ਹ। ਤੇ ਮੈਂ ਚੰਡੀਗੜ੍ਹ ਫਿਰ ਇੱਕ ਜਿਊਲਰ ਸੀਗੇ, ਉਹਨਾਂ ਕੋਲ ਪਈਆਂ ਸੀ ਘੜੀਆਂ ਰੋਲੈਕਸ ਦੀਆਂ। ਫਿਰ ਮੈਂ ਜਾ ਕੇ ਸਬਮਰੀਨਰ ਸਟੀਲ ਐਂਡ ਗੋਲਡ ਸਬਮਰੀਨਰ ਬਾਏ ਕੀਤੀ। ਤੇ ਉਹ ਫਿਰ ਬਾਏ ਕੀਤੀ, ਫਿਰ ਮੈਂ ਪਹਿਲਾਂ ਘਰ ਗਿਆ ਤਾਂ ਮੈਂ ਉਹਦੇ ਗੁੱਟ ਤੇ ਲਾ ਕੇ ਨਹੀਂ ਰੱਖਦਾ ਸੀ ਉਹਨਾਂ ਦੇ ਸਾਹਮਣੇ। ਫਿਰ ਮੈਂ ਉਹਨਾਂ ਨੇ ਦੇਖ ਲਈ ਇੱਕ ਦਿਨ, ਮੈਂ ਲਾਈ ਨਹੀਂ ਸੀ ਤੇ ਉਹਨਾਂ ਨੇ ਦੇਖ ਲਈ, ਕਹਿੰਦੇ ਉਹ ਲੈ ਲਈ ਘੜੀ। ਮੈਂ ਕਿਹਾ ਹਾਂਜੀ ਡੈਡੀ ਜੀ ਮੈਂ ਲੈ ਲਈ ਆ। ਕਹਿੰਦੇ ਸ਼ਾਬਾਸ਼। ਅੱਛਾ ਫੀਲ ਹੋਇਆ ਉਹਨਾਂ ਉਸ ਮੂਮੈਂਟ ਤੇ ਕਿ ਹਾਂਜੀ ਤੁਹਾਡੇ ਹਾਂਜੀ ਹਾਂਜੀ ਨੋਟਿਸ ਕੀਤੀ ਕਿ ਮੇਰੇ ਬੱਚੇ ਨੇ ਆਪਣੇ ਆਪ ਅਰਨ ਕਰਕੇ ਇਹ ਚੀਜ਼ ਅਚੀਵ ਕੀਤੀ ਹੈ। ਇਹਦੇ ਚ ਹਾਂਜੀ 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 ਆਪਣਾ ਇੱਕ ਖੁਸ਼ੀ ਹੈਗੀ ਹੈ। ਉਹਨਾਂ ਨੂੰ ਬਹੁਤ ਅੱਛਾ ਲੱਗਿਆ। ਤੇ ਉਹਨਾਂ ਨੇ ਕਿਹਾ ਕਿ ਆਮ ਸੋ ਪ੍ਰਾਊਡ ਆਫ ਯੂ, ਤੂੰ ਲੈ ਲਈ ਘੜੀ, ਸ਼ਾਬਾਸ਼, ਬਾਬਾ ਜੀ ਹੋਰ ਬਹੁਤ ਕੁਛ ਕਰਨ। ਤੇ ਹਾਲਾਂਕਿ ਫਿਰ ਉਦੋਂ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਜਦੋਂ ਮੈਂ ਤੈਨੂੰ ਉਦੋਂ ਕਿਹਾ ਸੀ ਉਦੋਂ ਤੂੰ ਬਹੁਤ ਛੋਟਾ ਸੀ, ਉਦੋਂ ਤੈਨੂੰ ਸਮਝ ਨਹੀਂ ਸੀ, ਇਸ ਕਰਕੇ ਤੈਨੂੰ ਕਿਹਾ ਸੀਗਾ। ਤੇ ਫਿਰ ਉਹਨਾਂ ਨੇ ਉਦੋਂ ਕਾਲੇ ਰੰਗ ਦੀ ਲੈਂਡ ਕਰੂਜ਼ਰ ਲਈ ਸੀ, ਮੈਨੂੰ ਯਾਦ ਹੈ 2-3 ਦਿਨ ਬਾਅਦ। ਫਿਰ ਉਹਨਾਂ ਨੇ ਮੈਨੂੰ ਉਹਦੀ ਚਾਬੀ ਦਿੱਤੀ, ਕਹਿੰਦੇ ਹੁਣ ਤੇਰੀ ਯਾਰ ਇੰਜੋਏ ਕਰ, ਹੁਣ ਕੋਈ ਚੱਕਰ ਨਹੀਂਗਾ ਘੁੰਮ ਫਿਰ ਜਿੰਨਾ ਨਾ ਦੀ, ਹੁਣ ਸਮਝ ਗਿਆ ਕੀ ਕਰਨਾ ਹੈ। ਹੁਣ ਤੂੰ ਸਮਝ ਗਿਆ ਕੀ ਕਰਨਾ ਹੈ। ਤੇ ਉਹ ਮੈਂ ਸੱਚੀ ਕਹਿੰਦਾ ਮੈਂ ਬਹੁਤ ਲੱਕੀ ਹਾਂ ਕਸ਼ਮੀਰ, ਕਿ ਮੈਨੂੰ ਮੇਰੇ ਫਾਦਰ ਸਾਹਿਬ ਵਰਗਾ ਉਸਤਾਦ ਮਿਲਿਆ ਮੈਨੂੰ। ਬਹੁਤ ਮੈਂ ਖੁਸ਼ਕਿਸਮਤ ਔਰ ਲੱਕੀ ਹਾਂ। ਜਿੱਥੇ ਬੱਚੇ ਨੂੰ ਡਾਂਟਣਾ ਚਾਹੀਦਾ ਉੱਥੇ ਜ਼ਰੂਰੀ ਹੈ ਡਾਂਟਣਾ, ਜਿੱਥੇ ਬੱਚੇ ਨੂੰ ਪਿਆਰ ਕਰਨਾ ਉੱਥੇ ਜ਼ਰੂਰੀ ਹੈ ਪਿਆਰ ਕਰਨਾ। ਮੈਨੂੰ ਲੱਗਦਾ ਸਾਡੇ ਪੰਜਾਬੀਆਂ ਤੇ ਨਾ ਜਿਹੜਾ ਕਹਿੰਦੇ ਨੇ ਨਾ, ਉਹ ਗੱਲ ਬੜੀ ਸੱਚੀ ਹੈਗੀ ਹੈ ਕਿ ਝਿੜਕਾਂ ਨਾ ਸਿਰਫ ਕਿਸਮਤ ਵਾਲਿਆਂ ਨੂੰ ਮਿਲਦੀ ਹੈ। ਤੇ ਜੀ ਜੀ ਜਿਨ੍ਹਾਂ ਜੀ ਨੂੰ ਝਿੜਕਾਂ ਪੈਂਦੀਆਂ ਨੇ, ਜਿਨ੍ਹਾਂ ਕੋਲ ਵੱਡੇ ਹੈਗੇ ਨੇ, ਉਹਨਾਂ ਨੂੰ ਝਿੜਕਾਂ ਪੈਂਦੀਆਂ ਤੇ ਉਹੀ ਸਿੱਧੇ ਰਾਹ ਜਾਂ ਅੱਛੇ ਰਾਹ ਵੱਲ ਪੈਂਦੇ ਨੇ। ਐਂਡ that is ਬਹੁਤ something ਜ਼ਰੂਰੀ। that is something really important in your life. Okay, so we have another next important question for you, ਹਾਂਜੀ which ਹਾਂਜੀ goes, Navraj Hans is a brand today, but where do you see yourself in the coming next 5 years? See, मतलब अगले 5 years से हाँ, अपने आप लोग कैसे इमेजिन करते हैं? I where I wish to be, ਮੈਂ ਹਾਰਡ ਵਰਕ ਕਰਦਾ, ਬਟ ਮੈਨੂੰ ਇਹ ਨਹੀਂ ਪਤਾ ਮੈਂ ਕਿੱਥੇ ਹੋਊਂਗਾ। ਮੈਂ ਕਦੀ ਇਦਾਂ ਸੋਚਿਆ ਨਹੀਂ ਕਿ ਮੈਂ ਇੱਥੇ ਜਾਣਾ। ਆਈ ਲਿਵ ਇਨ ਦ ਪ੍ਰੈਜ਼ੈਂਟ, ਔਰ ਮੈਂ ਡੈਸਟਨੀ ਤੇ ਬਹੁਤ ਯਕੀਨ ਕਰਦਾ, ਕਿਉਂਕਿ ਜਿੰਨੀ ਵਾਰੀ ਵੀ ਮੈਂ ਕੋਸ਼ਿਸ਼ ਕੀਤੀ ਹੈ ਮੈਂ ਵੱਡਾ ਕਰਾਂ, ਨਹੀਂ ਵੱਡਾ ਨਹੀਂ ਹੋਇਆ। ਜਦੋਂ ਮੈਂ ਸੋਚਿਆ ਨਹੀਂ ਕੁਝ ਵੱਡਾ ਹੋਊਗਾ, ਉਦੋਂ ਬਹੁਤ ਵੱਡਾ ਕੁਝ ਹੋ ਗਿਆ। ਲਾਈਫ ਇਜ਼ ਸੋ ਅਨਸਰਟਨ। ਤੇ ਤੁਸੀਂ ਕੁਝ ਪਲਾਨ ਨਹੀਂ ਕਰ ਸਕਦੇ, ਤੁਸੀਂ ਹਾਰਡ ਵਰਕ ਕਰ ਸਕਦੇ ਹੋ, ਤੁਸੀਂ ਆਪਣੀ ਡੈਡੀਕੇਸ਼ਨ ਨਾਲ ਕੰਮ ਕਰ ਸਕਦੇ ਹੋ, ਪੈਸ਼ਨ ਨਾਲ ਕੰਮ ਕਰ ਸਕਦੇ ਹੋ। ਕੰਸਿਸਟੈਂਸੀ ਹੋਣੀ ਜ਼ਰੂਰੀ ਹੈ, ਬਟ ਤੁਸੀਂ ਇਟਸ ਨਾਟ ਇਨ ਯੋਰ ਹੈਂਡਸ। ਆਈ ਬਿਲੀਵ ਇਨ ਦੈਟ ਥਿੰਗ। ਮੈਨੂੰ ਲੱਗਦਾ ਨਹੀਂ ਕਿ ਇਹ ਚੀਜ਼ਾਂ ਕੋਈ ਵੀ ਦੱਸ ਸਕਦਾ ਹੈ ਕਿ ਅੱਜ ਤੋਂ 5 ਸਾਲ ਬਾਅਦ ਮੈਂ ਉੱਥੇ ਹੋਊਂਗਾ, ਮੈਂ ਇੱਥੇ ਹੋਊਂਗਾ। ਹਾਂ, ਮੈਂ ਹਾਰਡ ਵਰਕ ਕਰ ਰਿਹਾ, ਜੋ ਬਾਬਾ ਜੀ ਦੀ ਮਰਜ਼ੀ ਹੋਊਗੀ, ਜਿੱਥੇ ਮੈਨੂੰ ਜੋ ਮੇਰੇ ਲਈ ਲਿਖਿਆ ਹੈ ਉਹੀ ਹੋਣਾ। Okay, so I think there are a lot of good facts. ਅੱਜ ਜਿਹੜਾ ਸਾਡਾ ਲਾਈਵ ਚੈਟ ਸੈਸ਼ਨ ਸੀ, ਜਿਹਨੂੰ ਮੈਂ ਇੰਟਰਵਿਊ ਵੀ ਕਹਿ ਸਕਦੇ ਹਾਂ ਆਪਾਂ, ਉਹਦੇ 'ਚ ਕਈ ਇਹੋ ਜਿਹੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਜਿਹੜੀ ਨਵਰਾਜ ਹੰਸ ਬਾਰੇ ਮੈਨੂੰ ਨਹੀਂ ਲੱਗਦਾ ਲੋਕਾਂ ਨੂੰ ਪਤਾ ਵੀ ਹੋਣੀ ਹੈ। ਸੋ ਅੱਜ ਦਾ ਜਿਹੜਾ ਸੈਸ਼ਨ ਸੀਗਾ, it was like complete nurturing session. It was something that I like to remember it for my lifetime. ਕਿ ਅੱਜ ਦੇ ਸੈਸ਼ਨ 'ਚ ਆਪਾਂ ਇਹੋ ਜਿਹੀਆਂ ਸਾਰੀਆਂ ਗੱਲਾਂ ਕੀਤੀਆਂ, ਇਹਨਾਂ ਖੁੱਲ੍ਹ ਕੇ ਗੱਲ ਕੀਤੀ। there are a lot of people who don't really talk so clearly. ਸਾਨੂੰ ਬਹੁਤ ਅੱਛਾ ਲੱਗਿਆ। ਤੇ now next thing that I'm going to say to Navraj ji is that next time we want to see you in ACL next season. So we will see you, yes or no?
यस 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 यस, यू विल सी मी देयर। मैं जरूर आऊंगा, मैं खेडूंगा जरूर, मेरा दिल करदा अपना खेडਣ ਦਾ ਤੇ मैं डेफिनेटली आऊंगा। आई वुड लव टू प्ले। Perfect. And ladies and gentlemen, this man is somebody who is so humorous. I am telling you after experiencing his stories. So all of you all go follow him on his Instagram, on his Snapchat, on his Facebook, everywhere. Recently, ਇਹੋ ਜਿਹੀ ਤੇ ਫਨੀ ਸਟੋਰੀ ਪਾਉਂਦੇ ਨੇ ਆਪਣੇ ਆਪਣੇ ਬੈਂਡ ਦੇ ਨਾਲ। ਅੱਜ ਸਵੇਰੇ ਵੀ ਇਹਨਾਂ ਨੇ ਇੰਨੀ ਅਮੇਜ਼ਿੰਗ ਸਟੋਰੀ ਪਾਈ ਹੈ ਕਿ ਮੇਰਾ ਹੱਸ ਹੱਸ ਕੇ ਬੁਰਾ ਹਾਲ ਹੋ ਗਿਆ ਸੀ। ਥੈਂਕ ਯੂ ਸੋ ਮਚ ਇਸ਼ਮੀਤ, ਤੁਸੀਂ ਵੀ ਬਹੁਤ ਹਾਰਡ ਵਰਕਿੰਗ ਕੁੜੀ ਆ ਤੁਸੀਂ। ਆਈ ਵਿਸ਼ ਯੂ ਆਲ ਦ ਵੈਰੀ ਬੈਸਟ ਫॉर योर ਫਿਊਚਰ। ਤੇ ਇਸ ਕੁੜੀ ਨੂੰ ਵੀ ਜਾ ਕੇ ਫੋਲੋ ਕਰੋ ਇੰਸਟਾਗ੍ਰਾਮ ਤੇ, ਸਨੈਪਚੈਟ ਤੇ, ਹਰ ਜਗ੍ਹਾ ਤੇ। ਐਂਡ ਸ਼ੀ ਇਜ਼ ਡੂਇੰਗ ਰੀਲੀ ਵੈਲ ਫॉर ਹਰਸੈਲਫ। ਤੇ ਬਾਬਾ ਜੀ ਤੁਹਾਨੂੰ ਹੋਰ ਬਹੁਤ ਤਰੱਕੀਆਂ ਦੇਣ। ਤੇ ਥੈਂਕ ਯੂ ਆਸ਼ੀਸ਼ ਮਾਥੁਰ ਜੀ ਦਾ, ਜਿਨ੍ਹਾਂ ਦਾ ਇਹ ਸਾਰਾ ਲੀਗ ਵੀ ਹੈਗਾ, ਜਿਨ੍ਹਾਂ ਨੇ ਸਾਨੂੰ ਅੱਜ ਰੂਬਰੂ ਕਰਾਇਆ ਸਾਰਿਆਂ ਦੇ। ਤੇ ਥੈਂਕ ਯੂ ਸੋ ਮਚ ਮੇਰੇ ਜਿੰਨੇ ਵੀ ਮੇਰੇ ਫੈਨਸ, ਮੇਰੀ ਫੈਮਿਲੀ, ਮੇਰੇ ਫਰੈਂਡਸ ਜਿੰਨੇ ਵੀ ਦੇਖ ਰਹੇ ਆ, ਉਹਨਾਂ ਦਾ ਵੀ ਥੈਂਕ ਯੂ। ਤੇ ਥੈਂਕ ਯੂ ਇਸ਼ਮੀਤ ਫॉर ਹੈਵਿੰਗ ਮੀ ਔਨ ਯੋਰ ਸ਼ੋ। ਤੇ ਫਿਰ ਆਪਾਂ ਜਲਦੀ ਇਕੱਠੇ ਹੁੰਦੇ ਆ। ਤੇ ਹੁਣ ਮੈਨੂੰ ਇਜਾਜ਼ਤ ਹੈ ਜਾਣ ਦੀ। ਹੁਣ ਤੁਹਾਨੂੰ ਇਜਾਜ਼ਤ ਮਿਲੇਗੀ ਲੇਕਿਨ ਇੱਕ ਸ਼ੇਰ ਸੁਣਨ ਤੋਂ ਬਾਅਦ which is specifically for you, and that I'd love to dedicate to you from the entire team of ACL, entire team of NAVA, and NAVA is National Artist Welfare Association, ਜਿਹੜੇ ਜੀ ਕਿ ਜੀ ਆਰਟਿਸਟ ਦੇ ਵੈਲਫੇਅਰ ਵਾਸਤੇ ਬਹੁਤ ਸਾਰਾ ਕੰਮ ਕਰਦੀ ਪਈ। सो ਜੀ दिस goes to you नवराज कि ਜੀ देखना है तो देख तीर को, ना देख कमान को। देखना है तो देख तीर को, ना देख कमान को। परखना है तो परख इंसानियत को, ना परख इंसान को। और अगर वाह देखना चाहते हो नवराज हंस उड़ान को, मैं कहती हूँ दिल्ली मुंबई तो क्या हिमाचल से और ऊंचा कर दो उस नीले आसमान को। इसी के साथ सो स्वीट ऑफ, मैं थैंक यू सो मच, थैंक यू। and thank you so much Navraj for coming here and giving your precious time to us, and we love you to infinity. I love you too, Goodbye. thank you so much, I love you all, thank you, Bye-bye. bye। All right, ladies and gentlemen, so that was Navraj Hans live in conversation with all of us on the ACL page, and I'm truly obliged. I'm overwhelmed with all the questions that he has attended so nicely, being so calm and so sweet. And ladies and gentlemen, what I personally feel, this is how a celebrity should be. So herein with this, we give an end to this specifically this amazing episode of Don't Stop Believing in the ACL. So अभी बस इतना सा इंतजार के लम्हे चल रहे हैं कि जल्दी से कोविड-19 की सिचुएशन ठीक हो जाए और हमारा आशीष माथुर जी फटाफट से ACL का नेक्स्ट सीजन लेकर हमारे बीच आ जाए। आशीष, तहे दिल से इंतजार है ACL के नेक्स्ट सीजन का, और अब इंतजार है हमारे डोंट स्टॉप बिलीविंग के नेक्स्ट एपिसोड का। और नेक्स्ट एपिसोड के लिए आप लोग हमारे साथ यूं ही बने रहिए, बहुत ही जल्दी आपके पास पोस्टर पहुंच जाएगा नेक्स्ट इंटरव्यू का। एंड दिस इज योर होस्ट इश्मीत कौर आइके, मैं हूं आपकी होस्ट, आपकी एंकर। तो मैं आप सभी से इजाजत लेना चाहूंगी और ये कहना चाहूंगी जाने से पहले कि जितने भी लोगों ने इस इंटरव्यू को देखा है वो फटाफट से मेरे इंस्टाग्राम इश्मीत आइके पे मुझे फॉलो कर ले। नहीं तो अगर आपको मुझे शैतानियां करते हुए देखना है तो आप स्नैपचैट पे भी आ सकते हैं, दैट इज ishmeet_IK. So goodbye, love you all, take care, and God bless you all. Stay inside, stay safe. Bye bye.